स्वागत है पीटीसी न्यूज़ ਦੇ ਵਿਚਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਈਆਈ ਵਾਇਰਸ ਐਂਡ ਕੇਬਲਸ ਵਿਚਾਰ ਤਕਰਾਰ। ਬੜੀਆਂ ਆਸਾਂ ਤੇ ਉਮੀਦਾਂ ਹੁੰਦੀਆਂ ਨੇ ਹਰ ਆਮ ਖਾਸ ਨੂੰ ਜਦੋਂ ਸਰਕਾਰ ਦਾ ਇੱਕ ਆਖਰੀ ਬਜਟ ਹੋਵੇ ਤਾਂ ਲੋਕਾਂ ਨੂੰ ਲੱਗਦਾ ਕਿ ਜਾਂਦੇ ਜਾਂਦੇ ਸਰਕਾਰ ਜ਼ਰੂਰ ਸਾਨੂੰ ਕੁਝ ਦੇ ਕੇ ਜਾਏਗੀ। ਬੜੀਆਂ ਆਸਾਂ ਤੇ ਉਮੀਦਾਂ ਹਰ ਵਰਗ ਨੂੰ ਹੁੰਦੀਆਂ ਨੇ, ਭਾਵੇਂ ਮੁਲਾਜ਼ਮ ਵਰਗ ਹੋਵੇ, ਵਪਾਰੀ ਵਰਗ ਹੋਵੇ, ਜਿਹੜਾ ਮਰਜ਼ੀ ਹੋਵੇ, ਉਹਨੂੰ ਬੜੀ ਆਸ ਰਹਿੰਦੀ ਹੈ। ਜਦੋਂ ਮਨਪ੍ਰੀਤ ਬਾਦਲ ਹੁਰੀ ਸ਼ੇਰੋ ਸ਼ਾਇਰੀ ਦੇ ਨਾਲ ਬਜਟ ਸ਼ੁਰੂ ਕਰਦੇ ਨੇ ਤਾਂ ਬੜਾ ਆਸਵੰਦ ਰਹਿੰਦੇ ਨੇ कि वो हर बार कहते हैं कि मैं गफ्फे खोल दिते ने, मैं जिन्ना बेहतर कर सकता सी उन्ना बेहतर किया। और जदों पहलियां दो सतरां ही उन्होंने बोलियां कि औरतां लई सफ़र बिल्कुल मुफ्त, पंजाब दे विच किसी भी औरत नूं सरकारी बस दे विच टिकट नहीं लैनी पेगी। अगला उन्होंने स्टॉक खेडिया कि बजुर्ग पेंशन 750 तो 1500 कर दी गई है, तो उदों लग्या सी कि इस बार बजट काफ़ी वधिया है, इस बार हर आम खास नूं कुछ ना कुछ मिलेगा। जदों पूरा विश्लेषण किया गया इस पूरे बजट का कि वाकई इस बजट दे विच की कुछ खास है कि कुछ नहीं है, तो बड़ियां सारियां चीज़ां निकलियां जिहड़ियां लुकियां चीज़ां हुंदियां ने, जिहड़ियां लेमैन दी भाषा दे विच समझ नहीं आंदियां, ਉਹ ਉਹਨਾਂ आंकड़ियां दी खेड़ दे विच ही चीज़ां दब के रह जांदियां ने। इसे करके अज असीं एक छोटा जिहा पैनल लैके आए हैं और पूरी कोशिश करांगे कि एक लेमैन दी भाषा दे विच तुहानूं समझा ਸਕੀਏ कि ਸਰਕਾਰਾਂ किस तरीके ਨਾਲ बजट ਤਿਆਰ ਕਰਦੀਆਂ ਨੇ, ਕਿਵੇਂ ਬਜਟ ਕੈਰੀ ਫਾਰਵਰਡ ਹੁੰਦੇ ਨੇ, ਕਿਵੇਂ ਐਲੋਕੇਸ਼ਨ ਰੱਖੀ ਜਾਂਦੀ ਹੈ ਬਜਟ ਦੇ ਵਿੱਚ, ਔਰ ਉਹ ਐਲੋਕੇਸ਼ਨ ਪੂਰੀ ਕਿਵੇਂ ਹੋਏਗੀ। ਵਸੀਲੇ ਤੁਹਾਡੇ ਕੋਲ ਹੈ ਨਹੀਂ ਪਰ ਤੁਸੀਂ ਐਲੋਕੇਸ਼ਨ ਜ਼ਰੂਰ ਕਰ ਦਿੱਤੀ ਹੈ, ਉਹ ਖੱਪਾ ਕਿਵੇਂ ਭਰੇਗਾ ਉਸ ਬਾਰੇ ਵੀ ਕੋਈ ਪਲਾਨ ਹੈ ਨਹੀਂ। ਫਿਰ ਉਹ ਸਿੱਧਾ ਸਿੱਧਾ ਨਜ਼ਰ ਇਹੀ ਆਉਂਦਾ ਕਿ ਇਹ ਪਹਿਲੇ ਸਾਲ ਜਿਹੜਾ ਬਜਟ ਪੇਸ਼ ਕੀਤਾ ਉਹ ਹੌਲੀ ਹੌਲੀ ਕੈਰੀ ਫਾਰਵਰਡ ਹੁੰਦਾ ਅੱਗੇ ਤੱਕ ਪਹੁੰਚ ਜਾਂਦਾ। ਹੁਣ ਆਖਰੀ ਬਜਟ ਦੇ ਦੌਰਾਨ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਉਸਨੇ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਕੀਤੇ ਨੇ। ਜਦੋਂ ਤੁਸੀਂ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋ ਤਾਂ ਬਿਹਤਰ ਹੋਵੇ ਉਹਦੇ ਵਿੱਚ ਇਹ ਲਿਖ ਦਿੱਤਾ ਜਾਵੇ ਕਿ ਜਿਹੜੇ ਅਸੀਂ ਦਾਅਵੇ, ਜਿਹੜੇ ਅਸੀਂ ਵਾਅਦੇ ਤੁਹਾਡੇ ਨਾਲ ਕਰ ਰਹੇ ਹਾਂ ਉਹ ਅਖੀਰਲੇ ਸਾਲ ਜਾ ਕੇ ਪੂਰੇ ਕਰਾਂਗੇ, ਪਹਿਲੇ 4 ਸਾਲ ਸਾਨੂੰ ਕੁਛ ਨਾ ਪੁੱਛਿਆ ਜਾਵੇ। ਅੱਜ ਕਾਂਗਰਸ ਤੋਂ ਜਦੋਂ ਪੁੱਛਦੇ ਆ ਤਾਂ ਕਾਂਗਰਸ ਇਹੀ ਕਹਿੰਦੀ ਕਿ ਅਸੀਂ ਤਾਂ ਮੈਨੀਫੈਸਟੋ 5 ਸਾਲ ਲਈ ਬਣਾਇਆ ਸੀ, ਮੈਨੀਫੈਸਟੋ ਇਹ ਨਹੀਂ ਬਣਾਇਆ ਸੀ ਕਿ ਪਹਿਲੇ ਸਾਲ ਹੀ ਅਸੀਂ ਸਭ ਕੁਝ ਲਾਗੂ ਕਰ ਦਾਂਗੇ। ਪਰ ਬੜੇ ਸਾਰੇ ਲੋਕ ਇਹ ਕਹਿੰਦੇ ਨੇ ਕਿ ਜਦੋਂ ਤੁਸੀਂ ਇਹ ਮੈਨੀਫੈਸਟੋ 'ਚ ਲਿਖਦੇ ਹੋ ਕਿ ਪਹਿਲੀ ਕੈਬਨਿਟ ਦੇ ਵਿੱਚ ਆਹ ਕਰ ਦਿਆਂਗੇ, ਪਹਿਲੇ 100 ਦਿਨ ਦੇ ਵਿੱਚ ਆਹ ਕਰਾਂਗੇ, ਅਗਲੇ 100 ਦਿਨਾਂ ਦੇ ਵਿੱਚ ਆਹ ਕਰਾਂਗੇ, ਫਿਰ ਤੁਹਾਡੇ ਤੋਂ ਕਿਉਂ ਨਾ ਪੁੱਛੀਏ ਕਿ ਤੁਹਾਨੂੰ ਹੁਣ ਇਹ ਚੀਜ਼ਾਂ ਕਿਵੇਂ ਯਾਦ ਆ ਰਹੀਆਂ ਨੇ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ, ਪਰਮੀਤ ਟਾਈਗਰ ਚੰਡੋਕ ਸਾਹਿਬ MD ਤੇ CEO ਨੇ ਟਾਈਗਰ ਵੈਲਥ ਮੈਨੇਜਮੈਂਟ ਦੇ। ਸ਼ੁਰੂਆਤ ਆਪਾਂ ਕਰਾਂਗੇ ਕਿਉਂਕਿ हर बार असीं चर्चा करते हैं कि पंजाब के सिर कर्जा लगातार वधदा जा रहा है, इन्ना करजई पंजाब होएगा तो कर्जा उतरेगा किवें। लगातार कर्जे की पंड जिहड़ी है होर ते होर वड्डी हुंदी जा रही है। सरकारां वक्खो वक्ख दावे करदियां ने, भावें अकाली दल की सरकार सीगी पहलां, भावें कांग्रेस की सरकार है कि असीं पंजाब नूं कर्जा मुक्त कर दांगे, पंजाब के सिर ते जिहड़ी कर्जे की पंड है उसनूं हल्का करांगे। पर तुहानूं सुन के हैरानगी होएगी ये कर्जे की पंड एड्डी वड्डी हो चुकी है जिते बोझ थले पूरा पंजाब दबदा जा रहा है। मोटिया मोटिया गल्लां एक दो दसते हैं फिर आप अगे विचार चर्चा शुरू करांगे। खजाना मंत्री मनप्रीत सिंह बादल होरां ने 1,68,015 करोड़ रुपए का बजट पेश किया। पंजाब के सिर 31 मार्च 2021 तक का कुल कर्जा जिहड़ा ये दस्सण दे विच आ रहा है 2,73,703 करोड़ रुपए होया। 31 मार्च 2019 ਨੂੰ पंजाब के सिर ते 1,79,130 करोड़ रुपए का कर्जा सी। और कैग की रिपोर्ट की कहती है, रिपोर्ट कहती कि साल 2024-25 च वध के कर्जा 3,75 लाख करोड़ तक पहुँच जाएगा। ये सिर्फ ब्याज ही वापस करन जोगे रह जाएंगे, कर्जा तो पता नहीं कदों उतरेगा। सब तो पहला टाइगर चंडोक साहब मैं थोड़े तो ही जानना चाहना, ये सब तो पहला इस कर्जे की गल करते हैं जिन्नी मोटी ये रकम हैगी है 2,73,000 2,70,000 के करीब हैगी है, तो तुहानूं लगता है कि ये कर्जा मुड़ जूगा? नहीं जी, नहीं मुड़ सकता। ये सानू ਜਿਹੜੀ ਵੀ ਸਟੇਟ ਗਵਰਨਮੈਂਟ ਹੈ ਇਹਨਾਂ ਨੂੰ ਫਾਈਨੈਂਸ ਮਿਨਿਸਟਰ ਸੈਂਟਰਲ ਲੈਵਲ ਤੇ ਰਿਪਰੈਜ਼ੈਂਟੇਸ਼ਨ ਦੇਣੀ ਪਏਗੀ, ਜਿਹਦੇ ਚੀਫ ਮਿਨਿਸਟਰ ਸਾਹਿਬ ਨੂੰ ਅੱਗੇ ਹੋਣਾ ਪਏਗਾ। 45% 45.05% ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਤਾਂ ਅਸੀਂ ਪਹੁੰਚ ਗਏ, ਤਕਰੀਬਨ ਅੱਧਾ। ਹਰਪ੍ਰੀਤ ਜੀ ਇਹ ਪੋਸੀਬਲ, ਮੈਂ ਕਹਿੰਦਾ ਜੀ ਜੇ ਕੱਲ ਤੁਸੀਂ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਨੂੰ ਵੀ ਲਿਆਓ ਉਹ ਵੀ ਇਹਨੂੰ ਰਿਜ਼ੋਲਵ ਨਹੀਂ ਕਰ ਸਕਦਾ। ਆਈ ਥਿੰਕ ਵੀ ਹੈਵ ਗੋਨ ਪਾਸਟ ਦੈਟ ਸਟੇਜ ਕਿ ਰੈਜ਼ੋਲੂਸ਼ਨ ਹੋ ਸਕਦੀ ਹੈ। ਹੁਣ ਇਹਦੇ 'ਚ ਇਹ ਹੈਗਾ हाँ एक असी हर वारी ਜਿਹੜੀ भी सरकार आती है एक ही एलिबाई एक ही अपना तर्क रखती है कि साडा तुहानूं याद होना 92 जो प्रॉब्लम हुई सी वो चली जा रहा, पर कोई भी सरकार ये आंसर नहीं करती कि वो हमेशा वधदा ही क्यों रहिंदा है। ਉਹਦੇ ਬਾਅਦ ਜਿਹੜੀਆਂ ਸਾਡੀਆਂ ਹੁਣ ਇੱਕ ਅਜੀਬ ਜੀ ਗੱਲ ਕਹੀ ਗਈ ਹੈ, 2 ਪੁਆਇੰਟ ਬੜੇ ਅਜੀਬ ਜਿਹੇ ਹੈਗੇ ਨੇ। ਇੱਕ ਵੀ ਆਰ 2.7 ਲੱਖ ਕਰੋੜ ਅਪਰੋਕਸੀਮੇਟਲੀ ਸਟੇਟ ਦਾ ਡੈਟ ਜੀ ਜੀ। ਇਹ हर हिसाब नाल कल जब नैक्सट ईयर सरकार दे इलैक्शन 2022 दे जैन फैब च होंदे ने अप्रोक्सीमेटली ये 3 लाख करोड़ तक टप ही जाएगा जी। मैं कहना जी होर कुछ नहीं, तुसी 10% दा भी जे 9% दा भी इंटरेस्ट ब्याज लगाओ तो ये तो सीधा ही 3 लाख पहुंच जाता है। तो इसदा मतलब हरप्रीत जी सरकार होर बोरो करेगी ही नहीं। ये तो 30,000 करोड़ या 27,000 करोड़
ਕੇਵਲ ਇੰਟਰਸਟ ਹੈ, ਹੋਰ ਵੀ ਤਾਂ ਸਰਕਾਰ ਬੋਰੋ ਕਰੇਗੀ ਤੇ ਸਾਡਾ ਤੇ ਡੈਫਿਸਿਟ ਇੰਨਾ ਵੱਧ ਜਾਏਗਾ ਤੇ ਪੂਰਾ ਹੀ ਨਹੀਂ ਹੋ ਸਕਦਾ। ਉਹਦੇ ਬਾਅਦ 6 ਪੇ ਕਮਿਸ਼ਨ ਪੂਰੇ ਸਾਰੀਆਂ ਸਟੇਟਸ ਨੇ ਲਾਗੂ ਕਰਤਾ, ਸੈਂਟਰ ਨੇ ਤਾਂ ਤੁਹਾਨੂੰ ਪਤਾ ਕਦੋਂ ਦਾ ਲਾਗੂ ਕਰਤਾ। ਅਸੀਂ ਇਹ ਗੱਲ ਕਰ ਰਹੇ ਹਾਂ ਕਿ ਅਸੀਂ ਹਲੇ ਲਾਗੂ ਕਰਨਾ ਹੈ ਜੁਲਾਈ 'ਚ, ਉਹ ਵੀ ਜੁਲਾਈ ਦੇ ਵਿੱਚ। ਉਹ ਵੀ ਜਿਹੜੀ ਚੀਮਾ ਸਰ ਨਾਲ ਹੁਣ ਥੋੜੀ ਦੇਰ ਪਹਿਲਾਂ ਗੱਲ ਹੋ ਰਹੀ ਸੀ ਕਿ ਦੈਟ ਇਜ਼ ਆਲਸੋ ਪ੍ਰੋਸਪੈਕਟਿਵਲੀ, ਰੈਟਰੋਸਪੈਕਟਿਵ ਤੁਸੀਂ ਗਾਇਬ ਕਰਤਾ। ਤੇ ਜੇ ਤੁਸੀਂ ਕੱਲ ਜੌਬਸ ਕੱਟ ਦਿੰਦੇ ਹੋ, ਵੱਧ ਦਿੰਦੇ ਹੋ, ਉਹ ਇੱਕ ਸਰਕਾਰ ਦਾ ਫੈਸਲਾ ਹੈ, ਤੁਸੀਂ ਕੰਟਰੈਕਚੁਅਲ ਰੱਖਦੇ, ਲੇਕਿਨ ਜਿਹੜੇ ਬੰਦਿਆਂ ਨੂੰ ਰੱਖਿਆ ਹੈ ਉਹਨਾਂ ਨੂੰ ਤਾਂ ਦਿਓ। ਸਰਪ੍ਰਾਈਜ਼ਿੰਗਲੀ ਇਸ ਬਜਟ 'ਚ ਗੱਲ ਕੀਤੀ ਗਈ ਹੈ ਕਿ ਅਸੀਂ 49,000 48,900 ਕੋਈ ਜੌਬਸ ਕ੍ਰੀਏਟ ਕਰਾਂਗੇ। ਚਲੋ ਆਪਾਂ ਇੱਕ ਇੱਕ ਕਰਕੇ ਪੁਆਇੰਟ ਆਤੇ ਆਵਾਂਗੇ। ਪਹਿਲਾਂ ਮੈਂ ਕਰਜ਼ੇ ਦੀ ਗੱਲ ਤੇ ਮੇਰੇ ਹਿਸਾਬ ਨਾਲ ਜੀ ਸਟੇਟ ਨੂੰ ਮੇਰੇ ਖਿਆਲ ਸਾਡੀ ਇਹ ਦੋ ਮੇਨ ਪਾਰਟੀਆਂ ਹੈਗੀਆਂ ਸਟੇਟ ਦੇ ਵਿੱਚ, ਇਹ ਦੋਨਾਂ ਨੂੰ ਕੋਈ ਨਾ ਕੋਈ ਸੈਂਟਰ ਨੂੰ ਕਰਨਾ ਪਏਗਾ ਕਿਉਂਕਿ ਕੱਲ 2022 ਚ ਜਿਹੜੀ ਵੀ ਸਰਕਾਰ ਆਂਦੀ ਹੈ ਉਹ ਅਨਇਮੈਜਿਨੇਬਲ ਹੋ ਜਾਏਗਾ। ਤੁਸੀਂ ਹਰਪ੍ਰੀਤ ਜੀ ਪ੍ਰੋਬਲਮ ਇਹ ਦੇਖੋ ਕਿ ਬੰਦਾ ਆਪਣਾ ਕਿਸ਼ਤਾਂ ਲਾਏਗਾ ਕਿ ਪ੍ਰੋਗਰੈਸ ਦੀ ਗੱਲ ਕਰੇਗਾ। ਕੱਲ ਚਾਹੇ ਕਾਂਗਰਸ ਆ ਜਾਏ, ਕੱਲ ਚਾਹੇ ਅਕਾਲੀ ਆ ਜਾਣ ਜਾਂ ਆਪ ਆ ਜਾਏ, ਉਹ ਜਿਹੜੇ ਵੀ ਮਤਲਬ ਇੱਕ ਕਾਂਟਿਆਂ ਵਰਗਾ ਤਾਜ ਹੋਏਗਾ ਜੀ। ਬਿਲਕੁਲ ਇਹ ਅੰਕੜੇ ਜਿਹੜੇ ਦੱਸਦੇ ਨੇ ਜਿਹੜੀ ਪਿਛਲੀ ਸਰਕਾਰ ਸੀ ਉਹਦੇ ਤੇ 1.79 ਕਰੋੜ ਰੁਪਏ ਦਾ ਕਰਜ਼ਾ ਸੀ, ਜੋ ਕਿ ਵੱਧ ਕੇ ਲਗਭਗ 2,70,703 ਕਰੋੜ ਰੁਪਏ ਹੋ ਗਿਆ। 1 ਲੱਖ ਕਰੋੜ ਰੁਪਈਆ ਲਗਭਗ ਵੱਧ ਗਿਆ। ਚੀਮਾ ਸਾਹਿਬ ਜੀ ਇੱਕ ਮੈਂ ਛੋਟੀ ਜਿਹੀ ਗੱਲ ਕਰ ਦੇਣਾ ਚੀਮਾ ਸਰ, ਇੱਕ ਸਨ ਜੇ ਆਪਾਂ ਬੇਸਿਕ ਮੂਲ ਦਾ ਹਿਸਾਬ ਲਈਏ 1,80,000 ਕਰੋੜ ਸੀ ਜੀ, ਇਹ 2,70,000 ਕਰੋੜ ਹੋਇਆ 4 ਸਾਲਾਂ ਚ। 4 ਸਾਲਾਂ ਚ 1,90,000 ਕਰੋੜ ਵੱਧ ਗਿਆ। ਇਹਦਾ ਮਤਲਬ 22,500 ਕਰੋੜ ਮੋਟਾ ਵੱਧ ਰਿਹਾ। ਆਪਾਂ 20,000 ਕਹਿ ਲੈਣੇ, ਕੰਪਾਊਂਡਿੰਗ ਇਫੈਕਟ ਵੀ ਆਉਂਦਾ। ਤੇ ਜੇ 1,80,000 ਦਾ ਸੀ 10% ਜਾਂ 9% ਤੇ 18 ਮਤਲਬ ਇੰਨਾ ਹੀ 18,000 ਕਰੋੜ ਤਾਂ ਇਹੀ ਬਣ ਜਾਂਦਾ। ਸੌਰੀ ਸਰ। ਹਾਂਜੀ ਚੀਮਾ ਸਾਹਿਬ, ਉਹ ਹਮੇਸ਼ਾ ਜਦੋਂ ਵੀ ਕਾਂਗਰਸ ਨੂੰ ਪੁੱਛੀਦਾ ਤਾਂ ਕਹਿੰਦੇ ਕਿ ਇਹ ਤਾਂ ਕੈਰੀ ਫਾਰਵਰਡ ਹੁੰਦਾ, ਇਹ ਲਾਇਬਿਲਿਟੀਜ਼ ਨੇ ਜਿਹੜੀਆਂ ਉਹ ਕੈਰੀ ਫਾਰਵਰਡ ਹੁੰਦੀਆਂ ਹੀ ਹੁੰਦੀਆਂ। ਤੁਸੀਂ ਜੋ ਛੱਡ ਕੇ ਗਏ ਹੋ ਪੰਡ, ਉਸ ਪੰਡ ਨੂੰ ਉਹਨਾਂ ਨੇ ਹੋਰ ਭਾਰਾ ਕਰ ਦਿੱਤਾ। ਨਹੀਂ, ਮੈਂ ਹਰਪ੍ਰੀਤ ਜੀ ਤੁਹਾਡੇ ਧਿਆਨ ਚ ਲਿਆਉਣੀ ਚਾਹੁੰਦਾ 1,38,000 ਕਰੋੜ ਦਾ ਇਫੈਕਟਿਵ ਬਜਟ ਹੈ, ਕਿਉਂਕਿ 30,000 ਕਰੋੜ ਵੇਜ਼ ਐਂਡ ਮੀਨਸ ਹੈ। ਇਹ ਤੁਸੀਂ ਹਾਲ ਦੇਖੋ ਸਟੇਟ ਨੂੰ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਕਿੱਥੇ ਲੈ ਕੇ ਗਏ ਆ ਕਿ ਬਜਟ 1,38,000 ਕਰੋੜ ਦਾ ਤੇ ਕਰਜ਼ਾ 2,73,000 ਕਰੋੜ ਡਬਲ ਹੈ। ਮਤਲਬ ਸਟੇਟ ਦੇ ਬਜਟ ਨਾਲੋਂ 100% ਕਰਜ਼ਾ ਜਿਹੜਾ ਦੁੱਗਣਾ, ਸਿੱਧੀ ਭਾਸ਼ਾ ਦੇ ਵਿੱਚ। ਇੱਥੋਂ ਹੁਣ ਕੰਮ ਸ਼ੁਰੂ ਹੁੰਦਾ ਤੇ ਜਿਹੜਾ ਕ੍ਰੈਡਿਟ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਜਾਂਦਾ ਕਿ 1984 ਦੇ ਵਿੱਚ ਸਟੇਟ ਰੈਵਨਿਊ ਸਰਪਲਸ ਸੀ, 33 ਸਾਲਾਂ ਦੇ ਵਿੱਚ ਕਰਜ਼ਾ ਹੋਇਆ 1,79,130 ਕਰੋੜ 33 ਸਾਲਾਂ ਦੇ ਵਿੱਚ ਜੀ, ਜਿਹਦੇ ਵਿੱਚ ਪੰਜਾਬ ਦਾ ਮਾੜਾ ਸਮਾਂ ਵੀ ਨਿਕਲਿਆ ਜਿਹੜਾ 10-15 ਸਾਲ ਦਾ। ਤੇ ਇੱਕ ਐਫੀਸ਼ੀਐਂਟ ਜਿਹੜਾ ਫਾਈਨੈਂਸ ਮਿਨਿਸਟਰ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੈ, ਉਹਦੇ ਟਾਈਮ ਤੇ ਇਹ ਕਰਜ਼ਾ ਵਧਿਆ 90,000 ਕਰੋੜ ਤੇ 20,000 ਕਰੋੜ ਅਗਲੇ ਸਾਲ ਦਾ ਉਹਨਾਂ ਨੇ ਲਿਖ ਦਿੱਤਾ, ਆਪਣੇ ਆਪ ਹੀ ਲਿਖ ਦਿੱਤਾ ਇਮਾਨਦਾਰੀ ਦੇ ਨਾਲ ਕਿ 20,000 ਕਰੋੜ ਹੋਰ ਹੋਣਾ, ਹੋਰ ਵਧੇਗਾ। ਤੇ 1,10,000 ਕਰੋੜ ਇਹਦੇ ਵਿੱਚ ਕੱਲਾ ਵਾਧਾ ਜਿਹੜਾ ਹੈਗਾ ਇਹ 5 ਸਾਲਾਂ ਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਬਾਦਲ ਕਰਕੇ ਜਾਣਗੇ। ਇਸ ਗੱਲ ਦਾ ਸਿਹਰਾ ਜਿਹੜਾ ਇਹ ਕਾਂਗਰਸ ਦੀ ਇਸ ਸਰਕਾਰ ਨੂੰ ਜਾਂਦਾ। ਲਾਇਬਿਲਿਟੀ ਹੈ, ਲੇਕਿਨ ਲਾਇਬਿਲਿਟੀ ਨੂੰ ਘਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਲਾਇਬਿਲਿਟੀ ਨੂੰ ਡਬਲ ਕਰਕੇ ਜਿਹੜੀ ਹੈ ਤੁਸੀਂ ਸਟੇਟ ਨੂੰ ਦੇ ਰਹੇ ਹੋ ਤੇ ਹਾਲੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਬਹੁਤ ਅੱਛਾ ਜਿਹੜਾ ਬਜਟ ਪੇਸ਼ ਕੀਤਾ। ਇਹ ਗਵਰਨੈਂਸ ਦਾ ਮੂੰਹ ਬੋਲ ਦੀ ਉਦਾਹਰਨ ਹੈ। ਪਰ ਚੀਮਾ ਸਾਹਿਬ ਗੱਲ ਤਾਂ ਇਹ ਨਾ ਕਿ ਜਿਹੜਾ ਤੁਸੀਂ ਕਰਜ਼ਾ ਛੱਡ ਕੇ ਗਏ ਹੋ, ਇਜ਼ ਇਟ ਪੋਸੀਬਲ ਕਿ ਉਹ ਕਰਜ਼ਾ ਵੀ ਘੱਟ ਹੋ ਜਾਏ ਤੇ ਸੂਬਾ ਸਰਕਾਰ ਵੀ ਚਲਦੀ ਰਹੇ? ਇਹ ਹੋ ਸਕਦਾ ਹੈ? ਕਰਜ਼ੇ ਦੇ ਦੋ ਤਰੀਕੇ ਆ। ਜਿਹੜਾ ਕਰਜ਼ਾ ਕੋਈ ਸਾਡੇ ਟਾਈਮ ਤੇ ਲਿਆ ਗਿਆ ਸੀ ਕਿ ਉਹ ਪ੍ਰੋਡਕਟਿਵ ਡੈਪਟ ਸੀ ਕਿ ਕਰਜ਼ਾ ਲੈ ਕੇ ਕੋਈ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਗਿਆ, ਕਰਜ਼ਾ ਲੈ ਕੇ ਕੋਈ ਯੂਨੀਵਰਸਿਟੀ ਬਣਾਈ ਗਈ, ਕਰਜ਼ਾ ਲੈ ਕੇ ਕੋਈ ਸਟੇਟ ਦੇ ਹਾਈਵੇ ਬਣਾਏ ਗਏ। ਉਹ ਕਈ ਪਾਸਿਓਂ ਤੁਹਾਨੂੰ ਚੀਜ਼ਾਂ ਰੀਪੇ ਕਰਨਗੀਆਂ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜੇ ਤੁਸੀਂ ਖਰਚੇ ਉਸ ਵੇਲੇ ਕੀਤੇ। ਹੁਣ ਇੱਥੇ ਮੈਨੂੰ ਇਹ ਦੱਸੋ ਕਿ 4 ਸਾਲਾਂ ਦੇ ਵਿੱਚ ਕਿਤੇ ਪੰਜਾਬ ਦੇ ਵਿੱਚ ਇੱਕ ਇੱਟ ਲੱਗੀ ਹੋਵੇ? 1 ਲੱਖ ਕਰੋੜ ਰੁਪਈਆ ਕਿੱਥੇ ਲੱਗਿਆ? ਮੈਂ ਇਹ ਪੁੱਛਦਾ। ਇਹਦਾ ਮਤਲਬ ਹੈ ਕਿ ਜਿਹੜੇ ਸਟੇਟ ਦੇ ਸਾਧਨ ਸੀਗੇ ਰੈਵਨਿਊ ਦੇ, ਉਹ ਲੁਟਾਏ ਜਾਂਦੇ ਰਹੇ ਤੇ ਜਿਹੜੀ ਤਨਖਾਹਾਂ ਦੇਣ ਵਾਸਤੇ ਤੇ ਪੈਨਸ਼ਨਾਂ ਦੇਣ ਵਾਸਤੇ ਕਰਜ਼ੇ ਚੁੱਕੇ ਜਾਂਦੇ ਨੇ। ਕਰਜ਼ਾ ਸਾਰੀਆਂ ਗਵਰਨਮੈਂਟਾਂ ਲੈਂਦੀਆਂ, ਲੇਕਿਨ ਕਰਜ਼ਾ ਤੁਸੀਂ ਲੈ ਕੇ ਜੇ ਤਾਂ ਘਰ ਦੀ ਕੋਈ ਐਸੈਟ ਬਣਾਈ ਹੈ ਫਿਰ ਤਾਂ ਤੁਸੀਂ ਵਧਾਈ ਦੇ ਪਾਤਰ ਹੋ। ਇਹ ਚੀਜ਼ ਅੱਜ ਨਹੀਂ ਅੱਗੋਂ ਫਲ ਦੇਗੀ। ਜੇ ਤੁਸੀਂ ਕੋਈ ਨਵੀਂ ਇਨਵੈਸਟਮੈਂਟ ਕੀਤੀ ਹੈ, ਕੋਈ ਸਟੇਟ ਦੇ ਨਵਾਂ ਪਲਾਂਟ ਲਾਇਆ, ਕੋਈ ਐਗਰੀਕਲਚਰ ਦੇ ਵਿੱਚ ਇਨਫਰਾਸਟ੍ਰਕਚਰ ਦੇ ਵਿੱਚ ਕੋਈ ਪੈਸਾ ਲਾਇਆ, ਤੇ ਉਹ ਇਨ ਦੀ ਲੌਂਗ ਰਨ ਤੁਹਾਨੂੰ ਪੇ ਕਰੇਗੀ। ਤੇ ਕਰਜ਼ਾ ਲਿਆ ਤੁਸੀਂ ਤੇ ਜਿਹੜੀ ਹੈਗੀ ਆ ਯਾਸ਼ੀ ਪੁਣੇ ਚ ਸਾਰਾ ਕੁਝ ਗਵਾਚ ਦਿੱਤਾ, ਤੇ ਇਹਨੂੰ ਕੌਣ ਤੁਸੀਂ ਕਹੇਗਾ ਕਿ ਤੁਹਾਡੀ ਚੰਗੀ? ਹੁਣ ਹੌਲੀ ਹੌਲੀ ਕਰਕੇ ਸਾਰੀਆਂ ਚੀਜ਼ਾਂ ਪੂਰੀਆਂ ਕਰਤਾ ਰਹੀ ਨੇ ਨਾ। ਬਜ਼ੁਰਗਾਂ ਦੀ ਪੈਨਸ਼ਨ 1500 ਕਰ ਰਹੇ ਆ,
ਮਹਿਲਾਵਾਂ ਨੂੰ ਸਫ਼ਰ ਮੁਫਤ ਕਰ ਰਹੇ ਆ, 6ਵਾਂ ਤਨਖਾਹ ਕਮਿਸ਼ਨ ਲਾ ਰਹੇ ਆ, ਇਹ ਜਿਹੜਾ ਕਰਜ਼ਾ ਲਿਆ ਵੀ ਹੈ ਘੱਟੋ ਘੱਟ ਉਹਦੇ ਵਿੱਚ ਕੁਝ ਸ਼ੇਅਰ ਤਾਂ ਹੁਣ ਇਹ ਖਰਚ ਕਰ ਰਹੇ ਨੇ ਨਾ। ਪਹਿਲਾਂ ਜਿਹੜੀ ਤੁਸੀਂ ਬੜੀ ਅੱਛੀ ਗੱਲ ਦੀ ਸ਼ੁਰੂਆਤ ਕੀਤੀ ਸੀ ਵੀ ਇਹ ਬਜਟ ਅਗਲੀ ਸਰਕਾਰ ਦਾ, ਮੈਂ ਪੁੱਛਣਾ ਚਾਹੁੰਦਾ ਕਿ ਕਾਂਗਰਸ ਦਾ ਅਖੀਰਲਾ ਬਜਟ ਹੈ। ਵਾਅਦਾ ਕੀਤਾ ਸੀ ਤੁਸੀਂ ਲੋਕਾਂ ਨਾਲ ਪੈਨਸ਼ਨਾਂ ਦਾ 2500 ਦਾ ਕਿ 2017 ਚ ਦਿਆਂਗੇ ਜੀ। ਹੁਣ ਤੁਸੀਂ ਅਖੀਰਲੇ ਬਜਟ ਦੇ ਵਿੱਚ ਜਿਹੜਾ ਉਹਨੂੰ ਪਾਇਆ ਤੇ ਪਾ ਕੇ ਤਰੀਕ ਪਾ ਦਿੱਤੀ ਚੁੱਪ ਕਰਕੇ 1 ਜੁਲਾਈ ਜਿਹੜੀ ਹੈਗੀ ਆ 2021। ਹਾਲੇ 3 ਮਹੀਨੇ ਤਾਂ ਹੋਣੀ ਹੈ ਅਫੀਸ਼ੀਅਲ ਡੇਟ, ਫਿਰ 2-3 ਮਹੀਨੇ ਨੋਟੀਫਿਕੇਸ਼ਨ ਹੋਣ ਚ ਲੱਗਣੇ ਆ ਤੇ 19 ਦਿਨ ਨੂੰ ਇਲੈਕਸ਼ਨਾਂ ਦਾ ਐਲਾਨ ਹੋ ਜਾਣਾ ਤੇ ਇਹਦਾ ਮਤਲਬ ਅਗਲੀ ਸਰਕਾਰ ਆ ਕੇ ਦਊਗੀ ਨਾ। ਹੁਣ ਸ਼ਗਨ ਸਕੀਮ ਤੁਸੀਂ ਇਸੇ ਕਰਕੇ ਤਾਂ ਕਹਿੰਦੇ ਲੋਕਾਂ ਨੇ 4 ਸਾਲ ਚ 2 ਲੱਖ ਬੱਚੀਆਂ ਦੀ ਸ਼ਾਦੀ ਹੋ ਗਈ, ਉਹਨਾਂ ਨੂੰ ਸ਼ਗਨ ਸਕੀਮ ਮਿਲਿਆ ਨਹੀਂ। ਜਿਨ੍ਹਾਂ ਦੀ ਹੁਣ ਹੋਣੀ ਹੈ ਉਹਨਾਂ ਨੇ ਅਪਲਾਈ ਕਰਨਾ, ਉਹਨਾਂ ਨੂੰ ਮਿਲ ਨਹੀਂ ਸਕਣਾ ਕਿਉਂਕਿ ਤੁਸੀਂ ਤਰੀਕ ਪਾ ਦਿੱਤੀ ਕਿ 1 ਜੁਲਾਈ ਤੋਂ ਬਾਅਦ। ਉਹਦੀ ਹਾਲੇ ਅੱਗੇ ਚਿੱਠੀਆਂ ਪਹੁੰਚਦਾ ਮੈਂ ਕਿਹਾ ਕਿ ਸਤੰਬਰ ਆਊਗਾ, 19 ਦਿਨ ਨੂੰ ਇਲੈਕਸ਼ਨਾਂ ਦੀ ਅਨਾਉਂਸਮੈਂਟ ਹੋ ਜਾਣੀ ਹੈ ਤੇ ਕੋਡ ਲੱਗ ਜਾਣਾ, ਫਿਰ ਅਗਲੀ ਸਰਕਾਰ ਹੀ ਆ ਕੇ ਦੋ। ਤੁਸੀਂ ਸਰਕਾਰ ਦੇ ਵਿੱਚ ਰਹੇ ਹੋ, ਇਹਦਾ ਕੋਈ ਫਰਕ ਪੈਂਦਾ? ਕਹਿੰਦਾ 1 ਜੁਲਾਈ ਇਹ ਕਾਗਜ਼ੀ ਕੰਮਕਾਜ, ਦਫ਼ਤਰੀ ਕੰਮਕਾਜ, ਇਸ ਨੂੰ ਸਮਾਂ ਲੱਗ ਜਾਂਦਾ, ਇੰਪਲੀਮੈਂਟੇਸ਼ਨ ਨੂੰ ਸਮਾਂ ਲੱਗ ਜਾਂਦਾ, ਇਸ ਕਰਕੇ ਜੁਲਾਈ ਤੱਕ ਰੱਖਿਆ। ਇੱਥੋਂ ਸਰਕਾਰ ਦੀ ਨੀਅਤ ਦਾ ਪਤਾ ਲੱਗਦਾ। ਪਹਿਲਾਂ ਸੀਗਾ ਪੋਲੀਟੀਕਲ ਫਰਾਡ ਜਿਹੜਾ ਕਿਸਾਨਾਂ ਨਾਲ ਕੀਤਾ ਸੀ ਕਿ 90,000 ਕਰੋੜ ਦਾ ਕਰਜ਼ਾ ਅਸੀਂ ਮਾਫ ਕਰਾਂਗੇ, 51,000 ਸ਼ਗਨ ਦਿਆਂਗੇ, ਉਹ ਤਾਂ ਪੋਲੀਟੀਕਲ ਫਰਾਡ ਸੀ ਕਿਉਂਕਿ ਮੈਨੀਫੈਸਟੋ ਸੀ। ਇਹ ਕਨਸਟੀਟਿਊਸ਼ਨਲ ਫਰਾਡ ਹੈ, ਇਹ ਹੁਣ ਸੰਵਿਧਾਨਕ ਫਰਾਡ ਹੈ ਜਿਹੜਾ ਵਿਧਾਨ ਸਭਾ ਦੇ ਅੰਦਰ ਤੁਸੀਂ ਹੁਣ ਲਿਖਤੀ ਰੂਪ ਚ ਲੋਕਾਂ ਦੇ ਨਾਲ ਕਰ ਰਹੇ ਹੋ ਕਿ ਜੇ ਮੁਲਾਜ਼ਮਾਂ ਨੂੰ ਤੁਸੀਂ ਪੇ ਕਮਿਸ਼ਨ ਅਨਾਉਂਸ ਕੀਤਾ ਉਹ ਵੀ 1 ਤੇ ਜੁਲਾਈ ਉਹ ਪਹਿਲਾਂ ਉਹਦੇ ਚ ਡੇਟ ਪਾਈਏ ਪ੍ਰੋਸਪੈਕਟਿਵਲੀ ਵੀ ਅੱਗੇ ਤੋਂ ਲਾਗੂ ਹੋਊਗਾ। ਜਿਹੜਾ 4 ਸਾਲ ਕੱਢ ਲੇ ਉਹ ਚਲਾਕੀ ਸੀ ਨਾ। 16 ਦਾ ਕਮਿਸ਼ਨ ਬੈਠਾ, 17 ਦੀ ਤੁਹਾਡੀ ਸਰਕਾਰ ਆ ਗਈ, ਤੁਸੀਂ ਲੋਕਾਂ ਨੂੰ ਕਹਿ ਕੇ ਆਏ ਸੀ ਕਿ ਪੇ ਕਮਿਸ਼ਨ ਲਾਗੂ ਕਰਾਂਗੇ। ਹੁਣ ਅੱਜ ਤੁਸੀਂ ਲਾਗੂ ਕਰ ਲਗੇ ਕਹਿਤਾ ਕਿ 1 ਜੁਲਾਈ ਤੋਂ ਲਾਗੂ ਹੋਊਗਾ, ਉਹ ਫਿਰ 3 ਮਹੀਨੇ ਹੋਰ ਲੈ ਜਾਣੇ, ਫਿਰ ਕੋਡ ਲੱਗ ਜਾਣਾ। ਇਹਦਾ ਮਤਲਬ ਬੇਈਮਾਨੀ ਸੀ ਨਾ ਵੀ ਸਿਰਫ ਇਹ ਕਿ ਅਸੀਂ ਚੀਜ਼ਾਂ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਅਗਲੀ ਸਰਕਾਰ ਦੇ ਗੱਲ ਪਾ ਜਾਾਂਗੇ ਤੇ ਫਿਰ ਅਸੀਂ ਜਾ ਕੇ ਉੱਥੇ ਭਾਸ਼ਣ ਦਿਆਂਗੇ ਕਿ ਦੇਖੋ ਅਸੀਂ ਪਹਿਲਾਂ ਤਾਂ ਕੰਡੀਸ਼ਨ ਠੀਕ ਕਰਦੇ ਰਹੇ ਕਿ ਇਕਨੋਮੀ ਦੀ ਕੰਡੀਸ਼ਨ ਠੀਕ ਕਰਦੇ ਰਹੇ, ਉਹ ਕੰਡੀਸ਼ਨ ਆ ਠੀਕ ਕੀਤੀ ਕਿ 90,000 ਕਰੋੜ ਦਾ ਕਰਜ਼ਾ ਚੜਾਤਾ ਤੇ 20,000 ਕਰੋੜ ਅਗਲੇ ਸਾਲ ਪੈ ਜਾਣਾ, 1 ਕਰੋੜ 10 ਲੱਖ ਕਰਜ਼ਾ ਚੜਾਤਾ। ਅਕਸਰ ਹੀ ਇਸੇ ਗੱਲ ਦਾ ਹੀ ਤਰਕ ਦਿੰਦੇ ਨਾ। ਮੈਂ ਲਗਾਤਾਰ ਡਿਬੇਟਸ ਪੁੱਛਦਾ ਵੀ ਤੁਹਾਨੂੰ ਹੁਣ ਕਿਉਂ ਯਾਦ ਆਈ, ਇਹ ਸਿੱਧਾ ਨਜ਼ਰ ਆਉਂਦਾ ਕਿ ਚੁਣਾਵੀ ਬਜਟ ਹੈ, ਲੋਕਾਂ ਨੂੰ ਤੁਸੀਂ ਲੋਲੀਪੌਪ ਦੇ ਰਹੇ ਹੋ। ਤਾਂ ਕਹਿੰਦਾ ਕਿ ਪਹਿਲਾਂ 4 ਸਾਲ ਤਾਂ ਅਸੀਂ ਮਿਹਨਤ ਕੀਤੀ ਕਿ ਅਸੀਂ ਪਟੜੀ ਤੇ ਲੈ ਕੇ ਆਈਏ, ਜਦੋਂ ਹੁਣ ਪਟੜੀ ਤੇ ਲੈ ਕੇ ਆਏ ਆ ਆਰਥਿਕ ਗੱਡੀ, ਉਸ ਤੋਂ ਬਾਅਦ ਹੀ ਅਸੀਂ ਕੁਝ ਦੇ ਸਕਦੇ ਹਾਂ, ਪਹਿਲਾਂ ਤਾਂ ਸਾਡੇ ਕੋਲ ਕੁਝ ਹੈ ਹੀ ਨਹੀਂ ਸੀ। ਦੇਖੋ ਮੈਂ ਸਮਝਦਾ ਕਿ ਮੈਂ ਇਸੇ ਕਰਕੇ ਕਿਹਾ ਕਿ ਕਨਸਟੀਟਿਊਸ਼ਨਲ ਫਰਾਡ ਹੈ। ਕਿੰਨੀ ਵਾਰੀ ਵਿਧਾਨ ਸਭਾ ਦੇ ਵਿੱਚ ਪਿਛਲੇ ਬਜਟ ਚੁੱਕ ਕੇ ਦੇਖੋ ਤੇ ਕਰਜ਼ਾ ਮਾਫੀ ਵਾਸਤੇ ਕਦੀ 10,000 ਰੱਖਿਆ ਗਿਆ, ਕਦੀ 7,000 ਰੱਖਿਆ ਗਿਆ, ਕਦੀ ਕਿੰਨਾ ਰੱਖਿਆ ਗਿਆ ਨਾ ਹਰ ਸਾਲ। ਪਹਿਲੇ ਸਾਲ ਹੀ ਮੁੱਖ ਮੰਤਰੀ ਸਾਹਿਬ ਨੇ ਖੜੇ ਹੋ ਕੇ ਛਾਤੀ ਚੌੜੀ ਕਰਕੇ ਕਹਿਤਾ ਸੀ ਵੀ ਕਰਜ਼ੇ ਤੇ ਲਕੀਰ ਫਿਰ ਦਿਆਂਗੇ। ਇਸ ਬਜਟ ਦੇ ਵਿੱਚ ਤੁਹਾਡੇ ਹੁਣ ਅਫੀਸ਼ੀਅਲੀ ਲਿਖ ਰਹੇ ਆ ਕਿ ਅਸੀਂ ਹੁਣ ਤੱਕ 4,624 ਕਰੋੜ, ਮਤਲਬ 4 ਸਾਲਾਂ ਦੇ ਵਿੱਚ ਆਪਣੀ ਫਿਗਰ ਹੈ ਇਹਨਾਂ ਦੀ ਬਜਟ, ਮੈਂ ਬਜਟ ਹੀ ਦਿਖਾ ਰਿਹਾ, 4,624 ਕਰੋੜ ਰੁਪਈਆ ਹੁਣ ਮੰਨਦੇ ਪਏ ਆ। ਤੇ ਇਹਨਾਂ ਨੂੰ ਪੁੱਛੋ ਕਿ ਜਿਹੜੀ ਲੋਕਾਂ ਨੂੰ ਪੈਨਲਟੀ ਪਈ ਉਹ ਕਿੰਨੇ ਹਜ਼ਾਰ ਕਰੋੜ ਪਈ ਤੁਹਾਡੇ ਕਹਿਣ ਕਰਕੇ ਕਿ ਤੁਸੀਂ ਕਰਜ਼ਾ ਨਹੀਂ ਮੋੜਨਾ। ਜਿਹੜੀ ਉਹਨਾਂ ਨੂੰ ਰਿਆਇਤ ਮਿਲਦੀ ਸੀ 3% ਕਿਸਾਨਾਂ ਨੂੰ, ਉਹ ਵੀ ਜਾਂਦੀ ਨਹੀਂ, 4% ਪੈਨਲਟੀ ਪਈ ਤੇ ਇਹ ਪੈਨਲਟੀ ਜੇ ਸਾਰੇ ਪੰਜਾਬ ਦੇ ਕਿਸਾਨਾਂ ਦੀ ਲਾਓਗੇ ਤੇ ਇਹ ਅਮਾਉਂਟ ਤੁਹਾਡਾ 10,000 ਕਰੋੜ ਤੋਂ ਵੱਧ ਹੋਏਗਾ। ਡਿਫਾਲਟਰ ਹੋ ਗਏ ਉਹ ਅਲੱਗ, ਪਰ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਿੱਥੇ ਕੀਤਾ? ਚਲੋ ਮੈਂ ਇੱਕ ਅੰਕੜਾ ਦੱਸ ਦਵਾਂ ਜਿਹੜੀ ਕਿਸਾਨਾਂ ਦੀ ਇਹਨਾਂ ਨੇ ਗੱਲ ਕੀਤੀ ਹੈ। ਇਸ ਬਜਟ ਦੇ ਵਿੱਚ 1.13 ਲੱਖ ਕਿਸਾਨਾਂ ਦਾ 1186 ਕਰੋੜ ਰੁਪਈਆ ਸਰਕਾਰ ਕਹਿੰਦੀ ਅਸੀਂ ਰੱਖ ਰਹੇ ਹਾਂ। ਖੇਤ ਮਜ਼ਦੂਰਾਂ ਦੀ ਕਰਜ਼ ਮਾਫੀ ਲਈ 526 ਕਰੋੜ ਰੁਪਏ ਰੱਖੇ ਗਏ ਨੇ। ਕਿਸਾਨਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਾਉਣ ਲਈ 4650 ਕਰੋੜ ਰੁਪਏ, ਕ੍ਰਿਸ਼ੀ ਵਿਕਾਸ ਯੋਜਨਾ ਲਈ 200 ਕਰੋੜ ਰੁਪਏ ਰੱਖੇ ਗਏ ਨੇ। ਖੁਸ਼ਹਾਲ ਕਿਸਾਨ ਖੁਸ਼ਹਾਲ ਪੰਜਾਬ 1104 ਕਰੋੜ ਰੁਪਏ ਰੱਖੇ ਗਏ ਨੇ। ਬਾਗਬਾਨੀ ਉਤਪਾਦਨਾਂ ਤੇ ਮੰਡੀਕਰਨ ਫੂਡ ਪ੍ਰੋਸੈਸਿੰਗ ਲਈ 361 ਕਰੋੜ ਰੁਪਏ ਤੇ ਗੰਨਾ ਖੋਜ ਵਿਕਾਸ ਸੰਸਥਾ ਦੀ ਸਥਾਪਨਾ ਲਈ 47 ਕਰੋੜ ਰੁਪਏ। ਉਹ ਵੱਖਰੀ ਗੱਲ ਹੈ ਕਿ ਗੰਨੇ ਦੀ ਤੀਜੇ ਸੀਜ਼ਨ ਵੀ ਫਸਲ ਦੇ ਪੈਸੇ ਦਿੱਤੇ ਨਹੀਂ ਹਾਲੇ ਤੱਕ ਸਰਕਾਰ ਨੇ। ਇਹ ਖੋਜ ਕੇਂਦਰ ਜ਼ਰੂਰ ਸਥਾਪਿਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਦਾਅਵਾ ਸਰਕਾਰ ਇਹ ਕਰਦੀ ਸੀ ਕਿ ਹਰ ਕਿਸੇ ਦਾ, ਭਾਵੇਂ ਉਹ ਆੜਤੀਏ ਦਾ ਹੋਵੇ, ਭਾਵੇਂ ਉਹ ਨੈਸ਼ਨਲ ਬੈਂਕ ਦਾ ਹੋਵੇ, ਕੋਆਪਰੇਟਿਵ ਬੈਂਕ ਦਾ ਹੋਵੇ, ਸਾਰੇ ਕਰਜ਼ੇ ਤੇ ਲਕੀਰ ਫਿਰ ਦਾਂਗੇ। ਲਗਭਗ ਇੱਕ ਅੰਦਾਜ਼ਿਤ ਮੁਤਾਬਕ 90,000 ਕਰੋੜ ਰੁਪਏ ਦਾ ਉਹ ਕਰਜ਼ਾ ਬਣਦਾ ਸੀਗਾ। ਔਰ ਇਹ ਆંકੜੇ ਨੇ ਸਰਕਾਰ ਦੇ ਖੁਦ ਦੇ, ਜਿਹੜੀ ਸਰਕਾਰ ਨੇ ਕਿਹਾ ਸੀਗਾ 4,624 ਕਰੋੜ ਰੁਪਏ ਦਾ ਕਰਜ਼ਾ ਸਿਰਫ ਮਾਫ ਕੀਤਾ ਸਰਕਾਰ ਨੇ ਇਹਨਾਂ 5 ਸਾਲਾਂ ਦੇ ਵਿੱਚ। ਜੇਕਰ ਤੁਸੀਂ ਇਹਨੂੰ ਐਵਰੇਜ ਕੱਢ ਲੈਂਦੇ ਹੋ ਤਾਂ 1,000 ਕਰੋੜ ਰੁਪਈਆ ਵੀ ਸਾਲ ਦਾ ਬਣਦਾ ਨਹੀਂ ਹੈ। ਮੈਂ ਚੀਮਾ ਸਾਹਿਬ ਤੋਂ ਪਹਿਲਾਂ ਇੱਕ ਰਿਐਕਸ਼ਨ ਤੁਹਾਡੇ ਤੋਂ ਲਾਂਗਾ। ਚੰਡੋਕ ਸਾਹਿਬ ਇਹ ਤਾਂ ਸਾਨੂੰ ਪਹਿਲੇ ਦਿਨ ਨਹੀਂ ਪਤਾ ਸੀਗਾ ਕਿ ਇਹ ਪੋਸੀਬਲ ਹੈ ਹੀ ਨਹੀਂ 90,000 ਕਰੋੜ ਰੁਪਈਆ, ਪਰ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਗੱਲ 4624 ਕਰੋੜ ਰੁਪਏ ਦੀ ਕਿਹਾ ਜਾ ਰਿਹਾ ਕਿ ਅਸੀਂ ਮਾਫ ਕਰਾ ਦਿੱਤਾ ਹੈ, ਇਹਦੇ ਨਾਲ ਵਾਕਈ ਕੁਝ ਕਿਸਾਨਾਂ ਨੂੰ ਫਾਇਦਾ ਹੋਵੇਗਾ? ਬੜੇ ਸਾਰੇ ਕਿਸਾਨ ਅਜਿਹੇ ਨੇ ਜਿਹੜੇ ਰੋ ਰਹੇ ਨੇ ਕਿ ਅਸੀਂ ਤਾਂ ਡਿਫਾਲਟਰ ਜਿਹੜਾ ਹੁੰਦੇ ਸਰਦੇ ਵਾਲਾ ਸੀ, ਜਿਹੜਾ ਇਹ ਕਿਸ਼ਤ ਭਰ ਵੀ ਸਕਦਾ ਸੀ, ਉਹ ਇਸ
ਇਸ ਆਸ ਦੇ ਵਿੱਚ ਰਿਹਾ ਕਿ ਮੇਰਾ ਕਰਜ਼ਾ ਤਾਂ ਮਾਫ ਹੋ ਜਾਣਾ, ਮੈਂ ਕਿਉਂ ਭਰਾਂ, ਜੇ ਮੈਂ ਭਰਦਾ ਤੇ ਮੈਨੂੰ ਵਾਪਸੀ ਹੋਣਾ ਨਹੀਂ, ਉਹ ਵੀ ਡਿਫਾਲਟਰ ਹੋ ਗਿਆ ਉਸੇ ਚੱਕਰ 'ਚ। ਬਿਲਕੁਲ ਦੇਖੋ ਸਰ, ਇਹ ਖੈਰ ਮੈਂ ਇਹ ਕਹਿਣਾ ਜੀ ਕਿ ਪੋਪੂਲਿਜ਼ਮ ਇਜ਼ ਵੈਰੀ ਪੂਅਰ ਇਕਨੋਮਿਕਸ। ਇਹਦੇ ਵਿੱਚ ਸਾਰੀਆਂ ਸਰਕਾਰਾਂ ਪੰਜਾਬ 'ਚ 2 ਹੀ ਗਵਰਨਮੈਂਟਸ ਆਈਆਂ ਕਿ ਅਕਾਲੀਆਂ ਦੀ ਜਾਂ ਕਾਂਗਰਸ ਦੀ, ਇਹ ਸਾਰੇ ਇਹਦੇ ਵਿੱਚ ਮੇਰੇ ਹਿਸਾਬ ਨਾਲ ਦੇ ਹੈਵ ਨਾਟ ਡਨ ਜਸਟਿਸ ਟੂ ਫਾਰਮਰਸ। ਮੇਰਾ ਆਪਣਾ ਵਿਊ ਹੈਗਾ। ਮੈਨੂੰ ਇਹ ਲੱਗਦਾ ਜੀ ਕਿ ਜੇ ਤੁਸੀਂ ਸਹੀ ਗੱਲ ਕਹੀ ਹੈ, ਜਿਹੜਾ ਬੰਦਾ ਕਰਜ਼ ਉਤਾਰ ਰਿਹਾ ਉਹਨੂੰ ਕੱਲ ਆ ਕੇ ਕਹੇਗਾ ਬਈ ਤੂੰ ਪਾਗਲ ਹੈ, ਤੂੰ ਕਰਜ਼ ਤੂੰ ਕਿਉਂ ਕਰ ਰਿਹਾ ਭਾਈ, ਤੂੰ ਕਿਉਂ ਦੇ ਰਿਹਾ ਭਾਈ, ਤੇਰਾ ਤਾਂ ਕਰਜ਼ ਮਾਫ ਹੋ ਜਾਏਗਾ। ਜਿਹੜਾ ਬੰਦਾ ਪਹਿਲਾਂ ਹੀ ਨਹੀਂ ਦੇ ਸਕਦਾ ਸੀ ਉਹ ਇੱਕ ਹੋਰ ਲਾਈਨ ਤੇ ਖੜਾ ਹੋ ਗਿਆ। ਹੁਣ ਤੁਸੀਂ ਇੱਕ ਮੂਲ ਦੀ ਗੱਲ ਕੀਤੀ ਸੀ ਬਿਫੋਰ ਦਿਸ ਜੀ ਕਿ ਅੱਜ ਤੁਸੀਂ ਇੰਨੀਆਂ ਸਕੀਮਾਂ ਦੇ ਪੈਸੇ ਦੱਸੇ, ਇਹ ਮੋਟੀਆਂ ਜੀ ਹੋਰ ਵੀ 50 200 ਕਰੋੜ ਦੀ ਰੱਬ ਜਾਣੀਆਂ ਕਿੰਨੀਆਂ ਹੋਣੀਆਂ। ਤੇ ਸਰਕਾਰ ਆਪ ਮੰਨ ਰਹੀ ਕਿ 20,000 ਕਰੋੜ ਦਾ ਤਾਂ ਸਾਡਾ ਹੋਰ ਇਹ ਵੈਸੇ ਹੀ ਹੋ ਜਾਣਾ। ਇਹ ਇਲੈਕਸ਼ਨ ਈਅਰ ਹੈ, ਸਰਕਾਰ ਨੂੰ ਹੋਰ ਬਹੁਤ ਕੁਝ ਕਰਨਾ ਪੈਣਾ ਹੈ। 6 ਪੇ ਕਮਿਸ਼ਨ ਇੰਪਲੀਮੈਂਟ ਕਰਨੀ ਹੈ ਜੋ ਵੀ ਹੈ। ਇਹਦਾ ਮਤਲਬ ਜੀ ਇਹ ਤਾਂ 3,10,20,000 ਕਰੋੜ ਦੇ, ਔਰ ਤੁਸੀਂ 1 ਸਾਲ ਬਾਅਦ ਮੇਰਾ ਕਰ ਲੈਣਾ, ਮੇਰੇ ਖਿਆਲ ਨਾਲ ਇਹਦੇ ਨੇੜੇ ਤੇੜੇ ਹੀ ਅਸੀਂ ਖੜੇ ਹੋਵਾਂਗੇ। ਬਿਲਕੁਲ ਠੀਕ ਹੈ। ਔਰ ਜਿਹੜੀ ਨੈਕਸਟ ਸਰਕਾਰ ਆਏਗੀ ਉਹ ਛਾਤੀ ਠੋਕ ਕੇ, ਜੇ ਅਕਾਲੀਆਂ ਦੀ ਆਂਦੀ ਹੈ, ਉਹ ਕਹੇਗੀ ਜੀ ਵਾਈਟ ਪੇਪਰ ਲਿਆਓ, ਹੈ ਨਾ ਜੀ, ਕਿਸੇ ਬਹਾਨੇ ਤੁਸੀਂ ਜਾਣਾ ਨਾ ਸੈਂਟਰਲ ਸਰਕਾਰ ਕੋਲ ਕਿ ਵੇਵ ਆਫ ਕਰਨਾ ਹੈ। ਔਰ ਹਰਪ੍ਰੀਤ ਜੀ ਹਰ ਵਾਰੀ ਤੁਹਾਡੇ ਪ੍ਰੋਗਰਾਮ 'ਚ ਕਹਿਣਾ 30 ਜੂਨ 2022 ਦੇ ਬਾਅਦ ਕੀ ਹੋਏਗਾ, ਜਦ ਜਿਹੜਾ ਸਰਕਾਰ ਜਿਹੜਾ ਸੈਸ ਇਕੱਠਾ ਕਰਦੀ ਪਈ ਹੈ, ਕੰਪਨਸੇਸ਼ਨ ਸੈਸ ਜਿਹੜਾ GST ਦਾ, ਉਹ ਵੀ ਦੇਣਾ ਬੰਦ ਕਰ ਦੇ। ਅੱਜ ਤਾਂ ਇਹੀ ਰੋਲ ਹੈ ਨਾ, ਲੇਟ ਦਿੰਦੀ ਹੈ, ਕੱਲ ਤਾਂ ਹੱਕ ਹੀ ਹਟ ਜਾਏਗਾ, ਫਿਰ ਕੀ ਹੋਏਗਾ। ਦੂਜੀ ਗੱਲ, ਸਰਕਾਰ ਐਕਸਟੈਂਸ਼ਨ ਹੋ ਸਕਦੀ ਸਰ, ਜੇ ਪ੍ਰੈਜ਼ੈਂਟਲੀ ਫਾਰਮ ਲਾਜ਼ ਸਭ ਦਾ ਰੰਗ ਚਾਲਾ ਦੇਖੇ ਤਾਂ ਮੈਨੂੰ ਤਾਂ ਉਮੀਦ ਬਹੁਤ ਘੱਟ ਲੱਗਦੀ ਹੈ। ਬਾਕੀ ਸਮਾਂ ਹੀ ਦੱਸੇਗਾ ਕਿ ਉਹ ਹੁੰਦੀ ਹੈ ਕਿ ਨਹੀਂ ਹੁੰਦੀ, ਕਿਹੜੀ ਕੋਈ ਸਟੇਟ ਗਵਰਨਮੈਂਟ ਦਾ ਕੋਈ ਆਂਦਾ। ਤੁਹਾਨੂੰ ਪਤਾ ਹੈ ਸਾਡੇ ਅੱਜ ਹੈਰਾਨਗੀ ਹੁੰਦੀ ਹੈ ਮੈਨੂੰ, ਸਾਡੇ ਫਾਈਨੈਂਸ ਮਿਨਿਸਟਰ ਕਹਿੰਦਾ ਪਿਆ ਕਿ ਮੈਂ ਚਾਹੁੰਦੀ ਹਾਂ ਕਿ 5 ਰੁਪਏ ਡੀਜ਼ਲ ਤੇ ਪੈਟਰੋਲ ਦਾ ਰੇਟ। ਤੁਹਾਡੀਆਂ ਆਪਣੀਆਂ ਆਇਲ ਕੰਪਨੀਜ਼ ਹੈ ਤਾਂ ਤੁਸੀਂ ਕਹਿਣਾ ਕਿਹਨੂੰ ਹੈ ਜੀ। ਬਟ ਕਮਿੰਗ ਬੈਕ ਟੂ ਸਰਕਾਰ ਦਾ, ਚਾਹੇ ਕਿਹੜੀ ਵੀ ਸਰਕਾਰ ਹੋਏ, ਉਹਨਾਂ 2 ਫੰਡਾਮੈਂਟਲ ਕੰਮ ਹੈ। ਸਾਡੀ ਸਰਕਾਰਾਂ ਜਿਹੜੀ ਵੀ ਇੰਡੀਆ 'ਚ ਹੈਗੀਆਂ, ਸਟੇਟ ਗਵਰਨਮੈਂਟ ਐਂਡ ਸੈਂਟਰਲ ਗਵਰਨਮੈਂਟਸ ਕੈਨ ਨਾਟ ਪ੍ਰੋਵਾਈਡ ਜੌਬਸ। ਉਹ ਉਹਨਾਂ ਦੀ ਸ਼ਮਤਾ ਤੋਂ ਬਾਹਰ ਹੈ, ਉਹ ਨਹੀਂ ਕਰ ਸਕਦੀਆਂ। ਉਹ ਪ੍ਰਾਈਵੇਟ ਸੈਕਟਰ ਦੇ ਥਰੂ ਜੌਬਸ ਕ੍ਰੀਏਟ ਕਰ ਸਕਦੇ। ਹੁਣ ਪ੍ਰਾਈਵੇਟ ਸੈਕਟਰ ਜੇ ਪੰਜਾਬ ਦੇ ਵਿੱਚ ਕਿੱਦਾਂ ਆਏਗਾ, ਤੁਸੀਂ ਕੰਸੈਸ਼ਨਸ ਦੋਗੇ, ਕੰਸੈਸ਼ਨ ਦਾ ਮਤਲਬ ਹੈ ਟੈਕਸੇਸ਼ਨ ਲੋਅਰ ਕਰੋਗੇ, ਤੇ ਸਰਕਾਰ ਕੋਲ ਪੈਸਾ ਕਿੱਥੇ ਹੈ ਜੀ। ਔਰ ਉਹ ਪੈਸਾ ਲੈ ਕੇ ਤੁਸੀਂ ਸੋਸ਼ਲ ਵੈਲਫੇਅਰ 'ਚ ਪਾਓਗੇ, ਜਿਵੇਂ ਤੁਸੀਂ ਕਿਹਾ ਕਿ ਸੀਨੀਅਰ ਸਿਟੀਜ਼ਨ ਦੀ ਪੈਨਸ਼ਨ ਵਧਾਤੀ ਜਾਂ ਫਰੀडम ਫਾਈਟਰ ਦੀ ਵਧਾਤੀ। ਪੰਜਾਬ 'ਚ ਕਿੰਨੇ ਫਰੀडम ਫਾਈਟਰ ਬੱਚੇ, ਉਹਦੇ ਨਾਲ ਤੁਸੀਂ ਭਾਵੇਂ ਲੱਖ ਰੁਪਏ ਵੀ ਕਰ ਦੋ ਤਾਂ ਫਰਕ ਹੀ ਕੀ ਪੈਂਦਾ ਹੈਗਾ, ਰਾਈਟ ਜੀ। ਤੇ ਗਿਣਤੀ ਤਾਂ ਘੱਟ ਹੀ ਰਹੀ ਹੈ ਨਾ ਜੀ ਹਰ ਸਾਲ। ਪਰ ਪੁਆਇੰਟ ਇਹ ਹੈ ਕਿ ਜੀ ਇਹ ਸੋਸ਼ਲ ਮੈਜ਼ਰਸ ਲਈ ਪੈਸਾ ਕਿੱਥੋਂ ਆਏਗਾ। ਅੱਜ ਉਹਨਾਂ ਨੇ ਕਿਹਾ ਕਿ ਪਟਿਆਲਾ ਦੇ ਅਸੀਂ ਇਹ ਅਪਗ੍ਰੇਡ ਕਰ ਦਾਂਗੇ, 2 ਟੈਕਨੀਕਲ ਯੂਨੀਵਰਸਿਟੀ ਬਣਾ ਦਾਂਗੇ। ਤੁਹਾਡੇ ਕਹਿਣ ਮੁਤਾਬਕ ਸੋਸ਼ਲ ਵੈਲਫੇਅਰ ਖਤਮ ਕਰ ਦੇਣੀ ਚਾਹੀਦੀ ਹੈ। ਸਰ, ਸੋਸ਼ਲ ਵੈਲਫੇਅਰ ਸਰਕਾਰ ਤਦ ਕਰੇਗੀ ਜੇ ਉਹਨਾਂ ਦੇ ਕੋਫਰ 'ਚ ਪੈਸਾ ਹੋਏਗਾ। ਅੱਜ ਉਹ ਪੈਸਾ ਕੱਲਾ ਕਿਸ਼ਤਾਂ ਨੂੰ ਦੇਣ ਲਈ ਜਾ ਰਿਹਾ ਹੈ, ਔਰ ਕੱਲ ਅਸੀਂ ਹੋਰ ਕਰਜ਼ਾਈ ਹੋ ਜਾਵਾਂਗੇ, ਤੇ ਸੋਸ਼ਲ ਵੈਲਫੇਅਰ ਜਾ ਕਿੱਦਾਂ ਸਕਦਾ ਹੈ। ਤੇ ਉਹੀ ਮੈਂ ਕਹਿ ਰਿਹਾ ਨਾ, ਸੈਂਟਰ ਜੇ ਕੱਲ ਇਹ ਕਹਿੰਦੀ ਕਿ ਅਸੀਂ ਕੰਸੈਸ਼ਨਸ ਦਿੰਦੇ ਇੰਡਸਟਰੀ ਨੂੰ, ਦੈਟ ਮੀਨਸ ਉਹਨਾਂ ਦੇ ਰੈਵਨਿਊ ਸੋਰਸਸ ਹੋਰ ਡਰਾਈ ਅਪ ਹੁੰਦੇ ਆ। ਤੇ ਅਸੀਂ ਇਹ ਇੰਨੀ ਵੱਡੀ ਡਾਇਕੋਟਮੀ 'ਚ ਫਸ ਗਏ ਆ ਕਿ ਇਹਨੂੰ ਬਾਹਰ ਨਿਕਲਣਾ ਮੈਨੂੰ ਨਹੀਂ ਲੱਗਦਾ ਕਿਹੜੀ ਵੀ ਸਰਕਾਰ ਲਈ ਸੌਖਾ ਹੋਏਗਾ। ਹੁਣ ਜਿਹੜੀ ਤੁਸੀਂ ਗੱਲ ਕੀਤੀ 4,600 ਕਰੋੜ ਰੁਪਏ ਦੀ ਫਿਗਰ ਦੀ, ਇਹ ਤਾਂ ਜਿਵੇਂ ਕਹਿੰਦੇ ਨਾ ਇਟਸ ਅ ਡ੍ਰੌਪ ਇਨ ਦੀ ਓਸ਼ਨ। ਮਤਲਬ ਪੰਜਾਬੀ ਕਹਿੰਦੇ ਜਿਵੇਂ ਜੀਰਾ ਜੋ ਵੀ ਕਹਿੰਦੇ ਹੈਗੇ ਆ, ਊਠ ਦੇ ਮੂੰਹ 'ਚ ਜ਼ੀਰਾ, ਮਤਲਬ ਡ੍ਰੌਪ ਇਨ ਦੀ ਓਸ਼ਨ ਹੈਗਾ। ਇਹਦੇ ਨਾਲ ਕੀ ਹੋਏਗਾ, ਸਾਡੀ 80% 70% ਪੋਪੂਲੇਸ਼ਨ ਐਗਰੀਕਲਚਰ ਰਿਲੇਟਡ ਹੈ। ਠੀਕ ਹੈ ਜੀ, ਸਾਡੇ ਪੰਜਾਬੀ ਭਰਾ ਸਾਰਾ ਐਗਰੀਕਲਚਰ ਰਿਲੇਟਡ ਹੈ। ਠੀਕ ਹੈ, ਤੁਸੀਂ ਕੱਲ ਕ੍ਰੌਪ ਡਾਈਵਰਸਿਫਿਕੇਸ਼ਨ, ਉਹਨਾਂ ਨੇ ਕਿਹਾ ਜੀ 200 ਕਰੋੜ ਅਸੀਂ ਕ੍ਰੌਪ ਡਾਈਵਰਸਿਫਿਕੇਸ਼ਨ ਉਹਦੇ 'ਚ ਪਾਵਾਂਗੇ। 200 ਕਰੋੜ 'ਚ ਕਿਹੜੀ ਕ੍ਰੌਪ ਡਾਈਵਰਸਿਫਿਕੇਸ਼ਨ ਹੋਣੀ। ਅੱਜ ਸਾਡਾ ਬੰਦਾ ਜਾਂ ਤਾਂ ਵੀਟ ਲਾਉਂਦਾ ਹੈ ਜਾਂ ਤਾਂ ਰਾਈਸ ਲਾਉਂਦਾ ਹੈ, ਜਾਂ ਗੰਨਾ ਲਾ ਲੇਗਾ। ਗੰਨਾ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੀਜਾ ਸੀਜ਼ਨ ਹੈ, ਪੈਸੇ ਨਹੀਂ ਮਿਲੇ ਉਹਨਾਂ ਨੂੰ, ਪੈਸੇ ਨਹੀਂ ਮਿਲੇ। ਕੌਣ ਅਗਲੀ ਵਾਰੀ ਲਾਊਗਾ ਗੰਨਾ। ਇਹਦਾ ਮਤਲਬ ਤੁਸੀਂ ਇਹਦਾ ਮਤਲਬ ਉਹ 3 ਸਾਲ ਤੋਂ ਵਿਚਾਰਾ ਕਿਸਾਨ ਜਿਹੜਾ ਮਾਰਜਨਲਾਈਜ਼ ਉਹ ਵੇਟ ਹੀ ਕਰ ਰਿਹਾ ਪੈਸਾ ਦਾ। ਔਰ 4,600 ਕਰੋੜ, ਜੇ ਮੈਂ ਕਹਿੰਦਾ ਸਾਡੀ ਪੰਜਾਬ ਦੀ ਕੋਈ 2 ਕਰੋੜ ਮੋਟੀ ਪੋਪੂਲੇਸ਼ਨ ਐਗਰੀਕਲਚਰ ਰਿਲੇਟਡ ਹੈ, ਜਾਂ 1.8 ਕਰੋੜ 2 ਕਰੋੜ, ਤੇ ਕੀ ਆਏਗਾ ਜੀ ਇਹਦੇ ਤੇ। ਜਿਹਦੇ ਕੋਲ 2 ਵੀ ਕਿੱਲਾ ਜ਼ਮੀਨ ਹੈਗੀ ਹੈ, ਜਿਹੜਾ ਕਿ ਮਤਲਬ ਮਾਰਜਨਲਾਈਜ਼ਡ ਤੋਂ ਵੀ ਘੱਟ ਹੈ, ਮੇਰੇ ਖਿਆਲ 4 ਕਿੱਲੇ ਬੇਸਿਕ ਸਸਟੇਨੈਬਲ ਫਾਰਮਿੰਗ ਹੁੰਦੀ ਹੈ, ਉਹ ਤੱਕ ਤਾਂ ਅਚੀਵ ਨਹੀਂ ਹੋਣੀ। ਤੇ ਇਹਦੇ ਚ ਪੈਸਾ ਆਏਗਾ ਕੀ ਤਾਂ ਬੰਦਾ। ਅੱਛਾ, ਦੂਜੀ ਗੱਲ, ਇਹ ਸਰਕਾਰੀ ਐਲਾਨ ਹੈ, ਜਿਵੇਂ ਚੀਮਾ ਸਾਹਿਬ ਨੇ ਸਹੀ ਕਿਹਾ, ਇੰਪਲੀਮੈਂਟੇਸ਼ਨ ਪਹਿਲਾਂ ਗਵਰਨਮੈਂਟ ਦੀ ਰੂਲਿੰਗਸ ਆਣ ਕੇ ਅਸੀਂ ਇੰਪਲੀਮੈਂਟ ਕਰਨਾ ਹੈ, ਉਹਦੇ ਬਾਅਦ ਇੰਪਲੀਮੈਂਟ ਹੋਣ ਦੇ ਬਾਅਦ ਉਹ ਪਹੁੰਚੇਗਾ ਕਿੰਨਾ ਥੱਲੇ ਤੱਕ, ਤਾਂ ਇਹ ਤਾਂ ਪਤਾ ਹੀ ਨਹੀਂ ਸਾਨੂੰ। ਠੀਕ ਹੈ ਚੀਮਾ ਸਾਹਿਬ, ਕਾਂਗਰਸ ਦੇ ਬੁਲਾਰੇ ਕਹਿੰਦੇ ਨੇ ਕਿ ਚਲੋ ਠੀਕ ਹੈ ਜੀ, ਅਸੀਂ 90,000 ਕਰੋੜ ਦਾ ਦਾਅਵਾ ਕੀਤਾ ਸੀਗਾ, ਅਸੀਂ ਨਹੀਂ ਕਰ ਪਾਏ, ਪਰ ਉਹ ਛਾਤੀ ਠੋਕ ਕੇ ਕਹਿੰਦੇ ਨੇ ਕੋਈ ਇੱਕ ਸਰਕਾਰ ਅਜਿਹੀ ਦਿਖਾ ਦਿਓ ਜਿਨੇ 4,624 ਕਰੋੜ ਰੁਪਈਆ ਕਿਸਾਨਾਂ ਦਾ ਮਾਫ ਕੀਤਾ ਹੋਵੇ ਜਾਂ ਵੇਵ ਆਫ ਕੀਤਾ ਹੋਵੇ। ਅਸੀਂ ਕੀਤਾ ਨਾ, ਭਾਵੇਂ ਘੱਟ ਕੀਤਾ ਵੱਧ ਕੀਤਾ ਤਾਂ ਹੈ ਅਸੀਂ। ਨਹੀਂ, ਇਹ ਗੱਲ ਤੇ ਨਾ, ਇਹ ਜਦੋਂ ਇਲੈਕਸ਼ਨ ਦੇ ਵਿੱਚ ਗਏ ਸੀ
ਉਦੋਂ ਦੀ ਵੀਡੀਓ ਦਿਖਾਓ ਮੁੱਖ ਮੰਤਰੀ ਸਾਹਿਬ ਦੀ ਕਿ ਕਿਸਾਨਾਂ ਨੂੰ ਹਾਂ ਬਿਲਕੁਲ, ਕੀ ਉਹ ਕਿਹਾ ਲਗਾਤਾਰ ਦੇਖੀ ਹੈ। ਸੀ। ਵੋਟਾਂ ਪਈਆਂ ਉਸ ਗੱਲ ਦੇ ਉੱਤੇ। ਜੇ ਉਦੋਂ ਇਹ ਕਹਿੰਦੇ ਕਿ 4,000 ਕਰੋੜ ਅਸੀਂ ਕਰ ਸਕਦੇ ਹਾਂ, ਉਹ ਭਾਵੇਂ ਕਿਸੇ ਦਾ ਥੋੜਾ ਹੋਵੇ ਭਾਵੇਂ ਕਿਸੇ ਦਾ ਬਹੁਤਾ ਹੋਵੇ, ਤੇ ਫਿਰ ਇਹਨਾਂ ਨੂੰ ਪੁੱਛੋ ਵੀ ਸਰਕਾਰ ਬਣਦੀ ਸੀ। ਇਹਨਾਂ ਨੇ ਐਡਾ ਵੱਡਾ ਧੋਖਾ ਕੀਤਾ ਸੀ ਵੀ ਪਿੰਡਾਂ 'ਚ ਘਰਾਂ 'ਚ ਜਾ ਕੇ ਜ਼ਿਮੀਂਦਾਰਾਂ ਦੇ ਫਾਰਮ ਭਰਾ ਲਏ ਸੀ ਵੀ ਸਾਰਾ ਕਰਜ਼ਾ ਲਿਖ ਕੇ ਤੇ ਇੱਥੇ ਸਾਈਨ ਕਰ ਦਿਓ, ਕਿਉਂਕਿ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਹੀ ਲਕੀਰ ਵੱਜਣੀ ਔਰ ਲਕੀਰ ਵੱਜਣ ਕਰਕੇ ਹੀ ਜਿਹੜੀਆਂ ਉਸ ਟਾਈਮ ਦੇ ਉੱਤੇ ਵੋਟਾਂ ਪਈਆਂ ਸੀ। ਇਸ ਕਰਕੇ ਫਰਾਡ ਕਰਕੇ ਵੋਟਾਂ ਲਈਆਂ ਇਹਨਾਂ ਨੇ, ਜਿਹੜੀ ਹੈ ਮੈਂ ਉਹਦੀ ਗੱਲ ਕਰ ਰਿਹਾ। ਦੂਜੀ ਗੱਲ ਕਰਕੇ ਕਿ ਆਹ ਜਿਹੜੀਆਂ ਹੁਣ ਅਨਾਉਂਸ ਕੀਤੀਆਂ ਵੀ ਜਿਹੜੇ 51,000 ਤੇ ਦੂਜਾ 1000 ਜਿਹੜਾ ਕਹਿੰਦੇ ਆ ਮੈਂ ਕਰਨਾ, ਇਹ 'ਚ ਪੈਸੇ ਕਿੱਥੇ ਆ? ਮੈਨੂੰ ਬਜਟ 'ਚ ਇਹਨਾਂ ਨੂੰ ਇਹ ਪੁੱਛ ਕੇ ਦਿਖਾਓ। ਆ ਪਿਛਲੇ ਸਾਲ ਵਿੱਤ ਮੰਤਰੀ ਸਾਹਿਬ ਕਹਿੰਦੇ ਸੀ, ਜਾਖੜ ਸਾਹਿਬ ਨੇ ਜਦ ਕਿ ਕਹਿਤਾ ਸੀ ਕਿ ਜ਼ੀਰੋ ਡੈਫੀਸਿਟ ਬਜਟ ਹੋਊਗਾ, ਯਾਦ ਹੈ ਨਾ? ਹਾਂ ਬਿਲਕੁਲ। ਹੁਣ ਉਹਨਾਂ ਦਾ ਵਿੱਤ ਮੰਤਰੀ ਕਹਿ ਰਿਹਾ ਕਿ 24,240 ਕਰੋੜ ਦਾ ਵਿੱਤੀ ਘਾਟਾ ਹੋਏਗਾ। ਇਹ ਜਾਖੜ ਸਾਹਿਬ ਨੂੰ ਪਹਿਲਾਂ ਤਾਂ ਪੜਾਓ ਨਾ, ਆ 10 ਦਿਨ ਪਹਿਲੇ ਬਿਆਨ ਸੀ ਕਹਿੰਦੇ ਸੀ ਕਿ ਜ਼ੀਰੋ ਡੈਫੀਸਿਟ ਬਜਟ ਅਸੀਂ ਪੇਸ਼ ਕਰਾਂਗੇ। ਨਹੀਂ ਪਰ ਫਾਈਨੈਂਸ ਮਿਨਿਸਟਰ ਨੇ ਦਾਅਵਾ ਕੀਤਾ ਜੇ ਕਰੋਨਾ ਨਾ ਹੁੰਦਾ ਤੇ ਸਰਪਲਸ ਬਜਟ ਹੁੰਦਾ। ਨਹੀਂ ਪਰ ਜਾਖੜ ਸਾਹਿਬ ਨੇ ਤਾਂ ਕਰੋਨਾ ਤੋਂ ਬਾਅਦ ਕਿਹਾ, ਆ ਹੁਣ ਦੀ ਗੱਲ ਤਾਜੀ 10 ਦਿਨ ਪਹਿਲਾਂ ਦੀ। ਤੇ ਪਿਛਲੇ ਵਾਰੀ ਵੀ ਕਹਿੰਦੇ ਸੀ ਕਿ ਥੋੜਾ ਜਿਹਾ ਵਿੱਤੀ ਘਾਟਾ ਹੈਗਾ, ਇਹ ਅਸੀਂ ਇਹਨੂੰ ਮੈਨੇਜ ਕਰ ਲੈਣਾ। ਹੁਣ ਜਿਹੜੀ ਅਸਲੀ ਫਿਗਰ ਆਈ ਹੈ ਪਿਛਲੇ ਸਾਲ ਦੀ, ਇਹ 28,465 ਕਰੋੜ। ਹੁਣ ਜਿਹੜਾ 24 ਲਿਖ ਰਹੇ ਨਾ, ਇਹ ਉਹਦੇ ਹਿਸਾਬ ਨਾਲ ਇਹ 30 ਤੋਂ ਵੀ ਉੱਤੇ ਜਾਏਗਾ। ਤੇ ਮੈਨੂੰ ਦੱਸੋ ਵੀ ਤੁਸੀਂ ਕਿੱਥੋਂ ਪੇ ਕਮਿਸ਼ਨ ਲਾਗੂ ਕਰ ਲੋਗੇ, ਕਿੱਥੋਂ 51,000 ਸੈਕੰਡ ਸਕੀਮ ਲਾਗੂ ਕਰ ਲੋਗੇ? ਵੈਸੇ ਤਾਂ ਤੁਸੀਂ ਕਰਨਾ ਹੀ ਨਹੀਂ, ਤੁਸੀਂ ਡੇਟ ਦੇਤੀ ਪਹਿਲਾਂ ਹੀ 1 ਜੁਲਾਈ, ਉਸ ਤੋਂ ਅੱਗੇ 3-4 ਮਹੀਨੇ ਨਿਕਲ ਜਾਣੇ, ਮੈਨੂੰ ਪਤਾ ਨਹੀਂ ਦੇਣੇ ਤੁਹਾਡੇ ਕੋਲ ਵਸੀਲੇ ਹੀ ਨਹੀਂ ਹੈ। ਪਰ ਜੇ ਤੁਸੀਂ ਅੱਜ ਦੀ ਤਰੀਕ 'ਚ ਵੀ ਕਹੋ ਕਿ ਮੈਂ 1 ਤੋਂ ਲਾਗੂ ਕਰਨਾ, ਤੇ ਮੈਨੂੰ ਦੱਸੋ ਤੁਸੀਂ ਕਿ ਪੈਸਾ ਆਊਗਾ ਕਿੱਥੋਂ। ਇਹ ਬਹੁਤ ਵੱਡਾ ਫਰਾਡ ਹੈ। ਮੈਂ ਇਹੀ ਕਹਿ ਰਿਹਾ ਨਾ ਕਿ ਮੈਂ ਮੋਟੀ ਗੱਲ ਸਮਝਾਦਾ ਚੀਮਾ ਸਾਹਿਬ ਦੇ ਕਹਿਣ ਦੇ ਭਾਵ ਕੀ ਹੈ ਕਿ ਤੁਹਾਡੇ ਕੋਲ ਤੁਸੀਂ ਆਪਣੀ ਜੇਬ ਦੇ ਵਿੱਚ ਤੁਸੀਂ ਮਾਰਕੀਟ ਜਾਂਦੇ ਹੋ ਕੋਈ ਚੀਜ਼ ਲੈਣ, ਤੁਸੀਂ 500 ਰੁਪਏ ਦੀ ਕੋਈ ਚੀਜ਼ ਖਰੀਦਣੀ ਹੈ, 500 ਦੀ ਚੀਜ਼ ਤਾਂ ਹੀ ਖਰੀਦੋਗੇ ਜੇ ਤੁਹਾਡੀ ਜੇਬ ਦੇ ਵਿੱਚ 500 ਹੋਏਗਾ। ਜੇ ਤੁਹਾਡੀ ਜੇਬ ਦੇ ਵਿੱਚ 500 ਰੁਪਇਆ ਹੈ ਹੀ ਨਹੀਂ ਹੈ, ਤੁਸੀਂ 500 ਦੀ ਚੀਜ਼ ਕਿਵੇਂ ਖਰੀਦ ਸਕਦੇ ਹੋ? ਉਹ ਚੀਜ਼ਾਂ ਦਾ ਐਲਾਨ ਕੀਤਾ ਗਿਆ ਜਿਹਦੇ ਲਈ ਪੈਸੇ ਦੀ ਐਲੋਕੇਸ਼ਨ ਹੀ ਨਹੀਂ ਕੀਤੀ ਗਈ। ਉਹ ਪੈਸਾ ਕਿੱਥੋਂ ਆਊਗਾ, ਕਿੱਥੋਂ ਜਨਰੇਟ ਹੋਏਗਾ, ਉਹਦੇ ਬਾਰੇ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਇਹ ਇੱਕ ਵੱਡਾ ਫਰਾਡ ਜਿਹੜਾ ਇਹ ਕੀਤਾ ਜਾਂਦਾ। ਮੈਂ ਇੱਕ ਗੱਲ ਚੀਮਾ ਸਾਹਿਬ ਹੋਰ ਤੁਹਾਡੀ ਪੁੱਛਣਾ ਚਾਹੁੰਦਾ, ਭਾਵੇਂ ਤੁਹਾਡੀ ਪਾਰਟੀ ਹੋਵੇ ਜਿਹੜੀ XYZ ਪਾਰਟੀ ਹੋਵੇ, ਇਹ ਕਿੰਨਾ ਕੁ ਜ਼ਰੂਰੀ ਹੁੰਦਾ ਕਿ ਚੋਣ ਮਨੋਰਥ ਪੱਤਰ ਦੇ ਵਿੱਚ ਤੁਸੀਂ ਉਹ ਵਾਅਦੇ, ਉਹ ਦਾਅਵੇ ਕਰ ਦੋ ਜਿਹੜੇ ਯਥਾਰਥ ਤੋਂ ਕੋਹਾਂ ਦੂਰ ਹੁੰਦੇ ਨੇ? ਤੁਹਾਨੂੰ ਵੀ ਪਤਾ ਹੁੰਦਾ ਕਿ ਫਾਈਨੈਂਸ਼ੀਅਲ ਸਥਿਤੀ ਸਟੇਟ ਦੀ ਕੀ ਹੈ। ਹੁਣ ਤੁਸੀਂ ਵੀ ਚੋਣ ਮਨੋਰਥ ਪੱਤਰ ਲੈ ਕੇ ਆਣਾ, ਹੁਣ ਤੁਸੀਂ ਵੀ ਬੜੇ ਵੱਡੇ ਐਲਾਨ ਕਰ ਰਹੇ ਹੋ। ਤੁਸੀਂ ਚੋਣ ਮਨੋਰਥ ਪੱਤਰ ਤੋਂ ਪਹਿਲਾਂ ਹੀ ਕਹੀ ਜਾਂਦੇ ਹੋ ਕਿ ਬਿਜਲੀ ਦੇ ਰੇਟ ਅਸੀਂ ਅੱਧੇ ਕਰ ਦੇਵਾਂਗੇ। ਮਤਲਬ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਇੱਕ ਪਾਸੇ ਜਿਵੇਂ ਚੰਡੋਕ ਸਾਹਿਬ ਨੇ ਕਿਹਾ ਕਿ ਸੂਬਾ ਤਾਂ ਡੁੱਬਦਾ ਜਾ ਰਿਹਾ ਕਰਜ਼ੇ ਦੇ ਵਿੱਚ, ਉਸ ਤੋਂ ਬਾਅਦ ਤੁਸੀਂ ਇਹ ਦਾਅਵਾ ਕਰੋ ਕਿ ਤੁਸੀਂ ਬਿਜਲੀ ਦੇ ਰੇਟ ਅੱਧੇ ਕਰ ਦੇਵਾਂਗੇ, ਫਿਰ ਇਹ ਕਿਵੇਂ ਜਸਟੀਫਾਈ ਹੋਏਗਾ? ਦੇਖੋ ਗੱਲ ਇਹ ਹੈ ਕਿ ਇੱਕ ਵਰਡ ਹੁੰਦਾ ਹੈ ਜਿਹਨੂੰ ਨਾ ਇਹਨਾਂ ਨੇ ਯੂਜ਼ ਕੀਤਾ ਨਾ ਅਪਲਾਈ ਕੀਤਾ, ਰੈਵਨਿਊ ਜਨਰੇਸ਼ਨ। ਇਹਨਾਂ ਦੇ ਪੁਰਾਣੇ ਤੁਸੀਂ ਐਕਸਾਈਜ਼ ਦੇ ਅੰਕੜੇ ਦੇਖ ਲਓ ਤੇ 4,000 ਕਰੋੜ ਦੇ ਕਰੀਬ ਇਹਨਾਂ ਦੀ ਉਸ ਵੇਲੇ ਐਕਸਾਈਜ਼ ਦੀ ਇਨਕਮ ਸੀ, ਜਿਹੜੀ ਅਸੀਂ ਜਿਹੜੀ ਆ 12-13,000 ਤੋਂ, ਹੁਣ ਜ਼ਬਾਨੀ ਮੈਨੂੰ ਪੂਰੀ ਫਿਗਰ ਯਾਦ ਨਹੀਂ, ਇਸ ਤੋਂ ਇੰਨੇ ਹਜ਼ਾਰ ਕਰੋੜ ਤੋਂ ਉੱਤੇ ਲੈ ਗਏ ਸੀਗੇ। ਹੁਣ ਅਸੀਂ ਇਹ ਤਾਂ ਨਹੀਂ ਨਾ ਕਰਨਾ ਕਿ ਸਾਰੀ ਜਿਹੜੀ ਸ਼ਰਾਬ ਹੈ, ਜਿਵੇਂ ਇਹਨਾਂ ਨੇ ਕਾਂਗਰਸ ਦੇ ਲੀਡਰਾਂ ਨੂੰ ਲੁੱਟਣ ਦੇ ਲਾਇਸੈਂਸ ਦਿੱਤੇ ਹੋਏ ਆ ਕਿ ਨਾਈਟ ਕਰਫਿਊ ਲਾ ਦਿਓ ਤੇ ਡਿਸਟਿਲਰੀਆਂ ਦੇ ਵਿੱਚੋਂ ਸ਼ਰਾਬ ਕੱਢ ਕੇ ਸਾਰੀ ਜਿਹੜੀ ਹੈ ਸਿੱਧੀ ਹੋਮ ਡਿਲੀਵਰੀ ਉਹ ਕਾਂਗਰਸ ਦੇ ਲੀਡਰ ਕਰਾਈ ਜਾਣ। ਜੇ ਉਹ ਪੈਸਾ ਖਜ਼ਾਨੇ 'ਚ ਆਵੇ ਤੇ ਇਹ ਚੀਜ਼ਾਂ ਹੋ ਸਕਦੀਆਂ। ਉਹ ਪੈਸਾ ਨਹੀਂ ਆਇਆ, ਰੇਤਾ ਦੀ ਤੁਸੀਂ ਸਾਰੇ ਸੂਬੇ ਦੇ ਵਿੱਚ ਲੁੱਟ ਦੀ ਖੁੱਲ੍ਹ ਦਿੱਤੀ ਹੋਈ ਆ। ਜੇ ਤੁਹਾਡੀ ਕੈਬਨਿਟ ਦੇ ਵਿੱਚ ਰੌਲਾ ਪਿਆ ਸੀ 5600 ਕਰੋੜ ਦੇ ਰੈਵਨਿਊ ਲਾਸ ਦਾ, ਤੇ ਤੁਸੀਂ ਚੀਫ ਸੈਕਟਰੀ ਤਾਂ ਬਦਲ ਦਿੱਤਾ ਔਰ ਬਦਲ ਕੇ ਉਹਨੂੰ ਸਜ਼ਾ ਨਹੀਂ ਦਿੱਤੀ, ਫਿਰ ਉਹਨੂੰ ਚੇਅਰਮੈਨ ਲਾਤਾ। ਜੇ ਉਹਦਾ ਕੋਈ ਗੱਲ 'ਚ ਨੁਕਸ ਸੀ ਫਿਰ ਤੁਸੀਂ ਉੱਤੇ ਐਕਸ਼ਨ ਲੈਂਦੇ। ਤੁਸੀਂ ਉਹਦੀ ਐਲੀਗੇਸ਼ਨ ਲਾ ਕੇ ਤੇ ਉਹਨੂੰ ਜਿਹੜਾ ਕਾਰਨਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਨ ਰਿਐਲਿਟੀ ਤੁਸੀਂ ਉਹਨੂੰ ਐਡਜਸਟ ਕਰਕੇ ਬਤੌਰ ਚੇਅਰਮੈਨ ਵਾਟਰ ਅਥਾਰਟੀ ਤੇ ਕਹਿਣਾ ਛਡਾਇਆ। ਤੇ ਜੇ ਤੁਸੀਂ ਇਸ ਤਰੀਕੇ ਰੈਵਨਿਊ ਦੇ ਸੋਰਸਸ ਦੇ ਉੱਤੇ ਇੰਨੀ ਗੰਭੀਰਤਾ ਦਿਖਾਓਗੇ ਕਿ ਸਕੈਂਡਲਾਂ ਦੇ ਉੱਤੇ ਤੁਸੀਂ ਪੜਦੇ ਪਾਓਗੇ, ਜੇ ਤੁਹਾਡੇ ਜਿਹੜਾ ਹੈਗਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਐਡੀਸ਼ਨਲ ਚੀਫ ਸੈਕਟਰੀ ਨੇ ਕੱਢ ਦਿੱਤਾ ਕਿ 64 ਕਰੋੜ ਰੁਪਏ ਦੀ ਗਲਤ ਪੇਮੈਂਟ ਹੋਈ ਹੈ, ਤੁਸੀਂ ਉਹ ਰਿਕਵਰ ਕਰਨ ਦੀ ਬਜਾਏ ਜਿਹੜੀ ਹੈਗੀ ਆ ਉਲਟਾ ਅਫਸਰ ਨੂੰ ਬਦਲ ਦਿੰਦੇ ਹੋ, ਤੇ ਫਿਰ ਦੱਸੋ ਵੀ ਇਹ ਕੰਮ ਅਸੀਂ ਨਹੀਂ ਨਾ ਕਰਦੇ। ਟਾਰਗੇਟ ਵੀ ਪੂਰੇ ਨਹੀਂ ਹੋਏ, ਐਕਸਾਈਜ਼ ਦਾ ਟਾਰਗੇਟ ਨਹੀਂ ਪੂਰਾ ਹੋਇਆ, ਉਹ ਆਂਕੜੇ ਬੜੇ ਹੈਰਾਨ ਕਰਨ ਵਾਲੇ। ਹੋ ਹੀ ਨਹੀਂ ਸਕਦਾ। ਠੇਕੇ ਵਾਲੇ ਕਿੰਨੇ ਪਾਸੇ ਪੈਸੇ ਦੇਣਗੇ? ਜਾਂ ਉਹ ਖਜ਼ਾਨੇ ਨੂੰ ਦੇਣ ਤੇ ਜਾਂ ਉਹ ਕਾਂਗਰਸ ਦੇ ਖਜ਼ਾਨੇ 'ਚ ਦੇਣ। ਪਰ ਚੀਮਾ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਲਈ ਮੁਸ਼ਕਲਾਂ ਥੋੜੀਆਂ ਸਰਕਾਰ ਨੇ ਵਧਾ ਦਿੱਤੀਆਂ? ਲੋਕ ਲੁਭਾਵਣਾ ਹੀ ਸਹੀ, ਤੁਸੀਂ ਮੈਂ ਕਹਿੰਦਾ ਹੋਣ ਪੂਰੇ ਨਾ ਹੋਣ, ਪਰ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵਾਰ ਤਾਂ ਬੰਦੇ ਨੂੰ ਥੋੜਾ ਜਿਹਾ ਹੁੰਦਾ ਨਾ ਕਿ ਬਜ਼ੁਰਗ ਦੀ ਪੈਨਸ਼ਨ 1500 ਰੁਪਏ ਹੋਊਗੀ, ਔਰਤਾਂ ਹੁਣ ਮੁਫਤ ਸਫ਼ਰ ਕਰਿਆ ਕਰਨਗੀਆਂ, 6ਵਾਂ ਤਨਖਾਹ ਕਮਿਸ਼ਨ ਲੱਗ ਰਿਹਾ। ਇਹ ਜਿਹੜੇ ਵੱਡੇ ਐਲਾਨ ਨੇ ਇਹ ਵਿਰੋਧੀ ਧਿਰਾਂ ਲਈ ਤਾਂ ਮੁਸ਼ਕਲਾਂ ਖੜੀਆਂ ਕਰਦੇ ਨੇ। ਤੁਸੀਂ ਇਹ ਦੇਖਿਓ ਕਿ ਆ ਜਿਹੜਾ ਐਲਾਨ ਕੀਤਾ ਨਾ ਬੀਬੀਆਂ ਦਾ,
ਉਹਨਾਂ ਨੂੰ ਵਿਚਾਰਿਆਂ ਨੂੰ ਇਹ ਤਾਂ ਦੱਸਿਆ ਨਹੀਂ ਵੀ ਹਾਲੇ ਜੁਲਾਈ ਤੋਂ ਬਾਅਦ ਚਿੱਠੀ ਜਾਣੀ ਹੁਣੇ ਇਹ ਲੜਾਈ ਕੱਲ੍ਹ ਹੋਣੀ। ਸਾਰੇ ਕੰਡਕਟਰਾਂ ਦੇ ਨਾਲ ਬੀਬੀਆਂ ਉੱਥੇ ਲੜਿਆ ਕਰਨਗੀਆਂ ਬੱਸਾਂ ਦੇ ਵਿੱਚ। ਦੂਜੀ ਗੱਲ ਹੈ ਕਿ ਦੇਖੋ ਕੋਈ ਚੀਜ਼ ਸੋਚਣ ਲੱਗਿਆ ਕਰਨ ਲੱਗਿਆ ਉਹਨੂੰ ਗੰਭੀਰਤਾ ਨਾਲ ਸੋਚੋ। ਤੁਸੀਂ ਬੀਬੀਆਂ ਦਾ ਮਾਫ ਕਰੋ, ਅਸੀਂ ਹੱਕ ਦੇ ਵਿੱਚ ਆ, ਪਰ ਤੁਸੀਂ ਸਾਰਿਆਂ 'ਚ ਕਰੋ। ਹੁਣ ਬੀਬੀ ਨੂੰ ਕੀ ਪਤਾ ਚੜ੍ਹ ਲੱਗਿਆ ਵੀ ਇਹ ਪ੍ਰਾਈਵੇਟ ਬੱਸ ਹੈ ਕਿ ਰੋਡਵੇਜ਼ ਦੀ ਬੱਸ ਹੈ, ਫਿਰ ਉਹ ਰਾਹ ਜਾ ਕੇ ਅੱਗੇ ਲਾ ਦਿਆ ਕਰਨਗੇ ਕਿ ਬੀਬੀ ਉਹ ਕੈਪਟਨ ਵਾਲੀ ਬੱਸ ਦੂਜੀ ਹੈ ਪਿੱਛੇ, ਸਾਰਾ ਦਿਨ ਉਹਦੀ ਇੰਤਜ਼ਾਰ ਕਰਦੀ ਰਹਾ। ਔਰ ਦੂਜੀ ਗੱਲ ਹੈ ਕਿ ਦੋ ਬੱਸਾਂ ਜਾਂਦੀਆਂ ਇੱਕ ਸਟੇਸ਼ਨ ਤੋਂ, ਹਾਂਜੀ ਇੱਕ ਜਾਂਦੀ ਪ੍ਰਾਈਵੇਟ ਜਿਹੜੀ ਤੁਹਾਨੂੰ ਟੈਕਸ ਦਿੰਦੀ ਹੈ, ਇੱਕ ਸਰਕਾਰੀ ਜਾਂਦੀ ਹੈ। ਹੁਣ ਪ੍ਰਾਈਵੇਟ ਪਹਿਲਾਂ ਵੀ ਜਾਣੀ ਹੋਊਗੀ, ਅਗਲੇ ਨੂੰ ਪਤਾ ਕਿ ਇਹ 'ਚ ਕਿਰਾਇਆ ਲੱਗਣਾ, ਮੈਂ ਦੂਜੀ ਚੜਾਂਗਾ, ਤੇ ਫਿਰ ਤੁਸੀਂ ਪ੍ਰਾਈਵੇਟ ਸੈਕਟਰ ਫੇਲ ਕਰ ਲਓਗੇ। ਤੁਸੀਂ ਸਾਰਿਆਂ ਦਾ ਮਾਫ ਕਰੋ ਨਾ, ਫਿਰ ਉਹਨਾਂ ਨੂੰ ਪ੍ਰਾਈਵੇਟ ਨੂੰ ਤੁਸੀਂ ਕੰਪਨਸੇਟ ਕਰੋ। ਸਰਕਾਰੀ ਦਾ ਹਾਲ ਆਲਰੇਡੀ ਅਸੀਂ ਦੇਖ ਤੁਸੀਂ ਚੁੱਕੇ ਜੇ ਹਾਂ ਕੀ ਹੋ ਬੀਬੀਆਂ ਰਿਹਾ। ਦਾ ਮਾਫ ਕਰਨਾ ਹੈ, ਸਰਕਾਰੀ ਦਾ ਇੱਕ ਤਾਂ ਹਾਲ ਕੀ ਹੈ, ਫਿਰ ਤੁਸੀਂ ਸਾਰਿਆਂ ਦਾ ਮਾਫ ਕਰੋ। ਇੱਕ ਤਾਂ ਉਹਨਾਂ ਦੀ ਰਸਤਿਆਂ 'ਚ ਝਗੜੇ ਨਾ ਹੋਣ, ਪ੍ਰਾਈਵੇਟ ਵਾਲੇ ਨੂੰ ਵੀ ਕਹੋ ਕਿ ਉਹਨੂੰ ਭਰਨਾ ਪਏਗਾ, ਸਰਕਾਰ ਕੰਪਨਸੇਟ ਕਰੇ। ਫਿਰ ਤੁਸੀਂ ਇਹ ਡਰਾਮੇ ਕਿਉਂ ਕਰਦੇ ਹੋ ਕਿ ਤੁਸੀਂ ਰੋਡਵੇਜ਼ ਤਾਂ ਮਾਫ ਕਰ ਦਿੱਤਾ ਤੇ ਲੜਾਈ ਕਰਾਓਗੇ ਹਰ ਰੋਜ਼ ਬੱਸਾਂ ਵਾਲਿਆਂ ਦੀ ਤੇ ਬੀਬੀਆਂ ਦੀ? ਇਹ ਕਿੰਨਾ ਕੁ ਵਾਜਬ ਹੈ? ਹੋਣੀ ਦਿਖਾਓ ਫਿਰ। ਚਲੋ ਬਜ਼ੁਰਗਾਂ ਨੂੰ ਤਾਂ ਤਸੱਲੀ ਥੋੜੀ ਉਹਨਾਂ ਨੂੰ ਹੋਊਗੀ ਇੱਜ਼ਤ ਨਾਲ ਸਫ਼ਰ ਤਾਂ ਕਰਨ ਦਿਓ ਨਾ। 1500 ਰੁਪਈਆ ਹੁਣ ਪੈਨਸ਼ਨ ਇੱਕ ਬਜ਼ੁਰਗ ਨੂੰ ਮਿਲੇਗੀ। ਬੜੇ ਹਾਸੋਹੀਣੇ ਮਾਹੌਲ ਦੇ ਵਿੱਚੋਂ ਨਹੀਂ, ਕਾਂਗਰਸ ਦੇ ਮਿਲੇਗੀ ਆਗੂ ਨਹੀਂ, ਕਹਿੰਦੇ ਨੇ ਕਿ ਮਿਲੇਗੀ ਨਹੀਂ। ਘੱਟੋ ਘੱਟ ਬਜ਼ੁਰਗਾਂ ਦੀ ਇੱਜ਼ਤ ਹੋਣ ਲੱਗ ਜਾਏਗੀ ਘਰਾਂ ਦੇ ਵਿੱਚ। ਮਿਲੇਗੀ ਨਹੀਂ। ਸਾਰੇ ਸਰਪੰਚਾਂ ਦੇ ਉੱਤੇ ਜਾ ਕੇ ਬਜ਼ੁਰਗਾਂ ਨੇ ਲੜਨਾ ਵੀ ਪੈਸੇ ਤੂੰ ਖਾ ਗਿਆ। ਉਹਨੇ ਕਹਿਣਾ ਬਾਪੂ ਹਾਲੇ ਇੰਨੀ ਆਈ, ਹਾਲੇ ਪਿੱਛੋਂ ਨਹੀਂ ਆਈ। ਉਹਨੇ ਕਹਿਣਾ ਨਹੀਂ ਅਖਬਾਰ 'ਚ ਆ ਗਿਆ ਸੀ ਵੀ ਪੈਨਸ਼ਨ 1500 ਹੋ ਗਈ ਆ। ਇਸ ਕਰਕੇ ਉੱਥੇ ਫਿਰ ਇਹੀ ਹਾਲ ਹੋਣਾ। ਇਹ ਲਕੂਨੇ ਰੱਖੇ ਕਿਉਂ ਜਾਂਦੇ ਨੇ ਵੈਸੇ? ਇਹ ਮੈਂ ਕਹਿੰਦਾ ਬੇਈਮਾਨੀ ਹੈ। ਦੇਖੋ ਤੁਸੀਂ ਪਹਿਲਾਂ 4 ਸਾਲ ਨਹੀਂ ਦਿੱਤੇ, ਜਿਹੜੀ ਚੀਜ਼ ਤੁਹਾਨੂੰ 2017 ਦੇ ਵਿੱਚ ਦੇਣੀ ਚਾਹੀਦੀ ਸੀ ਉਹਨੂੰ ਤੁਸੀਂ ਹੌਲੀ ਹੌਲੀ ਕਰਦੇ ਕਰਦੇ ਫਾਈਨੈਂਸ਼ੀਅਲ ਦਾ ਬਹਾਨਾ ਮਾਰਦੇ 2021 ਚ ਲਾਏ। ਹੁਣ ਇਲੈਕਸ਼ਨ ਸਿਰ ਤੇ ਆ ਗਈ ਤੇ ਹਾਲੇ ਵੀ ਤੁਸੀਂ ਇਹ ਵੀ ਜਿੰਨੇ ਮਹੀਨੇ ਕੱਢ ਸਕਦੇ ਹੋ ਕੱਢ ਦਿਓ। ਜਦੋਂ ਕੋਡ ਆਫ ਕੰਡਕਟ ਲੱਗਣਾ ਹੋਊਗਾ 1 ਮਹੀਨੇ ਦੀ ਪਾ ਦੇਣਗੇ ਤੇ ਅਗਲੀ ਸਰਕਾਰ ਫਿਰ ਆ ਕੇ ਦਊਗੀ। ਠੀਕ ਹੈ। ਚੰਡੂਕ ਸਾਹਿਬ, ਨੌਕਰੀਆਂ ਦੀ ਗੱਲ ਜਿਹੜੀ ਅਕਸਰ ਹੀ ਆਪਾਂ ਚਰਚਾ ਕਰਦੇ ਹੁੰਦੇ ਆ ਕਿ ਇਹ ਕਿਵੇਂ ਹੋਊਗਾ, ਪੰਜਾਬ ਖਾਲੀ ਹੁੰਦਾ ਜਾ ਰਿਹਾ। ਸਰਕਾਰ ਹਲੇ ਵੀ ਇਹ ਦਾਅਵਾ ਕਰਦੀ ਹੈ ਕਿ ਅਸੀਂ ਨੌਕਰੀਆਂ ਜਨਰੇਟ ਕੀਤੀਆਂ। ਉਹਨਾਂ ਨੇ ਆਪਣੇ ਬਜਟ ਦੇ ਵਿੱਚ ਵੀ ਇਹ ਕਿਹਾ ਕਿ ਆ ਇੰਨੇ ਲੱਖ ਨੌਕਰੀ ਅਸੀਂ ਦਿੱਤੀ ਹੈ। ਹਾਲਾਂਕਿ ਦਾਅਵਾ ਉਹਨਾਂ ਦਾ ਕੁਝ ਹੋਰ ਸੀਗਾ। ਪਹਿਲਾਂ ਘਰ ਘਰ ਨੌਕਰੀ ਦਾ ਦਾਅਵਾ ਸੀਗਾ, ਫਿਰ ਬਦਲ ਕੇ ਘਰ ਘਰ ਰੋਜ਼ਗਾਰ ਦਾ ਹੋ ਗਿਆ ਕਿ ਰੋਜ਼ਗਾਰ ਅਸੀਂ ਦਿਵਾ ਰਹੇ ਹਾਂ। ਔਰ ਦੂਜੇ ਪਾਸੇ ਕੀ ਇਹ ਪੋਸੀਬਲ ਸੀਗਾ ਕਿ ਜਿਹੜਾ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਬੇਰੁਜ਼ਗਾਰੀ ਭੱਤਾ 2500 ਰੁਪਏ ਹਰੇਕ ਬੰਦੇ ਨੂੰ ਦਿੱਤਾ ਜਾਏਗਾ, 5 ਸਾਲਾਂ ਬਾਅਦ ਵੀ ਉਹ ਇੰਪਲੀਮੈਂਟ ਨਹੀਂ ਹੋ ਸਕਿਆ। ਇਸ ਬਜਟ ਦੇ ਵਿੱਚ ਵੀ ਇੱਕ ਸਿੰਗਲ ਰੁਪਈਆ ਵੀ ਨਹੀਂ ਰੱਖਿਆ ਗਿਆ। ਇਹ ਤੁਹਾਨੂੰ ਲੱਗਦਾ ਕਿ ਇਹ ਤਾਂ ਬੇਮਾਨੀ ਸੀਗੇ, ਇਹ ਪਹਿਲਾਂ ਹੀ ਮੰਨ ਕੇ ਚੱਲੋ ਕਿ ਇਹ ਹੋਣਾ ਹੀ ਨਹੀਂ ਸੀਗਾ? ਜੀ ਬਿਲਕੁਲ ਠੀਕ ਗੱਲ ਤੁਸੀਂ ਕਹੀ। ਹੁਣ ਅਸੀਂ ਰੈਵਨਿਊ ਜਨਰੇਸ਼ਨ ਦੀ ਗੱਲ ਕਰ ਰਹੇ ਸੀ, ਜਿਹੜੀ ਤੁਹਾਡੀ ਇੰਟਰੈਕਸ਼ਨ ਹੋ ਰਹੀ ਸੀ ਸਰ ਦੇ ਨਾਲ। ਇੱਕ ਇੰਟਰਸਟਿੰਗ ਗੱਲ ਹੈ ਜੀ, ਪੰਜਾਬ ਦੇ ਵਿੱਚ ਚੰਡੀਗੜ੍ਹ ਜਿਹੜਾ ਸੂਬਾ ਯੂਨੀਅਨ ਟੈਰੀਟਰੀ ਹੈਗਾ, ਇੱਕ ਵਾਰ ਹਰਪ੍ਰੀਤ ਜੀ ਤੁਸੀਂ ਆਪਣੀ ਮੈਮਰੀ ਚ ਦੱਸ ਦਿਓ ਜਦ ਲਿਕਰ ਪੰਜਾਬ ਦੀ ਚੰਡੀਗੜ੍ਹ ਨਾਲੋਂ ਸਸਤੀ ਹੋਏ ਔਰ ਕਦੀ ਪੈਟਰੋਲ ਡੀਜ਼ਲ ਪੰਜਾਬ, ਇਹਦਾ ਤਾਂ ਰੈਵਨਿਊ ਜਨਰੇਸ਼ਨ ਵੀ ਹੋ ਰਿਹਾ ਜੀ। ਬੜੀ ਇੰਟਰਸਟਿੰਗ ਗੱਲ ਹੈ ਜੀ ਰੈਵਨਿਊ। ਔਰ ਇੱਕ ਗੱਲ ਹੋਰ ਹੈ ਹਰਪ੍ਰੀਤ ਜੀ, ਜੇ ਚੰਡੀਗੜ੍ਹ ਦੇ ਵਿੱਚ ਲੈਟਸ ਸੇ 86 ਰੁਪਏ ਦਾ ਪੈਟਰੋਲ ਹੈ ਜੀ ਤੇ ਪੰਜਾਬ 'ਚ 87 ਨਹੀਂ ਹੋਏਗਾ। ਹਰਿਆਣਾ ਸਗੋਂ ਪੰਚਕੂਲਾ 'ਚ ਹੋ ਜਾਂਦਾ, ਮੈਂ ਦੇਖਿਆ। ਇੱਥੇ 95 ਹੋਏਗਾ ਜੀ। 4-5 ਰੁਪਏ ਦਾ ਫਰਕ ਰਹਿੰਦਾ ਹੀ ਰਹਿੰਦਾ। ਇਹ ਇਹੋ ਜੀ ਕਲੈਕਸ਼ਨ ਹੈ ਜਿਹਦੀ ਪਿਲਫਰੇਜ ਉੱਤੇ ਤੱਕ ਤਾਂ ਜ਼ਰੂਰ ਜਾਏਗੀ, ਉਹਦੇ ਬਾਅਦ ਕਿੱਥੇ ਜਾਏਗੀ ਮੈਂ ਨਹੀਂ ਕਹਿ ਸਕਦਾ। ਤਾਂ ਹੀ ਸੈਂਟਰਲ ਗਵਰਨਮੈਂਟ ਵੀ 100 ਦੇ ਨੇੜੇ ਤੇੜੇ ਪਹੁੰਚ ਗਈ, ਜਿਹਦੇ ਸਟੇਟ ਵੀ ਰਿਸਪੌਂਸਿਬਲ। ਇਹ ਤਾਂ ਲਿਕਰ ਦਾ ਪੈਸਾ ਇਕੱਠਾ ਹੋ ਰਿਹਾ, ਸਰਕਾਰ ਕੋਲ ਜਾ ਰਿਹਾ, ਐਂਡ ਫਿਊਲ ਦਾ ਪੈਸਾ ਇਕੱਠਾ ਹੋ ਰਿਹਾ, ਜਾ ਰਿਹਾ। ਔਰ ਇਹ ਹਰਪ੍ਰੀਤ ਜੀ GST ਦੇ ਪਰਵਿਊ 'ਚ ਹਲੇ ਵੀ ਨਹੀਂ ਹੈ। ਇਹਦਾ ਮਤਲਬ ਸਟੇਟ ਗਵਰਨਮੈਂਟ ਚਾਹੁੰਦੀਆਂ ਵੀ ਨਹੀਂ। ਫਿਲਹਾਲ ਤਾਂ ਮੈਨੂੰ ਲੱਗਦਾ BJP ਦੀ ਸਰਕਾਰਾਂ ਵੀ ਇਹ ਚੀਜ਼ ਨਹੀਂ ਚਾਹੁੰਦੀ, ਕਿਉਂਕਿ ਉਹ ਫੈਡਰਲ ਸੈਕਟਰ ਵਾਲਾ, ਚਲੋ ਉਹ GST ਕਾਉਂਸਲ ਹੀ ਵੱਖਰੀ ਹੈ। ਪਰ ਮੇਰਾ ਪੁਆਇੰਟ ਹੈ ਕਿ ਇਹਦਾ ਮਤਲਬ ਯੈਸ ਰੈਵਨਿਊ ਜਨਰੇਸ਼ਨ ਘੱਟ ਹੋ ਰਿਹਾ। ਜਿਵੇਂ ਲਾਸਟ ਟਾਈਮ ਵੀ ਆਪਾਂ ਕਹੇ ਸੀ ਕਿ GST ਮੰਨਿਆ ਕਿ ਜੇ ਅੱਜ 18% ਜਾਂ 9% ਸਟੇਟ ਨੂੰ ਜਾਂਦਾ, ਪਰ ਜੇ ਉਹਨੂੰ ਇੰਪਲੀਮੈਂਟ ਹੀ ਨਹੀਂ ਹੋਏਗਾ ਤਾਂ ਫਿਰ ਤੁਹਾਡਾ ਸ਼ੇਅਰ ਵੀ ਨਹੀਂ ਮਿਲੇਗਾ। ਹੁਣ ਜਿਹੜੀ ਤੁਸੀਂ ਗੱਲ ਕਹੀ ਇੰਪਲੋਇਮੈਂਟ ਜਨਰੇਸ਼ਨ ਦੀ, ਸਰ ਇੰਪਲੋਇਮੈਂਟ ਜਨਰੇਸ਼ਨ ਪੰਜਾਬ 'ਚ ਤਾਂ ਤਦ ਹੋਏਗੀ ਜਦ ਇੰਡਸਟਰੀ ਆਏਗੀ। ਐਜ਼ ਆਈ ਸੈਡ ਕਿ ਸਰਕਾਰ ਇਹ ਕਹਿੰਦੀ ਕਿ 49,000 ਅਸੀਂ ਜੌਬਸ ਕ੍ਰੀਏਟ ਕਰ ਦਾਂਗੇ, ਕਿੱਥੋਂ ਹੋਏਗੀ ਕ੍ਰੀਏਟ? ਉਹ 6 ਪੇ ਕਮਿਸ਼ਨ ਦੇਣਗੇ ਜਾਂ ਦਲਜੀਤ ਜੀ ਜਿਵੇਂ ਪੋਲਿਟਿਕਸ ਹੰਡੇ ਹੋਏ ਨੇ, ਉਹ ਕਹਿੰਦੇ ਕਿ ਜੀ ਗਰਾਊਂਡ ਰਿਐਲਿਟੀ ਤਾਂ ਇਹ ਹੈ ਕਿ ਪ੍ਰੈਕਟੀਕਲੀ 1 ਜਾਂ 2 ਦੇਣਗੇ, ਇਹਦੇ ਵਿੱਚ ਕੋਡ ਆਫ ਕੰਡਕਟ ਆ ਜਾਏਗਾ। ਉਹ ਆਪਣੀ ਜਿਹੜਾ ਉਹਨਾਂ ਦਾ ਫਾਇਦਾ ਚੱਕਣਾ ਦਿਖਾਉਣ ਲਈ ਅਸੀਂ ਕਰ ਦਿੱਤਾ ਉਹਦੇ ਹੀ ਢੋਲ ਵੱਜਣਗੇ। ਰਿਐਲਿਟੀ ਤਾਂ ਕੁਝ ਹੋਏਗੀ ਨਹੀਂ। ਏਰੀਅਰਸ ਦੀ ਸਰਕਾਰ ਨੇ ਗੱਲ ਹੀ ਨਹੀਂ ਕੀਤੀ, ਜਿਹੜਾ ਕਿ ਸਰਕਾਰੀ ਮੁਲਾਜ਼ਮ ਐਕਸਪੈਕਟ ਕਰਦਾ। ਤੇ ਜੌਬ ਕ੍ਰੀਏਸ਼ਨ ਤਦ ਹੋਏਗੀ ਹਰਪ੍ਰੀਤ ਜੀ ਜਦ ਇੰਡਸਟਰੀ ਆਏਗੀ, ਹੋਰ ਕੋਈ ਤਰੀਕਾ ਨਹੀਂ ਹੈ। ਇਹ ਸੈਂਟਰਲ ਗਵਰਨਮੈਂਟ ਵੀ ਮੰਨ ਚੁੱਕੀ ਹੈ। ਔਰ ਜਿਹੜੀਆਂ ਸਟੇਟ ਗਵਰਨਮੈਂਟ, ਜਿਵੇਂ ਮੈਂ ਹਮੇਸ਼ਾ ਤੁਹਾਨੂੰ ਐਗਜ਼ਾਮਪਲ ਆਂਧਰਾ ਪ੍ਰਦੇਸ਼, ਤੇਲੰਗਾਨਾ ਦਾ ਦਿੰਦਾ, ਇਹ ਇੰਨੀਆਂ ਨਵੀਆਂ ਸਟੇਟਸ ਹੈਗੀਆਂ, ਇਹਨਾਂ ਦੇ ਕੋਲ ਜੋ ਵੀ ਪੈਸਾ ਹੈ। ਔਰ ਇੱਕ ਗੱਲ ਹੋਰ, TRS ਦੀ ਸਰਕਾਰ ਨਾਲ ਨਹੀਂ ਬਣਦੀ।
ਹਾਂ ਇਹਦਾ ਮਤਲਬ ਉਹ ਫਿਰ ਤਾਂ ਵੀ ਵੀ ਰੈਵਨਿਊ ਕਰ ਰਹੇ ਕਰ ਰਹੀ ਹੈ ਨਾ generate ਜੀ, ਕਰ ਰਹੇ ਹਨ। ਔਰ ਉਹ ਸਟੇਟ ਨੂੰ ਪ੍ਰੋਗਰੈਸ ਕਰਾ ਰਹੀ ਹੈ। ਤੇ ਪੰਜਾਬ ਤਾਂ ਉਹਦੇ ਨਾਲ ਛੋਟਾ ਸੂਬਾ ਹੈਗਾ, ਅੱਛਾ, ਪੋਪੂਲੇਸ਼ਨ ਵੀ ਘੱਟ ਹੈ। ਚੰਡੋਕ ਸਾਹਿਬ ਇੱਕ ਗੱਲ ਹੋਰ ਦੱਸਿਓ, ਤੁਸੀਂ ਪੈਟਰੋਲ ਡੀਜ਼ਲ ਤੇ ਕੀ, ਮੈਨੂੰ ਗੱਲ ਯਾਦ ਆ ਗਈ, ਬੜੇ ਲੋਕਾਂ ਨੂੰ ਇਸ ਵਾਰ ਉਮੀਦ ਸੀ ਕਿ ਇਹ ਲੋਕ ਲੁਭਾਵਣਾ ਬਜਟ ਹੋ ਸਕਦਾ, ਤਾਂ ਸ਼ਾਇਦ ਇਸ ਬਜਟ ਦੇ ਵਿੱਚ ਜਾਂ ਕੈਬਨਿਟ ਦੇ ਵਿੱਚ ਡਿਸਾਈਡ ਕਰ ਲਿਆ ਜਾਵੇ ਕਿ ਵੈਟ ਅਸੀਂ ਘਟਾ ਦਾਂਗੇ, ਅਸੀਂ ਬਿਜਲੀ ਦੇ ਰੇਟ ਥੋੜੇ ਘਟਾ ਦਾਂਗੇ। ਤੁਹਾਨੂੰ ਲੱਗਦਾ ਕਿ ਜੇਕਰ ਉਹ ਕੀਤਾ ਜਾਂਦਾ ਤਾਂ ਆਮ ਲੋਕਾਂ ਨੂੰ ਕੋਈ ਰਾਹਤ ਮਿਲ ਪਾਉਂਦੀ? ਸਰ ਇਹ ਹੋ ਨਹੀਂ ਸਕਦਾ, ਨਾ ਸਰਕਾਰ ਬੋਲ ਸਕਦੀ ਹੈ, ਪਹਿਲੇ ਹੀ ਇੰਨਾ ਵੱਡਾ ਡੈਫਿਸਿਟ ਹੈ, ਉੱਥੋਂ ਤੁਸੀਂ ਇਹ ਛੋਟੀ ਜਿਹੜੀਆਂ ਸਕੀਮਾਂ ਲਾ ਰਹੇ ਹੋ, ਜੇ ਕੱਲ ਕਿਸੇ ਤੋਂ ਉਹ ਦੇਖੋ ਜੀ, ਸਰਕਾਰ ਨੇ ਪੈਸਾ ਹੀ ਲੈਣਾ ਹੈ ਜੀ, ਉਹ ਕਿੱਥੋਂ ਲੇਗੀ? ਸੈਂਟਰਲ ਗਵਰਨਮੈਂਟ ਤੋਂ ਹੀ ਲੈਂਦੀ ਹੈ ਨਾ ਜੀ ਫੰਡਸ, ਰਾਈਟ ਜੀ। ਫਿਰ ਫਾਈਨੈਂਸ ਕਮਿਸ਼ਨ ਨੂੰ ਰਿਕੁਐਸਟ ਕਰੇਗੀ ਕਿ ਸਾਨੂੰ ਪੈਸਾ ਰਿਲੀਜ਼ ਕਰੋ। ਪੁਆਇੰਟ ਹੈ ਜੀ, ਉਹ ਕਹਿਣਗੇ ਜੀ ਇਹ ਤੁਹਾਡੇ ਸਾਥੇ ਸੋਸ਼ਲ ਵੈਲਫੇਅਰ, ਸਾਡੇ ਕੋਲ ਪੈਸਾ ਹੈ ਨਹੀਂ। ਹੁਣ ਇਹ ਜੇ ਉਹਨਾਂ ਨੂੰ ਦੇਖੋ ਜੀ, ਇਹ ਤਾਂ ਜਿਵੇਂ ਕਹਿੰਦੇ ਨਾ ਆਪਾਂ ਕੋਈ ਕਾਗਜ਼ ਪੜ੍ਹਦੇ ਆ ਵੀ ਟਿਕ ਹੋਣਾ ਚਾਹੀਦਾ, ਆ ਵੀ ਟਿਕ ਹੋਣਾ, ਇਹ ਟਿਕ ਹੋ ਗਿਆ। ਹੁਣ ਟਿਕ 'ਚ ਪੈਸਾ ਕਿੰਨਾ ਹੈ ਉਹਦੀ ਗੱਲ ਨਹੀਂ ਕਰਦਾ। 100 ਕਰੋੜ ਆ ਗਿਆ ਜੀ, 4600 ਇੱਥੇ ਆ ਗਏ ਜੀ, 200 ਕਰੋੜ ਇੱਥੇ ਕਰ ਦਿੱਤਾ, ਇੱਕ ਤੁਸੀਂ ਯੂਨੀਵਰਸਿਟੀ ਕ੍ਰੀਏਟ ਕਰਨੀ ਹੈ, ਮਤਲਬ ਇਹ ਤਾਂ ਟਿਕ ਹੈ ਨਾ ਜੀ। 10 20 20 30 40 40 ਕਰੋੜ ਤੁਸੀਂ ਬਹੁਤ ਸਾਰੇ ਟਿਕ ਮਾਰਤੇ, ਔਰ ਉਹਦੇ ਵਿੱਚ ਵੀ ਕਰਨਾ ਕਿਵੇਂ, ਪੈਸਾ ਕਿੱਥੋਂ ਆਏਗਾ, ਪੈਸਾ ਕਿੱਥੋਂ ਆਏਗਾ, ਔਰ ਉਹਦੇ ਵਿੱਚ ਵੀ ਉਹ ਇੰਪਲੀਮੈਂਟ ਹੋਏਗਾ ਨਹੀਂ ਹੋਏਗਾ, ਜੇ ਹੋਏਗਾ ਤੇ ਕਿਸ ਤਰੀਕੇ ਨਾਲ ਹੋਏਗਾ, ਤੇ ਪੈਸਾ ਸਰਕਾਰ ਕੋਲ ਨਹੀਂ ਹੈ ਜੀ। ਇਹ ਐਲਾਨ ਕਰਕੇ ਤੋ ਆਪਣੇ ਪੈਰਾਂ ਤੇ ਕੁਲਾੜੀ ਮਾਰਦੇ ਕਿ ਅਸੀਂ ਵੈਟ ਘਟਾ ਦਾਂਗੇ ਜਾਂ ਜੇ ਸਟੇਟ ਗਵਰਨਮੈਂਟ ਦੀ ਜਿਹੜੀ ਐਕਸਾਈਜ਼ ਪਾਲਿਸੀ ਨੂੰ ਰਿਲੈਕਸ ਕਰ ਦੇਣਗੇ, ਇਹ ਨਹੀਂ ਹੋ ਸਕਦਾ, ਬਿਕੋਜ਼ ਦੈਟ ਇਜ਼ ਦੀ ਓਨਲੀ ਪਿਓਰ ਸੋਰਸ ਆਫ ਮੇਕਿੰਗ ਮਨੀ ਫॉर ਗਵਰਨਮੈਂਟ, ਲਿਕਰ ਐਂਡ ਫਿਊਲ। ਤੇ ਇਹ ਤੇ ਉੱਤੇ ਤਾਂ ਸਰ ਉਹ ਮੈਨੂੰ ਨਹੀਂ ਲੱਗਦਾ ਕੋਈ ਚੇਂਜ। ਹਾਂ ਇਹ ਮੈਂ ਮੰਨ ਸਕਦਾ ਰਪੀਜੀ ਕੋ ਕੱਲ ਉਹ ਵਧਾ ਦੇਣ, ਡਿਸਗਾਈਜ਼ ਤਰੀਕੇ ਨਾਲ ਵੱਧ ਜ਼ਰੂਰ ਸਕਦੀ, ਘਟਣ ਦਾ ਮੈਨੂੰ ਕੋਈ ਵਿਚਾਰ ਮੈਨੂੰ ਨਹੀਂ ਲੱਗਦਾ। ਚੀਮਾ ਸਾਹਿਬ, ਸਰਕਾਰ ਦਾਵਾ ਕਰਦੀ ਕਿ 1 ਲੱਖ ਤੋਂ ਵੱਧ ਨੌਕਰੀਆਂ ਦੇਤੀਆਂ, ਔਰ ਉਸ ਤੋਂ ਵੱਡਾ ਦਾਵਾ ਤਾਂ ਕਰਦੀ 50,000 ਨੌਕਰੀਆਂ ਸਰਕਾਰ ਜਾਂਦੇ ਜਾਂਦੇ ਦੇ ਕੇ ਜਾਏਗੀ, ਮਤਲਬ ਐਡਾ ਵੱਡਾ ਦਾਵਾ ਉਹਨਾਂ ਦਾ। ਪਰ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਅਸੀਂ ਲਗਾਤਾਰ ਡਿਬੇਟਸ ਬੇਰੋਜ਼ਗਾਰੀ ਤੇ ਕਰਦੇ ਰਹਿੰਦੇ ਆ, ਕੋਈ ਮੈਨੂੰ 5% ਵੀ ਲੋਕ ਅਜਿਹੇ ਨਹੀਂ ਮਿਲੇ ਜਿਨ੍ਹਾਂ ਨੇ ਕਿਹਾ ਹੋਵੇ ਕਿ ਸਾਨੂੰ ਨੌਕਰੀ ਮਿਲ ਗਈ ਹੈ। ਦੇਖੋ ਮੈਂ ਕਹਿੰਦਾ ਕਿ ਇੱਕ ਚੈਨਲ ਨੂੰ ਚਾਹੀਦਾ ਹੈ ਕਿ ਸਾਰੀਆਂ ਪੰਚਾਇਤਾਂ ਨੂੰ ਕਵੇ ਕਿ ਸਾਡੇ ਇੱਕ ਪੋਰਟਲ ਬਣਾ ਕੇ ਅਪਲੋਡ ਕਰੋ ਵੀ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ। ਤੁਹਾਨੂੰ ਇੱਕ ਦਿਨ ਦੇ ਵਿੱਚ ਡਾਟਾ ਲੋਕੀ ਦੇ ਦੇਣਗੇ ਵੀ ਜਾਂ ਤੁਸੀਂ ਡਾਇਰੈਕਟ ਨੌਜਵਾਨਾਂ ਨੂੰ ਪੁੱਛ ਲਓ ਵੀ ਕਿੰਨਿਆਂ ਨੂੰ ਮਿਲੀਆਂ। ਇਹ ਕਰ ਬਹੁਤ ਵੱਡਾ ਫਰਾਡ। ਜਿਹੜੀ ਰਿਟਾਇਰਮੈਂਟ ਹੋਈ ਹੈ ਇੰਨੇ ਸਾਲਾਂ ਦੇ ਵਿੱਚ ਇਹਨਾਂ ਨੇ ਉਹ ਵੀ ਪੂਰੀ ਨਹੀਂ ਕੀਤੀ, ਕਿਉਂਕਿ ਇਹਨਾਂ ਨੂੰ ਸੀ ਵੀ ਕਿਸੇ ਤਰੀਕੇ ਤਨਖਾਹਾਂ ਦਾ ਵੀ ਆਪਣਾ ਪੈਸਾ ਜਿਹੜਾ ਉਹ ਘਟਾਓ। ਹੁਣ ਵੀ ਮੈਂ ਇਹਨਾਂ ਨੂੰ ਦਾਅਵੇ ਨਾਲ ਕਿੰਨਾ ਕਿ ਆ ਦੇਖੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 750 ਕਰੋੜ ਇਹਨਾਂ ਨੇ ਲਿਖਿਆ ਪਿਆ, 9000 ਕਰੋੜ ਦਾ ਲਿਖ ਦਿੱਤਾ ਕਿ ਮੁਲਾਜ਼ਮਾਂ ਦਾ ਮੈਂ ਰੱਖ ਦਿੱਤਾ ਪੇ ਕਮਿਸ਼ਨ ਦਾ, 4000 ਕਰੋੜ ਦਾ ਪੈਨਸ਼ਨਾਂ ਦਾ ਕਿਹਾ ਕਿ ਮੈਂ ਰੱਖ ਦਿੱਤਾ, 250 ਕਰੋੜ ਕਿਹਾ ਸ਼ਗਨ ਸਕੀਮ ਦਾ ਰੱਖ ਦਿੱਤਾ, ਆ 5000 ਕਰੋੜ ਤੇ ਕੱਲਾ ਇਹ ਬੰਦਾ, 9000 ਕਰੋੜ ਬੰਦਾ ਮੁਲਾਜ਼ਮਾਂ ਦਾ, 14000 ਕਰੋੜ ਮੈਨੂੰ ਦਿਖਾਓ ਇੱਥੇ ਬਜਟ ਦੇ ਵਿੱਚ। ਇਹ ਦੀ ਸਮਰੀ ਆ ਬਜਟ ਦੀ, ਇਹਦੇ ਚ ਕਿੱਥੋਂ ਦੇ ਦਿਓ ਤੁਸੀਂ, ਇੱਕ ਵਰਗ ਨੂੰ ਦੇਣ ਵਾਸਤੇ ਵੀ ਨਹੀਂ ਹੈ। ਕਿਉਂਕਿ ਬਜਟ ਦੇ ਐਲਾਨ ਤੇ ਬਜਟ ਦੇ ਵਿੱਚ ਪੈਸਾ ਦੋਨੋਂ ਚੀਜ਼ਾਂ ਮੈਚ ਕਰਨੀ ਚਾਹੀਦੀ ਨਾ। ਤੁਸੀਂ ਲਾਈਵ ਟੈਲੀਕਾਸਟ ਕਰਕੇ ਤੇ ਲੋਕਾਂ ਨੂੰ ਤਾਂ ਕਰੀ ਸੌਜਬਾਜ਼ ਦਿਖਾਤੇ ਫਿਰ ਹੋ ਗਿਆ ਜੀ ਸਾਰਾ ਮੈਨੀਫੈਸਟੋ ਸਾਡਾ ਪੂਰਾ। ਜੌਬ ਦੇ ਵਿੱਚ ਨਾ ਇੱਕ ਬੜੀ ਇੰਟਰਸਟਿੰਗ ਚੀਜ਼ ਹੁੰਦੀ ਹੈ, ਇਹਦੇ ਚ ਮੈਂ ਤੁਹਾਨੂੰ ਇੱਕ ਐਨਾਲੋਜੀ, ਇੱਕ ਮਤਲਬ ਪੈਰਲਲ ਐਗਜ਼ਾਮਪਲ ਦੇਣਾ ਚਾਹੁੰਦਾ। ਕਾਲਜ ਦੇ ਵਿੱਚ ਨਾ ਸਪੋਜ਼ 200 ਬੱਚਾ ਪਾਸ ਆਊਟ ਹੋ ਰਿਹਾ, ਭਾਵੇਂ ਇੰਜੀਨੀਅਰਿੰਗ ਦੇ ਵਿੱਚ ਭਾਵੇਂ ਐਮਬੀਏ ਦੇ ਵਿੱਚ, ਜਿਹੜਾ ਪਲੇਸਮੈਂਟ ਅਫਸਰ ਹੁੰਦਾ ਨਾ ਉਹਨੂੰ ਕਿਹਾ ਜਾਂਦਾ ਵੀ 200 ਵਿੱਚੋਂ 180 ਨੂੰ ਆਫਰ ਲੈਟਰ ਦਿਲਾ ਦੇ। ਯਾਰ ਆਫਰ ਲੈਟਰ ਦਿਲਾ ਦੀ, ਜੁਆਇਨ ਕਰਦਾ ਹੈ ਨਹੀਂ ਕਰਦਾ ਕੋਈ ਪਤਾ ਨਹੀਂ। ਹੁਣ ਇਹ ਆਪਣੀ ਸਰਕਾਰ ਦੀ ਮੈਂ ਰਿਐਲਿਟੀ ਤੁਹਾਨੂੰ ਪੇਸ਼ ਕਰਨਾ ਚਾਹੁੰਦਾ। ਉਹ ਕਹਿੰਦੇ ਜੀ ਅਸੀਂ ਆਫਰ ਲੈਟਰ ਤਾਂ ਦੇ ਦਿੱਤੇ, ਕੰਪਨੀ ਕੱਲ ਜਦੋਂ ਬੰਦੇ ਨੂੰ ਕਹਿੰਦੀ ਯਾਰ ਤੁਸੀਂ ਤਾਂ ਬੀਟੈਕ ਹੋ ਚਾਹੇ ਐਮਬੀਏ ਹੋ, ਤੁਸੀਂ ਤਾਂ ਇੰਪਲੋਏਬਲ ਹੀ ਨਹੀਂ ਹੋ, ਔਰ ਉਹ ਬੰਦਾ ਜਿਹੜਾ ਬੀਟੈਕ ਕਰਕੇ ਐਮਬੀਏ ਕਰਕੇ 10,000 ਦੀ ਨੌਕਰੀ ਕਰ ਰਿਹਾ ਔਰ ਕੱਖ ਉਹਨੂੰ 5,000 ਦਾ ਵੀ ਨਹੀਂ ਆਂਦਾ, ਔਰ ਉਹ ਵੀ 4 ਮਹੀਨੇ। ਅੱਛਾ ਇੱਕ ਹੈ ਜੀ ਆਫਰ ਲੈਟਰ ਇਸ਼ੂ ਹੋ ਗਏ, ਰਿਐਲਿਟੀ ਦੇ ਜੌਬ ਨਹੀਂ ਦਿੱਤੀਆਂ ਗਈਆਂ, ਠੀਕ ਹੈ। ਹਾਂ ਜੈਨੂਇਨ ਰੀਜ਼ਨ ਹੋਏ ਬਈ ਬੰਦਾ ਕਾਬਿਲ ਸੀ, ਕਰੋਨਾ ਉਹ ਕਹਿੰਦੇ ਅਸੀਂ ਲੈ ਲਾਂਗੇ, ਪਰ 4 ਮਹੀਨੇ ਬਾਅਦ ਉਹ ਬੋਗਸ। ਉਹਦੇ ਬਾਅਦ ਜਦੋਂ ਬੰਦਾ ਚਲੋ ਜੁਆਇਨ ਕਰ ਵੀ ਗਿਆ, ਕੱਲ ਸਰਕਾਰ ਇਹ ਵੀ ਦਾਵਾ ਠੋਕਦੇ ਨਹੀਂ ਜੀ ਆਪਾਂ ਤਾਂ ਇਹ ਜੁਆਇਨ ਕਰ, ਜੇ 4 ਮਹੀਨੇ ਬਾਅਦ ਕੋਲ ਜੌਬ ਨਹੀਂ ਹੈ ਤਾਂ ਸਾਡੀ ਸਟੈਟਿਸਟਿਕਸ ਦਾ ਵੇਟ ਕੀ ਹੈ ਜੀ? ਜਾਂ ਤਾਂ ਹੋਏ ਕਿ ਵੀ 1 ਸਾਲ 2 ਸਾਲ ਉਹਦੀ ਕੰਸਿਸਟੈਂਸੀ ਤਾਂ ਅਸੀਂ ਟਿਕ ਕਰੀਏ ਹਾਂਜੀ ਆ ਜੌਬ ਇਹਨੂੰ ਮਿਲੀ ਹੈ, ਤੇ ਉਹਦੇ ਬਾਅਦ ਉਹ ਟੇਕ ਆਫ ਕਰ ਲੇਗਾ। ਤੇ ਗਰਾਊਂਡ ਰਿਐਲਿਟੀ ਹੈ ਕਿ ਇਹ ਤਾਂ ਬੜੇ ਸਾਰੇ ਕੇਸ ਸਟੱਡੀਜ਼ ਨਾ ਚੰਡੋਕ ਸਾਹਿਬ ਅਸੀਂ ਚਲਾਈਆਂ ਵੀ ਹੈ। ਗੁੜਗਾਉਂ ਨੋਇਡਾ ਜਾ ਕੇ ਨੌਜਵਾਨਾਂ ਨੂੰ ਬੁਲਾਇਆ ਗਿਆ ਕਿ ਤੁਸੀਂ ਆਓ ਤੁਹਾਨੂੰ ਉੱਥੇ ਜੌਬ ਦੇਵਾਂਗੇ, ਔਰ ਬੜੀ ਹੈਰਾਨਗੀ ਹੋਈ ਕਿ ਜੌਬ ਦੀ ਆਫਰ ਹੋਈ 10,500 ਰੁਪਈਆ ਤੁਹਾਨੂੰ ਦੇਵਾਂਗੇ, ਤੇ ਜਦੋਂ ਮੁੰਡਾ ਕਮਰਾ ਲੈਣ ਗਿਆ ਤੇ 11,000 ਰੁਪਏ ਦਾ ਉਹਨੂੰ ਕਮਰਾ ਮਿਲਿਆ। ਇਹ ਹਾਲਾਤ ਸੀਗੇ ਤੇ ਉਹ ਬੱਚੇ ਰੋ ਰੋ ਕੇ ਵਾਪਸ ਆਏ ਆ ਕਿ ਅਸੀਂ ਜਲਾਲਤ ਹੋ ਕੇ ਉੱਥੋਂ ਵਾਪਸ ਆਏ ਆ ਵੀ ਆਹ ਸਾਡੇ ਨਾਲ ਕੀਤਾ ਗਿਆ। ਇੱਕ ਚੀਮਾ ਸਾਹਿਬ ਹੋਰ ਗੱਲ ਬੜੀ ਇੰਟਰਸਟਿੰਗ ਗੱਲ ਹੈਗੀ ਆ, ਇਹ ਪਾਰਟੀਆਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿ ਜੇ ਉਹਨੇ ਕੋਈ ਝੂਠ ਬੋਲਿਆ ਤਾਂ ਮੈਂ ਉਸ ਤੋਂ ਵੀ ਵੱਡਾ ਝੂਠ ਬੋਲਾਂ। ਆ ਪਿੱਛੇ ਜੇ ਪਿਛਲੀ ਇਲੈਕਸ਼ਨ 'ਚ ਹੋਇਆ ਤਾਂ ਇੰਜ ਹੀ ਨਾ, ਮਤਲਬ ਤੁਸੀਂ ਜੋ ਆਪਣਾ ਮੈਨੀਫੈਸਟੋ ਦਿੱਤਾ ਜਾਂ ਆਮ ਆਦਮੀ ਪਾਰਟੀ ਨੇ ਦਿੱਤਾ ਉਹ
ਛੜੱਪਾ ਮਾਰ ਕੇ ਕਾਂਗਰਸ ਪਾਰਟੀ ਨੇ ਉਸ ਤੋਂ ਵੀ ਵੱਡਾ ਦਾਅਵਾ ਕਰ ਦਿੱਤਾ। ਹੁਣ ਫਿਰ ਉਹੀਓ ਬੰਦਾ ਉਸੇ ਪਾਰਟੀ ਦੇ ਨਾਲ ਹੈ ਜਿਸ ਨੇ ਪਹਿਲਾਂ ਮੈਨੀਫੈਸਟੋ ਬਣਵਾਇਆ ਸੀਗਾ। ਹੁਣ ਇਹ ਤੁਹਾਡੀ ਮਜਬੂਰੀ ਨਹੀਂ ਬਣ ਜਾਏਗੀ ਜੇ ਕੈਪਟਨ ਅਮਰਿੰਦਰ ਸਿੰਘ ਸਾਹਿਬ ਫਿਰ ਦਾਅਵਾ ਕਰਦੇ ਨੇ ਕਿ ਅਸੀਂ ਜੀ ਕਰਜ਼ਾ ਫਿਰ ਮਾਫ ਕਰ ਦਾਂਗੇ, ਪਹਿਲਾਂ ਵੀ ਕੀਤਾ ਹੈ, ਹੋਰ ਕਰ ਦਾਂਗੇ, ਅਸੀਂ ਬਿਜਲੀ ਪੂਰੀ ਉਹ ਮਾਫ ਕਰ ਦਾਂਗੇ, ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਫਿਰ ਤੁਹਾਡੀ ਮਜਬੂਰੀ ਨਹੀਂ ਹੈ ਕਿ ਤੁਸੀਂ ਵੀ ਅਜਿਹਾ ਹੀ ਕੁਝ ਕਰੋ? ਦੇਖੋ, ਅਸੀਂ ਜਦੋਂ ਮੈਨੀਫੈਸਟੋ ਬਣਾਉਂਦੇ ਆ ਤਾਂ ਸਾਡੀ ਪਾਰਟੀ ਦੀ ਲੀਡਰਸ਼ਿਪ ਆਪ ਪਬਲਿਕ ਦੇ ਨਾਲ ਇੰਟਰੈਕਟ ਕਰਦੀ। ਮੈਂ ਹਮੇਸ਼ਾ ਹੀ ਲੰਬੇ ਸਮੇਂ ਤੋਂ ਆਪ ਮੈਨੀਫੈਸਟੋ ਕਮੇਟੀ ਦਾ ਮੈਂਬਰ ਸੈਕਟਰੀ ਹੁੰਦਾ ਜੀ। ਅਸੀਂ ਸਾਰੇ ਵਰਗਾਂ ਨੂੰ ਬੁਲਾ ਕੇ ਪ੍ਰੈਕਟੀਕਲੀ ਡਿਸਕਸ ਵੀ ਕਰਦੇ ਹਾਂ ਉਹਨਾਂ ਦੇ ਨਾਲ, ਔਰ ਉਦੋਂ ਕਹਿੰਦੇ ਵੀ ਆ ਕਿ ਨਹੀਂ ਆਹ ਚੀਜ਼ ਪੋਸੀਬਲ ਹੈ, ਆਹ ਚੀਜ਼ ਨਹੀਂ ਪੋਸੀਬਲ, ਕਿਉਂਕਿ ਸਾਡੇ ਇੰਨੀ ਕੋਈ ਲੀਡਰਸ਼ਿਪ ਵਿਚੋਰ ਹੈ। ਪਰ ਹੁਣ ਪਾਰਟੀਆਂ ਨੇ ਰੱਖਣੀਆਂ ਝੂਠ ਬੋਲਣ ਦੀਆਂ ਮਸ਼ੀਨਾਂ, ਠੀਕ ਹੈ ਨਾ, ਉਹ ਰੱਖ ਲਈਆਂ। ਉਹ ਕਹਿੰਦੇ ਜੀ ਤੁਹਾਨੂੰ ਆਹ ਕਹਿਣਾ ਪਊਗਾ। ਤੁਸੀਂ ਦੇਖੋ ਇੱਕ ਪ੍ਰਸ਼ਾਂਤ ਕਿਸ਼ੋਰ ਜਿਹੜਾ ਇਹਨਾਂ ਨੇ ਰੱਖਿਆ ਹੁਣ ਜਿਹੜਾ, ਉਹਦੀ ਇੱਕ ਵੀਡੀਓ ਚੱਲਦੀ ਹੈ, ਉਹ ਕਿਤੇ ਇੰਟਰਵਿਊ ਦੇ ਰਿਹਾ, ਮੈਂ ਸੁਣੀ ਹੈ, ਤੇ ਉੱਥੇ ਉਹਨੂੰ ਪੁੱਛਦੇ ਆ ਵੀ ਇਹਦੇ ਤੇ ਉਹਦਾ ਤਜਰਬਾ ਪੁੱਛ ਰਹੇ ਆ ਵੀ ਤੇਰਾ ਤਜਰਬਾ ਜਿਹੜਾ ਇਲੈਕਸ਼ਨ ਦਾ ਕਿੱਦਾਂ ਰਹਿੰਦਾ। ਉਹ ਕਹਿੰਦਾ ਕਿ ਹਮੇਸ਼ਾ ਚੰਗਾ ਨਹੀਂ ਰਹਿੰਦਾ। ਹੁਣ ਪੰਜਾਬ 'ਚ ਕਹਿੰਦਾ ਵੀ ਮੈਂ ਉੱਥੇ ਜਿਹੜੇ ਐਲਾਨ ਕੀਤੇ ਲੋਕੀ ਮੈਨੂੰ ਗਾਲਾਂ ਕੱਢਦੇ ਆ, ਤੇ ਕਹਿੰਦਾ ਮੈਂ ਰਾਹੁਲ ਗਾਂਧੀ ਨੂੰ ਕਿਹਾ ਵੀ ਉਹਨੂੰ ਜਾ ਕੇ ਕੈਪਟਨ ਨੂੰ ਪੁੱਛੋ ਵੀ ਉਹਨੇ ਜਿਹੜੇ ਉਦੋਂ ਵਾਅਦੇ ਕੀਤੇ ਵੀ ਉਹ ਲੱਭਦਾ ਕਿਉਂ ਨਹੀਂ, ਪੂਰੇ ਕਿਉਂ ਨਹੀਂ ਹੁੰਦੇ। ਤੇ ਹੁਣ ਫੇਰ ਉਹਨੂੰ ਲਿਆ ਕੇ ਐਡਵਾਈਜ਼ਰ ਲਾ ਲਿਆ। ਉਹ ਬੰਦਾ ਪ੍ਰੈਕਟੀਕਲੀ ਆਪ ਮੰਨਿਆ। ਮੈਂ ਥੋੜੀ ਸਾਈਕੀ ਆਮ ਲੋਕਾਂ ਦੀ ਸਮਝਣਾ ਚਾਹੁੰਦਾ ਨਾ ਚੀਮਾ ਸਾਹਿਬ। ਹੁਣ ਮੇਰੇ ਹੱਥ ਦੇ ਵਿੱਚ ਇੱਕ ਕਾਂਗਰਸ ਦਾ ਮੈਨੀਫੈਸਟੋ, ਅਕਾਲੀ ਦਲ ਦਾ। ਕਾਂਗਰਸ ਕਹਿ ਰਹੀ ਹੈ ਕਿ ਮੈਂ ਤੈਨੂੰ ਨੌਕਰੀ ਲਾ ਦਾਂਗੀ, ਮੈਂ ਤੇਰੇ ਕਰਜ਼ੇ ਮਾਫ ਕਰ ਦਾਂਗੀ, ਮੈਂ ਤੇਰੀ ਬਿਜਲੀ ਮਾਫ ਕਰ ਦਾਂਗੀ। ਤੁਸੀਂ ਕਹਿ ਰਹੇ ਹੋ ਕਿ ਅਸੀਂ ਬਿਜਲੀ ਅੱਧੀ ਕਰ ਦਾਂਗੇ, ਅਸੀਂ ਹਰੇਕ ਨੂੰ ਨੌਕਰੀ ਨਹੀਂ ਦੇ ਸਕਾਂਗੇ, ਫਲਾਣੇ ਨੂੰ ਦੇ ਸਕਾਂਗੇ। ਫਿਰ ਮੇਰੇ ਲਈ ਵੇਟੇਜ ਕਿਹਦੀ ਹੋਏਗੀ? ਮੇਰੇ ਲਈ ਵੇਟੇਜ ਇਹਦੀ ਹੋਏਗੀ ਨਾ ਜਿਹੜਾ ਮੈਨੂੰ ਜ਼ਿਆਦਾ ਕੁਝ ਦੇ ਰਿਹਾ। ਦੇਖੋ, ਸਰਕਾਰ ਚਲਾਉਣ ਵਾਸਤੇ ਬੜੀ ਮੈਚੁਰਿਟੀ ਚਾਹੀਦੀ ਹੈ। ਤੁਹਾਨੂੰ ਆਪ ਵੀ ਆਪਣੇ ਰੈਵਨਿਊ ਦੇ ਸੋਰਸ ਜਨਰੇਟ ਕਰਨੇ ਪੈਂਦੇ ਆ। ਤੁਹਾਨੂੰ ਜਿਹੜੇ ਸਰਕਾਰੀ ਖਜ਼ਾਨਾ ਜਿੱਥੋਂ ਆਉਂਦਾ ਉੱਥੇ ਸਖਤੀ ਵੀ ਕਰਕੇ ਰੱਖਣੀ ਪੈਂਦੀ ਆ। ਤੁਹਾਨੂੰ ਆਪਣੇ ਇਮੇਜ ਦੇ ਨਾਲ, ਆਪਣੇ ਸਕਿੱਲ ਦੇ ਨਾਲ ਗਵਰਨਮੈਂਟ ਆਫ ਇੰਡੀਆ ਤੋਂ ਪੈਸੇ ਕਢਾਉਣੇ ਵੀ ਪੈਂਦੇ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂਦੇ ਸੀ ਨਾ, ਉਹ ਮੰਤਰੀਆਂ ਦੇ ਜਿਹੜੇ ਆ ਦਫ਼ਤਰ ਘੱਟ ਜਾਂਦੇ ਸੀ ਤੇ ਘਰ ਜ਼ਿਆਦਾ ਜਾਂਦੇ ਹੁੰਦੇ ਸੀ, ਔਰ ਬੜੇ ਚੰਗੇ ਤਰੀਕੇ ਦੇ ਨਾਲ ਆਪਣੇ ਰਿਲੇਸ਼ਨ ਦੀ ਵਰਤੋਂ ਕਰਕੇ ਆਪਣੀ ਸ਼ਖਸੀਅਤ ਦਾ ਉਹਨਾਂ ਦਾ ਇੱਕ ਅਸਰ ਹੁੰਦਾ ਸੀਗਾ। ਕੇਸ ਪੇਸ਼ ਕਿਸ ਤਰ੍ਹਾਂ ਕਰਨਾ ਸਟੇਟ ਦਾ, ਉਹ ਵੀ ਮੈਟਰ ਕਰਦਾ। ਹੁਣ ਰਾਜਾਸ਼ਾਹੀ ਕੰਮ ਹੈ ਨਾ, ਹੁਣ ਤਾਂ ਚੱਲਦਾ ਵੀ ਤੁਸੀਂ ਇੱਥੇ ਬੈਠੇ ਇੱਕ ਸਟੇਟਮੈਂਟ ਦੇ ਕੇ ਸ਼ਾਮ ਨੂੰ ਅਖਬਾਰਾਂ ਦਾ ਘਰ ਤਾਂ ਭਰ ਸਕਦੇ ਹੋ, ਠੀਕ ਹੈ ਨਾ। ਰੋਜ਼ ਕਹਿ ਕੇ ਕਿ ਗਵਰਨਮੈਂਟ ਇਜ਼ ਨਾਟ ਗਿਵਿੰਗ ਐਨੀਥਿੰਗ ਟੂ ਅਸ, ਕਿ ਤੁਸੀਂ ਵੀਡੀਓ ਸ਼ਾਮ ਨੂੰ ਜਾਰੀ ਕਰ ਦਿੰਦੇ ਹੋ। ਤੁਹਾਡੇ ਬਜਟ ਦੇ ਵਿੱਚ ਚੱਲਦਾ ਹੀ ਹੁਣ ਤੱਕ ਜੋ ਕੁਝ ਪਿਆ, ਜੇ ਤੁਹਾਨੂੰ GST ਦੇ ਪੈਸੇ ਨਾ ਮਿਲਦੇ ਹੋਣ, ਪਰ ਕੈਪਟਨ ਸਾਹਿਬ ਦੀਆਂ ਸਟੇਟਮੈਂਟਾਂ ਕੱਢ ਲਓ ਵੀ ਕਿੰਨੀਆਂ ਉਹਨਾਂ ਨੇ ਸੈਂਟਰ ਦੇ ਖਿਲਾਫ ਦਿੱਤੀਆਂ। ਤੇ ਜੇ ਇਹਨਾਂ ਦਾ ਬਜਟ ਦੇਖੋ ਤੇ ਹੁਣ ਤੱਕ ਬਚੇ ਹੀ ਉਹਦੇ ਸਿਰ ਤੇ ਫਿਰਦੇ ਆ। ਜੇ ਕਿਤੇ ਇਹਨਾਂ ਨੂੰ ਆਪਣੇ ਟੈਕਸ ਨਾਲ GST ਆਪ ਜੇ ਕੰਪਨਸੇਸ਼ਨ ਨਾ ਹੁੰਦੀ, ਜਿਹੜੀ ਕਿ ਉਸ ਵੇਲੇ ਦੇ ਕਾਨੂੰਨ ਦਾ ਹਿੱਸਾ ਹੈ ਕਿ ਜੇ ਟੈਕਸ ਸਟੇਟ ਦਾ ਘਟ ਗਿਆ ਤੇ ਕੇਂਦਰ ਨੂੰ ਭਰਨਾ ਪਊਗਾ, ਜੇ ਉਹ ਨਾ ਹੁੰਦੀ ਤੇ ਇਹਨਾਂ ਨੂੰ ਛੱਡ ਕੇ ਵਿੱਚੋਂ ਸਰਕਾਰ ਜਿਹੜੀ ਹੈ ਨਾ, ਅੱਜ ਇਥੋਂ ਲੋਕੀ ਪਾਸੇ 14-15% ਘੱਟ ਹੁੰਦਾ ਰਿਹਾ ਤੇ ਉਹ ਭਰਪਾਈ ਹੁੰਦੀ ਰਹੀ। ਇਸ ਕਰਕੇ ਟਾਈਮ ਤੁਸੀਂ ਕਿੰਨਾ ਦਿੰਦੇ ਹੋ ਗਵਰਨਮੈਂਟ ਨੂੰ? ਇੱਕ ਚੀਫ ਮਿਨਿਸਟਰ 5 ਵਜੇ ਤੋਂ ਲੈ ਕੇ ਤੇ ਰਾਤ ਦੇ 10 ਵਜੇ ਤੱਕ ਕੰਮ ਕਰਦਾ। ਚੀਮਾ ਸਾਹਿਬ ਤੁਸੀਂ ਇੱਕ 4 ਘੰਟਿਆਂ ਦੇ ਵਿੱਚ ਤੇ ਕਦੀ ਸੈਕਟਰੀਏਟ ਨਾ ਆਵੇ ਤੇ ਕਦੀ ਮੁੱਖ ਮੰਤਰੀ ਨਿਵਾਸ ਨਾਲ ਜਾਏ ਤੇ ਸਰਕਾਰ ਰਿਮੋਟ ਕੰਟਰੋਲ ਨਾਲ ਚੱਲੇ। ਮੈਂ ਉਹੀ ਸਮਝਣਾ ਚਾਹਨਾ ਨਾ ਚੀਮਾ ਸਾਹਿਬ, ਤੁਸੀਂ ਡਾਕਟਰ ਵੀ ਹੋ, ਤੁਸੀਂ ਸਿਆਸਤਦਾਨ ਵੀ ਹੋ, ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਹੋ, ਇਹਨਾਂ ਅੰਕੜਿਆਂ ਨੂੰ ਸਮਝ ਸਕਦੇ ਹੋ। ਇੱਕ ਲੇਮੈਨ, ਇੱਕ ਆਮ ਲੋਕ, ਇੱਕ ਆਮ ਬੰਦਾ ਜਿਹੜਾ, ਉਹਨੂੰ ਤੁਸੀਂ ਕਿਵੇਂ ਸਮਝਾ ਸਕਦੇ ਹੋ ਇਹ ਚੀਜ਼ਾਂ? ਜਾਂ ਤੁਹਾਨੂੰ ਲੱਗਦਾ ਹੈ ਕਿ ਇੱਕ ਵਾਰ ਉਹਦੇ ਨਾਲ ਧੋਖਾ ਹੋਇਆ ਤੇ ਦੂਜੀ ਵਾਰੀ ਉਹ ਫਿਰ ਸੋਚ ਸਮਝ ਕੇ ਹੀ ਕਰਦਾ ਜੋ ਕੁਝ ਕਰਦਾ? ਨਹੀਂ, ਦੇਖੋ, ਮੈਂ ਸਮਝਦਾ ਕਿ ਜੋ ਪਿੱਛੇ ਅਗਰ ਜਨਤਾ ਨੇ ਇਤਬਾਰ ਕੀਤਾ, ਉਹਦਾ ਇੱਕ ਫੈਕਟਰ ਸੀਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੋ ਕੁਝ ਕਿਸਾਨੀ ਦੇ ਨਾਲ ਕਿਹਾ ਸੀ ਉਹ ਪੂਰਾ ਕੀਤਾ, ਜੋ ਪੰਚਾਇਤਾਂ ਨੂੰ ਕਿਹਾ ਸੀ ਉਹ ਪੂਰਾ ਕੀਤਾ, ਜੋ ਇਨਫਰਾਸਟ੍ਰਕਚਰ ਦੇ ਅਸੀਂ ਲੋਕਾਂ ਨੂੰ ਆਪਣੇ ਮੈਨੀਫੈਸਟੋ ਦੇ ਵਿੱਚ ਕਿਹਾ ਸੀ ਉਹ ਚੀਜ਼ਾਂ ਕ੍ਰੀਏਟ ਕਰਕੇ ਦਿੱਤੀਆਂ। ਪਰ ਜਦੋਂ ਇਸ ਤੋਂ ਵੱਧ ਆਫਰ ਹੋਈ ਤੇ ਸ਼ਾਇਦ ਲੋਕਾਂ ਨੂੰ ਲੱਗਿਆ ਵੀ ਜੇ ਉਹਨਾਂ ਨੇ ਇੰਨਾ ਕੁਝ ਕਰ ਦਿੱਤਾ ਤੇ ਜੇ ਇਹ ਕਹਿ ਰਹੇ ਆ, ਕਿਉਂਕਿ ਇਹਨਾਂ ਨੇ ਜਿੱਦਾਂ ਦੀਆਂ ਗੱਲਾਂ ਕੀਤੀਆਂ, ਕੁਝ ਗੱਲਾਂ ਦੇ ਵਿੱਚ ਉਦੋਂ ਜਨਤਾ ਆ ਗਈ। ਪਰ ਅੱਜ ਜਨਤਾ ਮਹਿਸੂਸ ਕਰਦੀ ਹੈ ਕਿ ਜੇ ਉਹੀ ਸਰਕਾਰ ਕੰਟੀਨਿਊ ਰਹਿੰਦੀ ਤੇ ਜੋ ਲੈਵਲ ਸਟੇਟ ਦੇ ਵਿੱਚ ਡਿਵੈਲਪਮੈਂਟ ਦਾ, ਜੋ ਪਾਵਰ ਸਪਲਾਈ ਦੀ ਸਥਿਤੀ, ਜੋ ਲਾਅ ਐਂਡ ਆਰਡਰ ਦੀ ਸਥਿਤੀ, ਜੋ ਖੁਸ਼ਹਾਲੀ ਦਾ ਮਾਹੌਲ ਸੀ, ਕਿ ਸਟੇਟ ਕਈ ਗੁਣਾ ਅੱਗੇ ਚਲੇ ਜਾਂਦੀ। ਮੈਂ ਕਹਿ ਰਿਹਾ ਕਿ ਤੁਹਾਡੀ ਚੇਅਰ ਦੇ ਉੱਤੇ ਬੈਠਾ ਕੌਣ ਹੈ ਔਰ ਕਿੰਨੀ ਐਫਰਟ ਕਰ ਰਿਹਾ, ਉਹ ਬਹੁਤ ਜਿਵੇਂ ਤੁਸੀਂ ਲੋਕਾਂ ਦੀ ਗੱਲ ਕੀਤੀ ਹੈ ਕਿ ਲੋਕ ਕਈ ਵਾਰੀ ਭਾਵਨਾਵਾਂ ਦੇ ਵਿੱਚ ਵੀ ਵਹਿ ਜਾਂਦੇ ਨੇ। ਸਾਡੇ ਲੋਕਾਂ ਦੇ ਵਿੱਚ ਧਰਮ ਦੀ ਆਸਥਾ ਬਹੁਤ ਹੁੰਦੀ ਹੈ। ਜੇਕਰ ਕੋਈ ਬੰਦਾ ਆਮ ਤੌਰ ਤੇ ਕੋਈ ਲੜਾਈ ਝਗੜਾ ਵੀ ਹੋ ਜਾਂਦਾ, ਬੰਦਾ ਕਹਿੰਦਾ ਕਿ ਚੱਲ ਗੁਰਦੁਆਰੇ ਕਸਮ ਖਾ
ਆਹ ਗੁਟਕੇ ਦੀ ਕਸਮ ਖਾ, ਤੇ ਉਹ ਬੜਾ ਇਤਬਾਰ ਕੀਤਾ ਜਾਂਦਾ ਹੈ। ਇਸੇ ਕਰਕੇ ਜੇਕਰ ਕੋਈ ਸ਼ਖਸ ਗੁਟਕੇ ਦੀ ਕਸਮ ਖਾ ਕੇ ਕਵੇ ਕਿ ਮੈਂ ਆਹ ਕੁਝ ਖਤਮ ਕਰ ਦਾਂਗਾ, ਤਾਂ ਉਹ ਭਰੋਸਾ ਨੈਚੁਰਲੀ ਹੈ ਕਿ ਤੁਸੀਂ ਕਰ ਹੀ ਜਾਂਦੇ ਹੋ। ਮੈਂ ਚੰਡੋਕ ਸਾਹਿਬ ਇੱਕ ਗੱਲ ਤੁਹਾਡੇ ਤੋਂ ਸਮਝਣਾ ਚਾਹੁੰਦਾ, ਤੁਹਾਨੂੰ ਨਹੀਂ ਲੱਗਦਾ ਕਿ ਹੁਣ ਉਹ ਸਮਾਂ ਆ ਗਿਆ ਇਸ ਮੁਲਕ ਦੇ ਵਿੱਚ ਕਿ ਜਿਹੜਾ ਵੀ ਮੈਨੀਫੈਸਟੋ ਹੋਵੇ ਉਹ ਇੱਕ ਲੀਗਲ ਡਾਕੂਮੈਂਟ ਹੋਵੇ, ਉਹਦੀ ਇੱਕ ਜਵਾਬਦੇਹੀ ਹੋਵੇ ਕਿ ਜੇ ਤੁਸੀਂ ਦਾਅਵਾ ਕਰ ਰਹੇ ਹੋ, ਵਾਅਦਾ ਕਰ ਰਹੇ ਹੋ, ਪਹਿਲਾਂ ਤਾਂ ਤੁਸੀਂ ਨਾਲ ਇਹ ਲਿਖੋ ਜੋ ਤੁਸੀਂ ਦਾਅਵਾ ਕਰ ਰਹੇ ਹੋ ਉਹਦਾ ਵਸੀਲਾ ਕੀ ਹੋਏਗਾ, ਉਹਦੀ ਕਮਾਈ ਕਿੱਥੋਂ ਆਏਗੀ। ਦੂਜੀ ਗੱਲ ਇਹ ਜ਼ਰੂਰ ਹੋਣੀ ਚਾਹੀਦੀ ਹੈ ਕਿ ਜੋ ਤੁਸੀਂ ਇਹ ਦਾਅਵਾ ਕਰ ਰਹੇ ਹੋ ਜਾਂ ਵਾਅਦਾ ਕਰ ਰਹੇ ਹੋ, ਜੇ ਤੁਸੀਂ ਨਾ ਪੂਰਾ ਕੀਤਾ ਤਾਂ ਤੁਹਾਡੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ। ਫਿਰ ਤੁਸੀਂ ਟਾਈਮ ਵੀ ਇਹ ਮੈਂਸ਼ਨ ਕਰੋ ਕਿ ਇੰਨੇ ਚਿਰ ਦੇ ਵਿੱਚ ਇੰਨੇ ਵਾਅਦੇ ਅਸੀਂ ਪੂਰੇ ਕਰਾਂਗੇ। ਤੁਹਾਨੂੰ ਨਹੀਂ ਲੱਗਦਾ ਕਿ ਲੀਗਲ ਡਾਕੂਮੈਂਟ ਹੋਵੇ ਤਾਂ ਘੱਟੋ ਘੱਟ ਮੁਲਕ ਲੁੱਟਣ ਤੋਂ ਬਚ ਜਾਏਗਾ? ਸਰ ਬਹੁਤ ਚੰਗੀ ਗੱਲ ਹੈ। ਤੁਹਾਨੂੰ ਯਾਦ ਹੋਏਗਾ ਅੰਨਾ ਹਜ਼ਾਰੇ ਮੂਵਮੈਂਟ 'ਚ ਇੱਕ ਪੁਆਇੰਟ ਉਹਨਾਂ ਨੇ ਲਿਖਿਆ ਸੀ, ਰਾਈਟ ਟੂ ਰੀਕਾਲ। ਔਰ ਸਰ ਨੋਟਾ ਜਦ ਆਇਆ ਸੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕਹਿਤਾ ਸੀ ਬਕਵਾਸ ਹੈ। ਅੱਜ ਸਰ ਕਿੱਥੇ MC ਮੇਕਅਪ ਆਰਟਿਸਟ ਗੁਜਰਾਤ 2 ਜਗ੍ਹਾ ਨੋਟਾ ਦੇ ਮੈਕਸਿਮਮ ਆ ਗਏ ਨੇ, ਇਹਦਾ ਮਤਲਬ ਰੀ ਇਲੈਕਸ਼ਨ ਹੋਏਗੀ। ਸਰ ਪੋਲੀਟੀਕਲ ਪਾਰਟੀਆਂ ਕਿਹੜੇ ਜ਼ਮਾਨੇ 'ਚ ਰਹਿ ਰਹੀ ਮੈਨੂੰ ਤਾਂ ਨਹੀਂ ਸਮਝ ਆਉਂਦਾ। ਮੈਂ ਇੱਕ ਆਮ ਭਾਸ਼ਾ 'ਚ ਗੱਲ ਕਰਦਾ, ਇੱਕ ਬੱਚਾ ਹੈ, ਬੱਚਾ ਤਾਂ ਨਹੀਂ ਕਹਾਂਗਾ, ਵਰਕਿੰਗ ਐਡਲਟ ਹੈ, 25 ਜਾਂ 30 ਸਾਲ ਦਾ, ਉਹਦੇ ਫਾਦਰ ਹੈਗੇ ਨੇ। ਉਹ ਕਹਿੰਦਾ ਹੈ ਜੀ ਮੈਂ ਇਹ 10 ਲੱਖ ਦੀ ਕਾਰ ਖਰੀਦਣਾ ਚਾਹੁੰਦਾ। ਫਾਦਰ ਕਹਿੰਦਾ ਦੇਖੋ ਜੀ ਮੇਰੇ ਕੋਲ 4 ਲੱਖ ਹੈਗੇ ਆ, 6 ਲੱਖ ਆਪਣੀ ਜੇਬ ਤੋਂ ਪਾ ਲਿਆ। ਤੇਲੰਗਾਨਾ ਕਹੇਗਾ ਜੀ ਮੇਰੇ ਕੋਲ ਹੈਗੇ ਆ, ਮੈਂ ਇਹੀ ਕਾਰ ਲੈਣੀ ਹੈ। ਪੰਜਾਬ ਕਹੇਗਾ ਜੀ 4 ਲੱਖ, ਆ ਤਾਂ ਪੁਰਾਣਾ ਪੈਸਾ ਦੋ ਜੀ, ਵਾਲਾ ਸਾਈਕਲ ਚੱਕੋ ਜੇ ਤੁਸੀਂ ਪੈਸਾ ਕਰਨਾ। ਔਰ ਇਹ ਹਰ ਪਾਰਟੀ ਜਿਹੜੀ ਆ ਜਾਏਗੀ, ਭਾਵੇਂ ਅਕਾਲੀ ਹੈ, ਭਾਵੇਂ ਕਾਂਗਰਸ ਹੈ, ਭਾਵੇਂ ਆਪ, ਜਾਂ ਮੈਂ ਪੋਲੀਟੀਕਲ ਆਦਮੀ, ਜਿਹੜੀ ਮਰਜ਼ੀ ਪਾਰਟੀ ਹੈ, ਦੇ ਹੈਵ ਨੋ ਸੋਲੂਸ਼ਨ। ਸਰ ਇਹ ਜਿਵੇਂ ਕਹਿੰਦੇ ਨਾ ਗ੍ਰੇਟਰ ਫੂਲਸ ਥਿਓਰੀ, ਤੁਸੀਂ ਹੋਰ ਮੈਨੂੰ ਦਿਖਾ ਦਿਓ, ਤੁਸੀਂ ਹੋਰ ਲੋਲੀਪੌਪ ਚੁਸਾਈ ਚਲੋ, ਚੁਸਾਈ ਚਲੋ। ਸਰ ਇਹ ਦੁਨੀਆ ਦੀ ਜਿਹੜੀਆਂ ਪਾਰਟੀਆਂ ਸਮਝ ਜਾਣਗੀਆਂ ਇੰਡੀਆ ਦੇ ਵਿੱਚ ਜਿਹੜਾ ਇਹ ਸਮਝ ਜਾਣਗੀਆਂ ਹੁਣ ਪੂਰਾ ਰੁਖ ਬਦਲ ਗਿਆ ਹੈ। ਨਹੀਂ ਤੇ ਇਹ ਹਾਲ ਹੋਏਗਾ, ਬੰਦਾ ਜਿਹੜਾ ਮੁੱਖ ਮੰਤਰੀ ਬਣੇਗਾ ਜੇ 5 ਸਾਲ ਨਹੀਂ ਤਾਂ 10 ਸਾਲ ਬਾਅਦ ਉਹ ਹੱਥ ਜੋੜੇਗਾ ਜੀ ਮੈਂ ਹੋਰ ਨਹੀਂ ਰਹਿ ਸਕਦਾ, ਮੈਂ ਜਿੰਨਾ ਮਰਜ਼ੀ ਪੋਲੀਟੀਕਲੀ ਸਟਰੋਂਗ ਹੋਵਾਂ, ਮੇਰੇ ਹੱਥ ਕੁਝ ਵੀ ਨਹੀਂ ਹੈ। ਸਰ ਜੇ ਕੱਲ ਪੁਲਿਸ ਦੇ ਪੈਸੇ ਵੀ ਤੁਸੀਂ ਤਨਖਾਹਾਂ ਨਾ ਦੇ ਪਾਓ, ਸਟੇਟ ਗਵਰਨਮੈਂਟ ਨਹੀਂ ਦੇ ਪਾਓ, ਤੇ ਸਰਕਾਰ ਦੀ ਵਜੂਦ ਕੀ ਰਹਿ ਜਾਏਗਾ ਹਰਪ੍ਰੀਤ ਜੀ? ਫਿਰ ਤਾਂ ਸੈਂਟਰਲ ਗਵਰਨਮੈਂਟ ਡਿਕਟੇਟ ਕਰੇਗੀ, ਫਿਰ ਤਾਂ ਉਹੀ ਫਾਦਰ ਕਹੇਗਾ ਜੀ ਮੈਂ ਇਹੀ ਦੇ ਸਕਦਾ, ਚੱਕਣਾ ਚੱਕੋ, ਨਹੀਂ ਚੱਕੋ, ਨਹੀਂ ਤਾਂ ਤੁਸੀਂ ਆਪਣੇ ਜਨਰੇਟ ਕਰੋ। ਤੁਸੀਂ ਆਪਣੇ ਜਨਰੇਟ ਕਰਨ ਜਾਓਗੇ ਤਾਂ ਤੁਹਾਡੇ ਉਹ ਪੁਰਾਣਾ ਹਿਸਾਬ ਖੁੱਲ ਜਾਏਗਾ। ਸਰ ਇਹ ਇਸ ਵੇਲੇ ਸਿਚੁਏਸ਼ਨ ਨਹੀਂ ਹੈ, ਜੇ ਵੱਡੇ ਸਾਡੇ ਸਟੇਟ ਦੇ ਲੀਡਰਸ ਇਕੱਠੇ ਬੈਠ ਕੇ ਇਹਨਾਂ ਨੇ ਸੋਲੂਸ਼ਨ ਨਹੀਂ ਕੱਢਿਆ ਤੇ ਜਿਹੜੀ ਮਰਜ਼ੀ ਸਰਕਾਰ ਆ ਜਾਏ ਉਹ ਫਿਰ 5 ਸਾਲ ਟਾਈਮ ਪਾਸ ਕਰੇਗੀ। ਇਹ ਜੁਮਲੇ ਹੋਣਗੇ, ਰਿਐਲਿਟੀ ਕੁਝ ਹੋਏਗੀ ਨਹੀਂ। ਨਾ ਕੋਈ ਸਟੇਟ ਦੇ ਵਿੱਚ ਕੋਈ ਜੌਬ ਆਈਆਂ ਇੰਨੇ ਸਾਲਾਂ 'ਚ। ਅਸੀਂ ਇਹੀ ਕਹਿੰਦੇ ਰਹਿੰਦੇ ਨੇ ਹਿਮਾਚਲ ਨੂੰ ਕੰਸੈਸ਼ਨ ਮਿਲਿਆ, ਪਰ ਉਹ ਤਾਂ ਖਤਮ ਵੀ ਹੋ ਗਏ ਨਾ ਜੀ। ਉਹਦੇ ਬਾਅਦ ਸਾਡਾ ਕਿਹੜਾ ਪੰਜਾਬੀ ਬੰਦਾ ਵਾਪਸ ਆ ਗਿਆ? ਬਹਾਨਾ ਕਰਦੇ ਰਹੋਗੇ। ਹਾਂਜੀ, ਔਰ ਨਾ ਅਸੀਂ ਇੰਪਲੋਇਮੈਂਟ ਜੋਗੇ ਬੰਦੇ ਕੱਢ ਰਹੇ। ਅੱਛਾ, ਜਿਹੜਾ ਸਾਡਾ ਬੰਦਾ ਸਮਾਰਟ ਹੁੰਦਾ ਹੈ 12ਵੀਂ ਤੱਕ ਪੜ ਜਾਂਦਾ, ਜਾਂ ਉਹ ਕੈਨੇਡਾ ਚਲਾ ਜਾਂਦਾ ਹੈ, ਜਾਂ ਉਹ ਗੁੜਗਾਉਂ ਚਲਾ ਜਾਂਦਾ ਹੈ, ਜਾਂ ਚੇਨਈ ਚਲਾ ਜਾਂਦਾ ਹੈ, ਜਾਂ ਬੰਬੇ ਚਲਾ ਜਾਂਦਾ ਹੈ। ਸਾਡੇ ਨਾ ਅਸੀਂ ਰੋਕ ਪਾ ਰਹੇ, ਨਾ ਰਿਟੈਂਸ਼ਨ ਹੈ, ਨਾ ਅਸੀਂ ਟੈਲੈਂਟ ਪ੍ਰੋਡਿਊਸ ਕਰ ਰਹੇ ਹਾਂ। ਤੇ ਬਾਹਰ ਦੇ ਪੈਸੇ ਕਦੋਂ ਤੱਕ ਇੰਡੀਆ, ਜਿਵੇਂ ਹੁਣ ਇਹਨਾਂ ਨੇ ਕਿਹਾ ਜੀ ਸਟੈਟਿਸਟਿਕਸ ਕੀਤੇ, ਜਿਹੜਾ ਮੈਂ ਤੁਹਾਨੂੰ ਕਿਹਾ ਕਿ GST ਕੰਪਨਸੇਸ਼ਨ ਜਦ ਬੰਦ ਹੋ ਜਾਏਗੀ ਤਾਂ ਨਵੀਂ ਸਰਕਾਰ ਹੋਏਗੀ, ਪਾਰਟੀ ਜਿਹੜੀ ਮਰਜ਼ੀ ਹੋਵੇ। ਔਰ ਜੋ ਸਾਨੂੰ ਪੂਰਾ ਟ੍ਰੈਂਡ ਲੱਗ ਰਿਹਾ ਹੈ ਕਿ ਲੱਗ ਨਹੀਂ ਰਿਹਾ ਕਿ ਸੈਂਟਰ ਐਕਸ਼ਨ। ਔਰ ਇੱਕ ਗੱਲ ਹੋਰ ਹਰਪ੍ਰੀਤ ਜੀ, ਇਹ ਗੱਲ ਨੂੰ ਰੂਲ ਆਊਟ ਵੀ ਨਾ ਕਰੀਏ। ਜੇ ਕੱਲ ਫੈਡਰਲ ਸਟਰਕਚਰ ਕੀ ਕਹਿੰਦਾ ਹੈ, ਆਈ ਥਿੰਕ 80% ਜਾਂ 70% ਸਟੇਟਸ ਯੈਸ ਕਹਿ ਦੇਣ, ਸਰ ਨੂੰ ਜ਼ਿਆਦਾ ਪਤਾ ਹੋਏਗਾ, ਤੇ ਫਿਰ ਉਹ ਸਾਰੀਆਂ ਸਟੇਟਾਂ ਨੂੰ ਜੇ ਕੱਲ RBI ਗਵਰਨਰ ਨੇ ਕੀ ਕਿਹਾ ਹਰਪ੍ਰੀਤ ਜੀ, GST ਲਿਆਓ ਕਿਹਦੇ ਵਿੱਚ, ਗੈਸ ਦੇ ਵਿੱਚ, ਪੈਟਰੋਲ ਤੇ ਫਿਊਲ, ਤੇ ਕੱਲ GST ਆ ਗਈ ਤਾਂ 14% ਚ ਕੀ ਸਟੇਟ ਗਵਰਨਮੈਂਟ ਕਮਾ ਲੇਗੀ। ਔਰ ਉਹਦੇ ਬਾਅਦ ਜੇ ਕੰਪਨਸੇਸ਼ਨ ਜੇ ਸੈਸ ਲਗਾਣਗੇ ਤਾਂ ਸੁਪਰੀਮ ਕੋਰਟ 'ਚ ਲੋਕੀ ਸਟੇਟਸ ਪਹੁੰਚ ਜਾਣਗੇ, ਬਈ ਤੁਸੀਂ ਤਾਂ ਕਿਹਾ ਸੀ ਤੁਸੀਂ ਦੇਣੀ ਨਹੀਂ ਹੈ, ਤੇ ਫਿਰ ਕੀ ਹੋਏਗਾ? ਫਿਰ ਜਿਹੜੀ ਮਰਜ਼ੀ ਸਰਕਾਰ ਹੋ ਜਾਏ। ਠੀਕ ਹੈ ਚੀਮਾ ਸਾਹਿਬ, ਇੱਕ ਆਖਰੀ ਸਵਾਲ, ਮੇਰੇ ਕੋਲ ਸਮਾਂ ਘੱਟ ਹੈ ਕਿਉਂਕਿ ਕੁਝ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਕਿ ਥੋੜ੍ਹੀਆਂ ਸਰਵਿਸਿਜ਼ ਨੇ ਜਿਹਦੇ ਵਿੱਚ ਤੁਸੀਂ ਐਜੂਕੇਸ਼ਨ ਨੂੰ ਵੀ ਇੱਕ ਪ੍ਰਮੁਖਤਾ ਨਾਲ ਮੰਨਦੇ ਹੋ, ਤੁਸੀਂ ਹੈਲਥ ਨੂੰ ਵੀ ਪ੍ਰਮੁਖਤਾ ਨਾਲ ਮੰਨਦੇ ਹੋ। ਜਦੋਂ ਇਸ ਪੂਰੇ ਬਜਟ ਨੂੰ ਦੇਖਦੇ ਹਾਂ ਤਾਂ ਦਾਅਵੇ ਤਾਂ ਬੜੇ ਕੀਤੇ ਗਏ ਨੇ ਹੈਲਥ ਲਈ ਵੀ ਤੇ ਐਜੂਕੇਸ਼ਨ ਲਈ ਵੀ, ਪਰ ਯਥਾਰਥ ਬਿਲਕੁਲ ਹੀ ਉਲਟ ਹੈਗਾ। ਇੱਕ ਛੋਟੀ ਜਿਹੀ ਉਦਾਹਰਨ ਪੰਜਾਬੀ ਯੂਨੀਵਰਸਿਟੀ ਦੀ ਲੈਣਾ, 90 ਕਰੋੜ ਰੁਪਈਆ ਉਸ ਨੂੰ ਵਿਸ਼ੇਸ਼ ਗ੍ਰਾਂਟ ਦਿੱਤੀ ਗਈ ਹੈ ਤੇ 150 ਕਰੋੜ ਰੁਪਈਆ ਉਹਦੇ ਤੇ ਕਰਜ਼ਾ ਹੈ, 85% ਉਹ ਆਪਣੇ ਪੱਲਿਓਂ ਲਾਉਂਦੇ ਨੇ, 15% ਦੀ ਗ੍ਰਾਂਟ ਦਿੱਤੀ ਜਾਂਦੀ ਹੈ। ਆ ਗੰਭੀਰਤਾ ਨਜ਼ਰ ਆਉਂਦੀ ਹੈ ਸਰਕਾਰਾਂ ਦੀ। ਕਰੋਨਾ ਦੀ ਇੱਕ ਬੜਾ ਵੱਡਾ ਸਬਕ ਸੀਗਾ ਸਾਰੀਆਂ ਸਰਕਾਰਾਂ ਵਾਸਤੇ ਕਿ ਦੋ ਚੀਜ਼ਾਂ ਪਬਲਿਕ ਸੈਕਟਰ ਦੇ ਵਿੱਚ, ਸਰਕਾਰੀ ਸੈਕਟਰ 'ਚ ਰਹਿਣੀਆਂ ਚਾਹੀਦੀਆਂ, ਇੱਕ ਐਜੂਕੇਸ਼ਨ ਤੇ ਇੱਕ ਹੈਲਥ। ਔਰ ਇਸ ਬਜਟ ਦੇ ਵਿੱਚ ਵੀ ਦੋਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਇਗਨੋਰ ਕੀਤਾ ਗਿਆ। ਇਸ ਕਰਕੇ ਜਿਹੜਾ ਅਸਲੀ ਲੈਸਨ ਸੀ ਕਿ ਸਾਰਾ ਫੋਕਸ ਇਹਨਾਂ ਚੀਜ਼ਾਂ ਦਾ ਹੋਣਾ ਚਾਹੀਦਾ, ਕਿਉਂਕਿ ਇਹ ਪਿੱਛੇ ਦੇਖਿਆ ਕਿ ਦੇਖੋ ਪੇਰੈਂਟਸ ਦੀ ਕਿੰਨੀ ਕਲੈਸ਼ ਹੋਈ ਪ੍ਰਾਈਵੇਟ ਸਕੂਲਾਂ ਦੇ ਪੂਰੀ ਲੁੱਟ ਹੋਈ, ਹਸਪਤਾਲਾਂ ਦੇ ਵਿੱਚ ਸਰਕਾਰੀ ਦੇ ਵਿੱਚ ਕਿੰਨੀ ਦੁਰਦਸ਼ਾ ਹੋਈ। ਉਹ ਸੈਕਟਰ ਨੂੰ ਸਟਰੈਂਥਨ ਕਰਨ ਦੀ ਬੜੀ ਵੱਡੀ ਲੋੜ ਸੀ।
ਲੇਕਿਨ ਮੈਂ ਇਹੀ ਕਹਿ ਰਿਹਾ ਨਾ ਕਿ ਕੋਈ ਇੱਕ ਪੱਖ ਵੀ ਜਿਹੜੇ ਆ ਵਿੱਤ ਮੰਤਰੀ ਨਹੀਂ ਦੱਸ ਸਕਦੇ ਕਿ ਮੈਂ ਹੁਣ ਅਨਐਮਪਲੋਇਮੈਂਟ ਦਾ ਮੇਜਰ ਇਸ਼ੂ ਸੀ ਨਾ, ਤੇ ਹੁਣ ਸਾਲ ਨਿਕਲ ਗਿਆ, ਅਖੀਰਲਾ ਬਜਟ ਨਿਕਲ ਗਿਆ, ਤੇ ਅਨਐਮਪਲੋਇਮੈਂਟ ਅਨਾਉਂਸ ਕੀਤਾ ਸੀ ਕਿ ਨਹੀਂ ਮੁੰਡੇ 2500 ਰੁਪਏ 2500 ਰੁਪਏ ਕਿਸੇ ਇੱਕ ਨੂੰ ਵੀ ਨਹੀਂ ਮਿਲਿਆ। ਉਹਨਾਂ ਨੂੰ ਇੱਕ ਸੱਤ ਦਾ ਵੀ ਨਹੀਂ ਕਿਹਾ ਵੀ ਚੱਲ ਇੱਕ ਸੱਤ ਦਾ ਕਹਿ ਕੇ 1 ਮਹੀਨਾ ਤਾਂ ਦੇ ਦਿਓ ਉਹਨਾਂ ਨੂੰ ਵੀ, ਜੇ ਬਾਕੀ ਕਿਹਾ ਉਹ ਵੀ ਭੁੱਲ ਗਏ। ਉਦੋਂ ਆਟਾ ਦਾਲ ਦੇ ਨਾਲ ਦਾਲ ਤਾਂ ਇਸ ਬਜਟ 'ਚ ਵੀ ਬੰਦ ਆ, ਇਕੱਲੇ ਆਟੇ ਦੇ ਪੈਸੇ ਦਿੱਤੇ, ਤੇ ਉਦੋਂ ਚਾਹ ਪੱਤੀ ਤੇ ਕਿੰਨਾ ਕੁਝ ਖੰਡ ਤੇ ਕਈ ਕੁਝ ਲੋਕਾਂ ਨੂੰ ਅਨਾਉਂਸ ਕੀਤਾ ਸੀਗਾ। ਇਸ ਕਰਕੇ ਨਾ ਗਰੀਬ ਸੈਕਟਰ ਨਾ ਅਨਐਮਪਲੋਇਮੈਂਟ ਨੂੰ ਐਡਰੈਸ ਕੀਤਾ ਗਿਆ। ਚਲੋ ਚੀਮਾ ਸਾਹਿਬ, ਮੈਨੂੰ ਲੱਗਦਾ ਕਿ ਤੁਹਾਡੇ ਵਾਸਤੇ ਇੱਕ ਪ੍ਰਤੱਖ ਉਦਾਹਰਨ, ਵਧੀਆ ਉਦਾਹਰਨ ਹੋਗੀ ਕਿ ਹੁਣ ਤੁਸੀਂ ਜਦੋਂ ਮੈਨੀਫੈਸਟੋ ਬਣਾਓਗੇ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖੋਗੇ ਕਿ ਵਾਅਦੇ ਉਹੀ ਕਰਿਓ ਜਿਹੜੇ ਪੂਰੇ ਹੋ ਸਕਦੇ। 100% ਇਹ ਸ਼੍ਰੋਮਣੀ ਅਕਾਲੀ ਦਲ ਦਾ ਇਹ ਦਸਤੂਰ ਵੀ ਰਿਹਾ ਕਿ ਅਸੀਂ ਜੇ ਪਬਲਿਕ 'ਚ ਜਾਣਾ ਤੇ ਉਹ ਕਮਿਟਮੈਂਟ ਕਰੋ ਜਿਹੜੀ ਪੂਰੀ ਕਰ ਸਕਦੇ। ਸਰ ਇੱਕ ਤੁਹਾਨੂੰ ਇੰਟਰਸਟਿੰਗ ਅਨਐਮਪਲੋਇਮੈਂਟ ਅਲਾਉਂਸ ਦੀ ਗੱਲ ਕਰਦਾ। ਅਨਐਮਪਲੋਇਮੈਂਟ ਅਲਾਉਂਸ ਦਾ ਇਹ ਮਤਲਬ ਹੈ, ਇੱਕ ਸਟੈਟਿਸਟਿਕਸ ਦੀ ਗੱਲ ਕਰੀਏ, ਇਫ देयर आर 100 ਪੀਪਲ ਐਸ ਪੋਪੂਲੇਸ਼ਨ ਵੀ ਅਸਿਊਮ ਦੈਟ 90% ਆਰ ਇੰਪਲੋਇਡ। ਜਿਵੇਂ ਯੂਐਸ ਦਾ ਰੇਟ ਆਉਂਦਾ ਨਾ ਕਿ 4.5% ਅਨਐਮਪਲੋਇਮੈਂਟ, ਇਹੀ ਰੇਟ ਹੈ ਜੀ। ਇਹਦਾ ਮਤਲਬ ਅਸੀਂ 5 ਤੋਂ 7 ਬੰਦਿਆਂ ਨੂੰ ਸਬਸਿਡਾਈਜ਼ ਕਰ ਰਹੇ ਹਾਂ ਬਈ ਤੁਹਾਡੇ ਕੋਲ ਨੌਕਰੀ ਨਹੀਂ ਹੈ, ਜਦੋਂ ਤੱਕ ਤੁਹਾਡੇ ਕੋਲ ਨੌਕਰੀ ਨਹੀਂ ਹੈ, ਯੂਕੇ ਐਡਵਾਂਸ ਕੰਟਰੀਜ਼ ਵੀਕਲੀ ਦਿੱਤਾ ਜਾਂਦਾ, ਸਾਡੀ ਕੰਟਰੀ ਚਲੋ ਮੰਥਲੀ ਦਿੱਤਾ ਜਾਂਦਾ। ਮੈਂ ਹਲੇ ਉਸ ਡਿਬੇਟ 'ਚ ਨਹੀਂ ਆ ਕਿ ਦਿੱਤਾ ਜਾ ਰਿਹਾ ਜਾਂ ਨਹੀਂ, ਮੈਂ ਉਹਦੀ ਗੱਲ ਵੱਖਰੀ ਕਰ। ਇਹਦਾ ਮਤਲਬ ਤੁਸੀਂ 5 ਤੋਂ 7 ਬੰਦਿਆਂ ਦੀ ਮੈਥਸ ਕਰਦੇ ਹੋ ਔਰ 5% ਉੱਤੇ ਅਨਐਮਪਲੋਇਮੈਂਟ ਜਿਹੜਾ ਬਹੁਤ ਹਾਹਾਕਾਰ ਹੋ ਜਾਂਦੀ ਆਮ ਕੰਟਰੀਆਂ ਦੇ ਵਿੱਚ। ਜੇ ਤੁਹਾਡਾ ਅਨਐਮਪਲੋਇਮੈਂਟ ਹੀ 50 ਹੋਵੇ, ਕਿੱਥੋਂ ਪੂਰਾ ਕਰ ਲਓਗੇ? ਤੇ ਉਹ ਹੋਣ ਕਰੋੜਾਂ ਦੇ ਵਿੱਚ, ਉਹਦੇ ਅਗਲੇ ਸਾਲ ਤੁਸੀਂ ਹੋਰ ਬੰਦੇ ਪਾ ਦੋ ਸਿਸਟਮ ਦੇ, ਤੇ 2500 25 ਰੁਪਏ ਨਹੀਂ ਕੋਈ ਦੇ ਸਕਦਾ ਜੀ। ਮੈਂ ਕਹਿੰਦਾ ਬੈਂਕ ਦੇ ਅੰਦਰ ਪਾ ਦੋ, 25 ਰੁਪਏ ਨਹੀਂ ਪਹੁੰਚਣੇ ਜਦੋਂ ਮੈਥਸ ਕਰਨ ਜਾਣਗੇ। ਉਹ ਗਰੋ ਹੋਈ ਜਾ ਰਿਹਾ ਤੇ ਕਿੱਥੋਂ ਇੰਪਲੀਮੈਂਟ ਹੋਏਗਾ? ਮੈਂ ਤੁਹਾਡੀ ਗੱਲ ਬਿਲਕੁਲ ਸਹੀ ਹੈ, ਪਰ ਇਹ ਕੀਤਾ ਹੀ ਇਸੇ ਕਰਕੇ ਸੀ ਇਲੈਕਸ਼ਨ 'ਚ ਵੀ ਮੁੰਡਿਆਂ ਦੀ ਗਿਣਤੀ ਵੱਧ ਹੈ, ਅਨਐਮਪਲਾਈਡ ਦੀ ਗਿਣਤੀ ਵੱਧ ਹੈ ਤੇ ਵੋਟਾਂ ਇਹਨਾਂ ਦੀਆਂ ਵੱਧ ਆ। ਇਹ ਤਾਂ ਵੋਟਾਂ ਕਰਕੇ ਕੀਤਾ ਸੀ, ਕੋਈ ਇਮਾਨਦਾਰੀ ਨਾਲ ਤਾਂ ਕੀਤਾ ਨਹੀਂ। ਔਰ ਉਸ ਤੋਂ ਵੱਡੀ ਗੱਲ ਜਦੋਂ ਤੁਹਾਡੇ ਲਈ ਸਹੀ ਹੈ ਇਹ ਤਾਂ ਪੂਰੀ ਨਹੀਂ ਹੋ ਪਾਣੀ, ਪਤਾ ਹੋਣਾ ਚਾਹੀਦਾ ਉਦੋਂ ਪਾਰਟੀਆਂ ਨੂੰ। ਔਰ ਜਦੋਂ ਤੁਸੀਂ ਕ੍ਰਾਈਟੇਰੀਆ ਦੇਖਦੇ ਹੋ, ਇਸੇ ਕਰਕੇ ਸੀ ਉਹ ਕ੍ਰਾਈਟੇਰੀਆ ਬੜਾ ਇੰਟਰਸਟਿੰਗ ਹੈ। ਮੈਂ ਉਹ ਕ੍ਰਾਈਟੇਰੀਆ ਉਸ ਦਿਨ ਪੜ੍ਹ ਰਿਹਾ ਸੀ, ਉਹਦੇ ਵਿੱਚ ਵੀ ਅਨਐਮਪਲੋਇਮੈਂਟ ਮੰਨਦੇ ਕਿੰਨੂੰ ਹੈ। ਉਹ ਕਹਿੰਦੇ ਜੀ ਇਹਦੇ ਕੋਲ ਆਪਣਾ ਘਰ ਨਹੀਂ ਹੋਣਾ ਚਾਹੀਦਾ, ਇਹਦੇ ਪਿਓ ਦਾ ਵਪਾਰ ਨਹੀਂ ਹੋਣਾ ਚਾਹੀਦਾ, 1 ਲੱਖ ਰੁਪਏ ਸਾਲਾਨਾ ਤੋਂ ਵੱਧ ਇਨਕਮ ਨਹੀਂ ਹੋਣੀ ਚਾਹੀਦੀ। ਉਹਦੇ ਬਾਅਦ ਜੇ ਤੁਹਾਨੂੰ ਆਫਰ ਲੈਟਰ ਮਿਲ ਗਿਆ ਫਿਰ ਨਹੀਂ ਦੇਣੀ ਚਾਹੀਦੀ, ਤੇ ਆਫਰ ਲੈਟਰ ਚਾਹੇ ਜੌਬ ਮਿਲੇ ਚਾਹੇ ਨਾ ਮਿਲੇ। ਮਤਲਬ ਇਹ ਕ੍ਰਾਈਟੇਰੀਆ ਤੇ ਤਾਂ ਫਿੱਟ ਹੀ ਨਹੀਂ ਬੈਠਦਾ। ਪਰ ਇਹ ਚੀਜ਼ਾਂ ਮੈਨੀਫੈਸਟੋ 'ਚ ਨਹੀਂ ਲਿਖੀਆਂ ਜਾਂਦੀਆਂ। ਹਾਂ, ਇਹ ਮੈਨੀਫੈਸਟੋ ਸਰ ਮੈਨੀਫੈਸਟੋ ਜੀ ਜਿਹੜੀ ਤੁਸੀਂ ਛੋਟੀ ਜਿਹੀ ਗੱਲ ਕੀਤੀ ਐਜ਼ ਅ ਸਾਈਨਿੰਗ ਆਫ ਨੋਟ ਮੈਂ ਗੱਲ ਕਵਾਂਗਾ। ਸਰ ਕਹਿੰਦੇ ਗੋਲ ਵਿਦਆਊਟ ਅ ਡੇਟ ਇਜ਼ ਨੋ ਗੋਲ। ਕੀ ਪੋਲੀਟੀਕਲ ਪਾਰਟੀਆਂ ਤੁਹਾਨੂੰ ਲੱਗਦਾ ਇੰਡੀਆ 'ਚ ਮੰਨਣਗੀ, ਜਿਹੜੀ ਮਰਜ਼ੀ ਪਾਰਟੀ ਹੋ ਜਾਏ, ਕਿ ਉਹ ਇਹ ਕਹਿਣਗੇ ਕਿ ਅਸੀਂ ਇਹ ਗੋਲ ਰੱਖਿਆ ਹੈ, ਅਸੀਂ ਜੇ ਇਹ ਨਹੀਂ ਦੇਵਾਂਗੇ ਤਾਂ ਸਾਡੀ ਸਰਕਾਰ ਰਿਜ਼ਾਈਨ ਕਰ ਦੇਗੀ? ਕੋਈ ਹੈਗਾ ਇਹੋ ਜਿਹਾ ਉਦਾਹਰਣ? ਬਿਲਕੁਲ ਸਰ ਅਸੀਂ ਬਹੁਤ ਆਈਡੀਅਲਿਸਟਿਕ ਗੱਲ ਕਰ ਰਹੇ ਹਾਂ। ਇਸੇ ਦੀ ਡਿਮਾਂਡ ਲੋਕੀ ਕਰ ਵੀ ਰਹੇ ਨੇ। ਸਰ ਨਾ ਮੈਨੀਫੈਸਟੋ ਇਲੈਕਸ਼ਨ ਕੱਲ ਹੈ ਤਾਂ 2 ਦਿਨ ਪਹਿਲਾਂ ਤਾਂ ਮੈਨੀਫੈਸਟੋ ਆਉਂਦਾ। ਕਿਉਂ ਇੱਕ ਪਾਰਟੀ ਦੂਜੇ ਦੇ ਮੈਨੀਫੈਸਟੋ ਨੂੰ ਦੇਖ ਰਹੀ ਹੁੰਦੀ ਹੈ ਕਿ ਉਹਨੇ ਇੰਨੀ ਸਬਸਿਡੀ ਦਿੱਤੀ ਤਾਂ ਮੈਂ ਇਸ ਤੋਂ ਵੱਡਾ ਝੂਠ ਤਾਂ ਕਹਿੰਦੇ ਲਿਖਣਾ ਹੀ ਤਾਂ ਹੈ ਨਾ, ਜੇ ਛਾਪੀ ਚੱਲ ਬਈ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਦੇ ਲਈ। ਸੋ ਮੁੱਖ ਦੀ ਗੱਲ ਇਹ ਹੈ ਕਿ ਇਹ ਡਿਬੇਟ ਇਸੇ ਕਰਕੇ ਲੈ ਕੇ ਆਏ ਸੀਗੇ ਕਿ ਜਦੋਂ ਦਾਅਵੇ ਤੇ ਵਾਅਦੇ ਵੱਖ-ਵੱਖ ਪਾਰਟੀਆਂ ਕਰਦੀਆਂ ਨੇ, ਸੱਤਾ ਧਿਰ ਕਹਿੰਦੀ ਹੈ ਕਿ ਅਸੀਂ ਲੋਕਾਂ ਲਈ ਬਹੁਤ ਕੁਝ ਲੈ ਕੇ ਆਏ ਹਾਂ, ਵਿਰੋਧੀ ਧਿਰ ਕਹਿੰਦੀ ਹੈ ਕਿ ਕੱਖ ਨਹੀਂ ਹੈਗਾ ਇਹਦੇ ਵਿੱਚ। ਇਹ ਨਿਚੋੜ ਕੱਢਣਾ ਬੜਾ ਜ਼ਰੂਰੀ ਸੀਗਾ ਕਿ ਵਾਕਈ ਤੁਹਾਡੇ ਲਈ ਇਸ ਬਜਟ ਦੇ ਵਿੱਚ ਵੀ ਕੁਝ ਹੈਗਾ ਕਿ ਨਹੀਂ ਹੈਗਾ, ਕਿਉਂਕਿ ਜਦੋਂ ਵੀ ਹੁਣ ਅੱਗੋਂ ਤੁਸੀਂ ਵੋਟ ਪਾਉਣ ਜਾਓਗੇ ਤਾਂ ਤੁਹਾਡੇ ਕੋਲ ਨਿਚੋੜ ਜ਼ਰੂਰ ਹੋਣਾ ਚਾਹੀਦਾ। ਕਿਹੜੀ ਸਰਕਾਰ ਨੇ ਕੀ ਤੁਹਾਡੇ ਵਾਸਤੇ ਕੀਤਾ ਸੀਗਾ, ਵਾਅਦੇ ਕੀ ਸੀਗੇ, ਵਫਾ ਕਿੰਨੇ ਹੋਏ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੱਗੇ ਦਰਪੇਸ਼ ਚੁਣੌਤੀਆਂ, ਦਰਪੇਸ਼ ਮੁਸ਼ਕਲਾਂ ਨੇ। ਜਦੋਂ ਕੰਪਨਸੇਸ਼ਨ ਬੰਦ ਹੋ ਗਿਆ GST ਦਾ, ਤਾਂ ਸਰਕਾਰਾਂ ਕਿਵੇਂ ਇਹ ਚਲਾਣਗੀਆਂ? ਜਦੋਂ ਕਰੋੜਾਂ ਰੁਪਏ, ਅਰਬਾਂ ਰੁਪਇਆਂ ਦੀ ਅਦਾਇਗੀ ਹੈਗੀ ਹੈ ਔਰ ਇਹ ਕਰਜ਼ਾ ਕੱਟਣ ਦੀ ਬਜਾਏ ਹਰ ਸਾਲ ਵੱਧਦਾ ਜਾ ਰਿਹਾ, ਉਹਨਾਂ ਦੀ ਅਦਾਇਗੀ ਕਿਵੇਂ ਹੋਏਗੀ? ਇਹ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।